वाली दिल्ली के दिलवाली तेरी आज्ञा में चलता है। दिल्ली के दिलवाली तेरी आज्ञा में चलते हैं। ਜਿਹੜੇ ਦਿੱਲੀ ਦੇ ਦਿਲ ਵਾਲੇ ਨੇ ਨਾ ਉਹ ਅੱਗੇ ਚੱਲਦੇ ਨੇ, ਹੁਕਮ ਨੂੰ ਪਾਣਾ ਮੰਨਦੇ ਨੇ। ਉਹ ਤਾਂ ਬੰਗ ਦੇ ਬੰਗਾਲੀ ਵੀ ਨੇ, ਫਿਰੰਗਾ ਵਾਲੀ ਵੀ ਨੇ, ਫਰੰਗੀ ਵੀ ਨੇ। ਫਰੰਗੀ ਯੂਰਪੀ ਲੋਕ ਨੇ, ਯੂਰਪ ਦੇ ਲੋਕਾਂ ਨੂੰ ਫਰੰਗੀ ਕਹਿੰਦੇ ਨੇ। ਫਰਾਂਸ ਦੇ ਸੀ ਜਿਹੜੇ ਆਏ ਪਹਿਲਾਂ, ਪੁਰਤਗਾਲ ਦੇ ਆਏ ਸੀ ਸਭ ਤੋਂ ਪਹਿਲਾਂ, ਫਿਰ ਫਰਾਂਸੀਸੀ ਆਏ, ਫਿਰ ਅੰਗਰੇਜ਼ ਆਏ, ਇਹਨਾਂ ਨੂੰ ਫਰੰਗੀ ਕਹਿੰਦੇ ਸੀ। ਦਿੱਲੀ ਕੇ ਦਿਲਵਾਲੀ ਤੇਰੀ ਆਗਿਆ में चलता है। ਦਿੱਲੀ ਦੇ ਜਿਹੜੇ ਉਹ ਕਿਉਂ ਚੱਲਦੇ ਨੇ, ਸਵਾਲ ਇਹ ਹੈ। 10 ਭਾਸ਼ਾ ਲਿਖ ਰਹੇ ਨੇ, ਇਹਦਾ ਨਾਲ 9ਵੇਂ ਭਾਸ਼ਾ ਦੀ ਸ਼ਹੀਦੀ ਦਾ ਪ੍ਰਭਾਵ ਹੈ। ਦਿੱਲੀ 'ਚ 9ਵੇਂ ਭਾਸ਼ਾ ਦੀ ਸ਼ਹੀਦੀ ਦਾ ਪ੍ਰਭਾਵ ਹੈ, ਸਿੱਖੀ ਦਾ ਪ੍ਰਭਾਵ ਪੈ ਗਿਆ ਦਿੱਲੀ 'ਚ। ਰਾਜ ਤਾਂ ਉੱਥੇ ਹੈ ਨਹੀਂ ਸੀ ਮੁਗਲਾਂ ਦਾ। ਮੁਗਲਾਂ ਦਾ ਹੈੱਡਕੁਆਟਰ ਦਿੱਲੀ ਨਹੀਂ ਸੀਗਾ ਉਦੋਂ, ਮੁਗਲਾਂ ਦਾ ਹੈੱਡਕੁਆਟਰ ਆਗਰੇ ਸੀ ਉਸ ਵੇਲੇ। ਹੈੱਡਕੁਆਟਰ ਨਹੀਂ ਸੀ ਦਿੱਲੀ। ਦਿੱਲੀ ਵੈਸੇ ਹੈੱਡਕੁਆਟਰ ਜੇ ਸੀਗਾ ਤਾਂ ਦਿੱਲੀ ਵਾਲਾ ਜਿਹੜਾ ਔਰੰਗਜ਼ੇਬ ਬੈਠਾ ਸੀ ਉਹ ਉੱਤੇ ਦੱਖਣ 'ਚ ਬੈਠਾ ਸੀ, ਗਿਆ ਹੋਇਆ ਆਪ। ਦੱਖਣ ਦੇ ਵਿੱਚ ਅਮਰਟਿਆਂ ਨਾਲ ਲੜਾਈ ਸੀ। ਔਰੰਗਾਬਾਦ ਇਹਦੇ ਹਜ਼ੂਰ ਸਾਹਿਬ ਦੇ ਨੇੜੇ ਹੀ ਹੈ, ਉੱਥੇ ਸੀ। ਹਾਂ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ में चलता है। ਤੇਰੀ ਆਗਿਆ ਵਿੱਚ ਚੱਲਦਾ ਹੈ। ਉਹ ਵੀ ਤੇਰੇ ਭਾਣੇ ਨੂੰ ਮੰਨਦੇ ਨੇ। ਭਾਣਾ ਨੂੰ ਮੰਨਣਾ ਪਊ ਸਾਰਿਆਂ ਨੂੰ। ਯਾਨੀ ਉਹ ਭਾਣੇ ਨੂੰ ਕਹਿੰਦੇ ਸੀ ਵੀ ਭਾਣਾ ਜਿਹੜਾ ਹੈਗਾ ਭਾਣਾ ਹੀ ਮੰਨਿਆ ਗੁਰੂ ਸਾਹਿਬ ਨੇ। ਸਿੱਖਾਂ ਦੇ ਵਿੱਚ ਪ੍ਰਚਾਰ ਭਾਣੇ ਦਾ ਹੀ ਸੀ ਬਸ, ਹੋਰ ਨਹੀਂ ਕੁਛ। ਅਨਪੜ੍ਹ ਤੇ ਅਨਪੜ੍ਹ ਵੀ ਸਿੱਖਾਂ ਨਾਲ ਬਸ ਉਹਦਾ ਭਾਣਾ ਵਰਤ ਗਿਆ। ਇਤਰਾਜ਼ ਨਹੀਂ ਕੀਤਾ ਕਿਸੇ ਨੇ ਇਹ ਗੱਲ ਦਾ। ਉਹ ਕਹਿੰਦੇ ਬਸ ਭਾਣਾ ਸੀ ਵਰਤ ਗਿਆ। ਕੋਈ ਦੋਵੇਂ ਪਾਸੇ ਕੋਈ ਹੈ ਨਾ, ਦੋਹਾਂ ਸਾਰਿਆਂ ਕਾਬ ਸਵਾਬੀ ਹੈ ਨਾ। रो के रहेले माघ देश के मघेले। हाँ देख, रो के रहेले। और रहेले ਜਿਹੜੇ रोहेलखंड है, ਇਹ ਗੁੱਸੇ ਵਾਲੇ ਨੇ, ਗੁੱਸੇ ਵਾਲੇ ਲੋਕ ਨੇ। रो के रहेले ਇਹ ਜਿਹੜਾ ਝਾਂਸੀ ਵਾਲੀ ਰਾਣੀ ਹੈ ਨਾ, ਉਹ ਏਰੀਆ ਜਿਹੜਾ ਉਹरहेਲਿਆਂ ਦਾ। रोहेलों के मुख हमने सुनी कहानी थी, खूब लड़ी मर्दानी में तो झांसी वाली रानी थी। ਉਹ रहेले ਨੇ, रोहेलखंड ਕਹਿੰਦੇ ਨੇ ਇਹਨੂੰ। ਇਹ ਇਲਾਕਾ ਇੱਥੇ ਹੀ ਉਹ ਪੈਂਦੀ ਹੈ ਡਾਕੂਆਂ ਦਾ। ਬੜੀ ਘਾਟੀ ਹੈ ਚੰਬਲ ਦੀ। ਇਹ ਲੋਕ ਸੈੜੇ ਨੇ, ਦੁਸ਼ਮਣੀਆਂ ਕੱਢਣੀਆਂ, ਡਾਕੂ ਬਣ ਜਾਣਾ, ਫਿਰ ਪੇਸ਼ ਨਹੀਂ ਹੋਣਾ। ਮਾਰ ਕਾਟ ਵਾਲੇ ਨੇ ਲੋਕ ਪਹਿਲਾਂ ਤੇ। ਰੋ ਕੇ रहेले ਸੁਭਾਅ ਹੁੰਦੇ ਨੇ ਅੱਡ ਅੱਡ ਇਲਾਕਿਆਂ ਦੇ। ਨੇਸ਼ਨਾਂ ਨੇ ਉਹਨਾਂ ਦੇ ਅੱਡ ਅੱਡ ਸੁਭਾਅ ਨੇ, ਅੱਡ ਅੱਡ ਖੂਨ ਨੇ ਉਹਨਾਂ ਦੇ ਵਿੱਚ। ਮਾਘ ਦੇਸ਼ ਕੇ ਮਘੇਲੇ। ਮਗਧ ਅੱਗੇ ਮਗਧ ਹੈ। ਮਗਧ ਕਹਿੰਦੇ ਨੇ ਜਿੱਥੇ ਇੱਕ ਹੈ ਨਾ ਆਪਣਾ ਬਨਾਰਸ ਉਰੇ ਉਰੇ ਆਗਰੇ ਤੇ ਇੱਧਰਲੇ ਪਾਸੇ ਅਵਧ ਹੈ, ਯੁੱਧਿਆ ਵੱਲ ਦੇ ਪਾਸੇ ਦਾ। ਆਗਰਾ ਵਿੱਚ ਆ ਜਾਂਦਾ ਉਹਦੇ ਅਵਧ, ਤੇ ਉਹਨੂੰ ਮਗਧ ਕਹਿੰਦੇ ਨੇ। ਜਿੱਥੇ ਹੈ ਬਨਾਰਸ ਤੇ ਉੱਲਾ ਹੈ ਨਾ, ਇਲਾਹਾਬਾਦ, ਇਹ ਮਗਧ ਹੈ। ਇਹ ਪੁਰਾਣੇ ਨਾਮ ਨੇ ਉਹਦੇ। ਮਾਘ ਦੇਸ਼ ਕੇ ਮਘੇਲੇ। ਮਘੇਲੇ ਉਹ ਮਘੇਲੇ ਨੇ, ਉਹ ਮਗਧ ਵਾਲੇ ਨੇ ਮਘੇਲੇ, ਪੁਰਾਣੇ ਨਾਮ ਨੇ ਉਹਦੇ। ਵੀਰ ਬੰਗ ਸੀ ਬਧੇਲੇ। ਵੀਰ ਬੰਗ ਸੀ ਬੰਗਾਲੀ, ਬਹਾਦਰ ਬੰਦੇਲੇ ਬੁੱਧੇਲੇ। ਹਾਂ, ਪਾਪ ਪੁੰਜ ਕੋ ਮਲਤਾ ਹੈ। ਉਹ ਪਾਪ ਨੂੰ ਨਹੀਂ ਮੰਨਦੇ ਬੰਗਾਲੀ। ਪਾਪ ਪੁੰਜ ਕੋ ਮਲਤਾ ਹੈ। ਹਾਂ, ਜਦੋਂ ਬਿਹਾਰ ਦਾ ਐਂਟਰ ਹੁੰਦੇ ਹਾਂ ਅਸੀਂ, ਉੱਥੇ ਇੱਕ ਕਰਮਨਾਸਾ ਨਦੀ ਆਉਂਦੀ। ਜਦੋਂ ਬਿਹਾਰ ਐਂਟਰ ਹੁੰਦਾ ਨਾ, ਬਾਰਡਰ ਹੈ ਬਿਹਾਰ ਦਾ ਯੂਪੀ ਦਾ, ਉਹਦਾ ਨਾਂ ਹੀ ਕਰਮਨਾਸਾ। ਪਰਲੇ ਪਾਸੇ ਕਰਮ ਨਹੀਂ ਹੈ ਇਹਦਾ ਮਤਲਬ। ਪਰਲੇ ਪਾਸੇ ਵਾਲੇ ਕਰਮ ਨਹੀਂ ਮੰਨਦੇ, ਉਰਲੇ ਪਾਸੇ ਵਾਲੇ ਪਾਪ ਨੂੰ ਮੰਨਦੇ ਨੇ, ਪਰਲੇ ਪਾਸੇ ਵਾਲੇ ਨਹੀਂ ਮੰਨਦੇ। ਉਹਦਾ ਨਾਂ ਹੀ ਕਰਮਨਾਸਾ ਨਦੀ ਦਾ, ਉਹ ਬਾਰਡਰ ਹੈ। ਉਹ ਚੰਡੀ ਦੀ ਪੂਜਾ ਕਰਦੇ ਨੇ ਇਹ ਜਿਹੜੇ ਨੇ, ਆ ਦੁਰਗਾ ਦੀ ਪੂਜਾ ਕਰਦੇ ਨੇ, ਬਲੀ ਦਿੰਦੇ ਨੇ, ਸ਼ਰਾਬ ਚੜਾਉਂਦੇ ਨੇ। ਇਹ ਜਿਹੜੇ ਉਰਲੇ ਪਾਸੇ ਵਾਲੇ ਨੇ ਪੰਡਤ ਆਸ਼ੀ ਵਾਲੇ, ਇਹ ਸ਼ਰਾਬ ਦੇ ਮਾਸ ਦੇ ਖਿਲਾਫ ਨੇ। ਇਹਨਾਂ ਦਾ ਉਲਟ ਪ੍ਰਚਾਰ ਹੈ ਉਹਨਾਂ ਨੂੰ। ਉੱਥੇ ਹੀ ਪੈਦਾ ਹੋਇਆ ਸੀ ਬੁੱਧ ਧਰਮ, ਪਰਲੇ ਪਾਸੇ ਗਿਆ, ਪਰਲੇ ਪਾਸੇ ਹੈ ਨਾ ਉੱਥੋਂ।
ਓਪਨ ਬਾਬ ਨੂੰ ਨਹੀਂ ਮੰਨਦੇ ਹੁਣ ਇਹਨਾਂ ਨਾਲ ਉਹਨਾਂ ਦਾ ਫਿੱਟ ਨਹੀਂ ਬਹਿੰਦੀ ਗੱਲ ਧਾਰਮਿਕ ਤੌਰ ਤੇ ਉਹ ਹੋਰ ਹੈ ਇਹਨਾਂ ਦਾ ਹੋਰ ਮਰਾਠਿਆਂ ਦੀ ਵੀ ਨਹੀਂ ਬਹਿੰਦੀ ਇਹਨਾਂ ਨਾਲ ਯੂਪੀ ਵਾਲਿਆਂ ਨੂੰ ਯੂਪੀ ਦੇ ਵਿੱਚ ਸਾਰਾ ਜਿੰਨਾ ਵੀ ਹੈ ਨਾ ਧਰਮ ਦਾ ਸੈਂਟਰ ਯੂਪੀ ਰਿਹਾ ਇੱਥੇ ਹੀ ਸਾਰਾ ਧਰਮ ਦਾ ਨਾਸ ਹੋਣਦੇ ਸੈਂਟਰ ਇੱਥੇ ਬੜੇ ਬੜੇ ਸਮਝੋ ਤੀਰਥ ਨੇ ਗੰਗਾ ਦੇ ਉੱਤੇ ਇਲਾਹਾਬਾਦ ਤੇ ਜਾ ਕੇ ਕੋਈ ਤੀਰਥ ਨਹੀਂ ਫਿਰ ਗਏ ਨਾ ਇਹ ਤੋਂ ਆਪਣੇ ਬਨਾਰਸ ਤੋਂ ਫਿਰ ਕੋਈ ਗੰਗਾ ਦੇ ਤੀਰਥ ਨਹੀਂ ਕੋਈ ਤੀਰਥ ਨਹੀਂ ਗੰਗਾ ਦੇ ਉਰੇ ਉੱਥੇ ਤੱਕ ਤੀਰਥ ਨੇ ਫਿਰ ਅੱਗੇ ਬੰਗਾਲ ਆ ਜਾਂਦਾ ਥੋੜਾ ਜਿਹਾ ਦੂਰ ਜਾ ਕੇ ਇਹ ਤੀਰਥਾਂ ਦੇ ਉੱਤੇ ਹੀ ਸਾਰਾ ਹਰਿਦੁਆਰ ਹੋਇਆ ਇੱਥੇ ਹੀ ਸਾਰਾ ਕੁਝ ਹੈ ਪਾਪ ਪੁੰਨ ਦਾ ਰਾਮ ਔਰ ਜਿਹੜਾ ਕ੍ਰਿਸ਼ਨ ਇੱਥੇ ਦੇ ਅਵਤਾਰ ਹੋਏ ਨੇ ਰਾਮਾਇਣ ਦੀ ਕਥਾ ਔਰ ਮਹਾਭਾਰਤ ਦੀ ਕਥਾ ਇੱਥੇ ਨਾਲ ਸੰਬੰਧਿਤ ਹੈ ਸਾਰੀ ਇਹੀ ਸਮਰਥ ਸ਼ਾਸਤਰ ਹੈ ਇਹ ਪਾਪ ਪੁੰਨ ਦੀ ਵਿਚਾਰ ਹੈ ਸਮਰਥ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਇੱਥੇ ਹੀ ਜ਼ਿਆਦਾ ਬੰਗ ਸੀ ਬੰਧੇਲੇ ਪਾਪ ਪੁੰਜ ਕਿਉਂ ਕੇ ਮਲਤਾ ਹੈ ਪਾਪ ਨੂੰ ਨਹੀਂ ਮੰਨਦੇ ਹੋ ਪਾਪ ਪੁੰਜ ਨੂੰ ਉਹ ਨਹੀਂ ਮੰਨਦੇ ਪਾਪ ਪੁੰਨ ਹੁੰਦਾ ਹੀ ਨਹੀਂ ਸਾਰੇ ਤਾਂ ਮੱਛੀ ਖਾਂਦੇ ਨੇ ਬੰਗਾਲੀ ਉਹ ਪਾਪ ਨੂੰ ਕਿੱਥੇ ਮੰਨਦੇ ਨੇ ਉਹ ਤਾਂ ਮਰ ਜਾਣ ਭੁੱਖੇ ਜਿਹਨਾਂ ਦੀ ਮਗਰ ਲੱਗਣ ਵੀਰ ਬੰਗ ਸੀ ਬੰਧੇਲੇ ਪਾਪ ਪੁੰਜ ਕੋ ਮਲਤਾ ਹੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇਂ ਚੀਨ ਗੋਰਖੇ ਨੇ ਜਿਹੜੇ ਉਹ ਵੀ ਗੁਣਗਾਨ ਕਰਦੇ ਨੇ ਯਾਨੀ ਨਿਰਾਕਾਰ ਨੂੰ ਸਾਰੇ ਹੀ ਮੰਨਦੇ ਨੇ ਭਾਵੇਂ ਉਹਨਾਂ ਦੇ ਆਪਣੇ ਅੱਡ ਅੱਡ ਦੇਵੀ ਦੇਵਤੇ ਹੈਗੇ ਨੇ ਵੱਖਰੇ ਵੱਖਰੇ ਪਰ ਸੁਪਰੀਮ ਨਿਰਾਕਾਰ ਨੂੰ ਮੰਨਦੇ ਨੇ ਸਾਰੇ ਆਖਰ ਚੀਨ ਮਚੀਨ ਕੇ ਸੀਸ ਨਿਆਵੇਂ ਚੀਨ ਦੇ ਨਾਲ ਕੋਈ ਛੋਟਾ ਜਿਹਾ ਉਦੋਂ ਮੁਲਕ ਹੋਊਗਾ ਮਚੀਨ ਕਹਿੰਦੇ ਸੀ ਉਹਨੂੰ ਹੁਣ ਤਾਂ ਇਕੱਠਾ ਹੀ ਹੈ ਸਾਰੇ ਹੁਣ ਤਾਂ ਹੈ ਨਹੀਂ ਉਦੋਂ ਕਹਿੰਦੇ ਹੋਣੇ ਨੇ ਪਹਿਲਾਂ ਤਿੱਬਤੀ ਤੇ ਆਏ 300 ਸਾਲ ਪਹਿਲਾਂ ਕਹਿੰਦੇ ਹੋਣੇ ਨੇ ਤਿੱਬਤੀ ਤੇ ਆਏ ਦੋਖ ਦੇ ਕੋ ਦਲਤ ਹੈ ਤਿੱਬਤੀ ਵੀ ਤੇਰਾ ਧਿਆਨ ਧਰਦੇ ਨੇ ਦੁੱਖ ਦੇ ਕੋ ਦਲਤ ਹੈ ਜਿਹੜੇ ਦੇਹ ਦੇ ਦੁੱਖ ਦੋਖ ਦੇ ਕੋ ਦਲਤ ਹੈ ਦੇਹ ਦੇ ਜਿਹੜੇ ਦੁੱਖ ਨੇ ਮਤਲਬ ਹੈ ਜਿਹੜੇ ਵਕਾਰ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹ ਵੀ ਤੇਰਾ ਧਿਆਨ ਧਰਦੇ ਨੇ ਹਿਰਦੇ ਦੇ ਦੋ ਦੇ ਉਹਦਾ ਹਿਰਦਾ ਹੁੰਦਾ ਦੇਹ ਸਰੀਰ ਨਹੀਂ ਹੈ ਬਾਹਰਲਾ ਸਰੀਰ ਨਹੀਂ ਹੁੰਦਾ ਕਬਾਲੇ ਸਰੀਰ 'ਚ ਦੁੱਖ ਨਹੀਂ ਹੁੰਦੇ ਬਿਮਾਰੀਆਂ ਹੁੰਦੀਆਂ ਦੁੱਖ ਜਿਹੜੇ ਨੇ ਹਿਰਦੇ ਨਾਲ ਸੰਬੰਧ ਹੈ ਮਨ ਨਾਲ ਸੰਬੰਧ ਹੈ ਉਹਦਾ ਜਿਨੇ ਤੋਹੇ ਤੇ ਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਜਿਹਨੇ ਤੇਰਾ ਧਿਆਨ ਧਰਿਆ ਤਿਨੇ ਪੂਰਨ ਪ੍ਰਤਾਪ ਪਾਇਓ ਉਹਨੂੰ ਪੂਰੀ ਜੋਤ ਜਾਗੀ ਘਟ ਚ ਉਹਦੇ ਪੂਰਨ ਜੋਤ ਜਗਾ ਘਟ ਮੈਂ ਖਾਲਸਾ ਤਾਹੀ ਨਿਕਾਲ ਜਾ ਪੂਰਨ ਪ੍ਰਤਾਪ ਹੋ ਗਿਆ ਪੂਰੀ ਜੋਤ ਹੋ ਗਈ ਉਹਦੀ ਪੂਰਾ ਗਿਆਨ ਹੋ ਗਿਆ ਉਹਦਾ ਪ੍ਰਚੰਡ ਗਿਆਨ ਦੀ ਅਵਸਥਾ ਚਲਾ ਗਿਆ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਸਰਬ ਧਨ ਸਾਰੇ ਦਾ ਗਿਆਨ ਉਹਨੂੰ ਮਿਲ ਗਿਆ ਧਨ ਗਿਆਨ ਹੈ ਧਾਮ ਫਲ ਫੂਲ ਸੋ ਫਲਤ ਹੈ ਹਾਂ ਸਰਬ ਧਨ ਦਾ ਹੀ ਧਾਮ ਹੋ ਗਿਆ ਉਹਦਾ ਹਿਰਦਾ ਸਾਰਾ ਹੀ ਗਿਆਨ ਉਹਨੂੰ ਪ੍ਰਾਪਤ ਹੋ ਗਿਆ ਤੇ ਲੋਕ ਦਾ ਗਿਆਨ ਉਹਨੂੰ ਹਿਰਦੇ 'ਚ ਪ੍ਰਾਪਤ ਹੋ ਗਿਆ ਆਤਮ ਗਿਆਨ ਪਲੱਸ ਤੇ ਲੋਕ ਦਾ ਗਿਆਨ ਤਿੰਨ ਲੋਕ ਦੇ ਗਿਆਨ ਦੇ ਵਿੱਚ ਹੀ ਆਤਮ ਗਿਆਨ ਆਤਮਾ ਤਿੰਨ ਲੋਕ ਦੇ ਵਿੱਚ ਹੀ ਹੈ ਨਾ ਤਿੰਨ ਲੋਕ ਦੇ ਵਿੱਚ ਹੈ ਆਤਮਾ ਸੱਚਖੰਡ ਵਾਲੀ ਜਿਹੜੀ ਆਤਮਾ ਉਹ ਆਤਮਾ ਨਹੀਂ ਉੱਥੇ ਪਰਾਤਮਾ ਪਰਾਤਮਾ ਵੀ ਨਹੀਂ ਬਲਕਿ ਉੱਥੇ ਪਰਮ ਆਤਮਾ ਪਰਾਤਮਾ ਆਤਮਾ ਇੱਥੇ ਹੀ ਹੈ ਉੱਥੇ ਨਹੀਂ ਆਤਮਾ ਹੁੰਦੀ ਆਤਮਾ ਦਾ ਦਾਲ ਹੈ ਪਰਾਤਮਾ ਵੀ ਅੱਧਾ ਹੀ ਹੈ ਜੇ ਦੋਹਾਂ ਨੂੰ ਇੱਕ ਕਰ ਦਈਏ ਤਾਂ ਵੀ ਨਹੀਂ ਜਾ ਸਕਦਾ ਸੱਚਖੰਡ ਉੱਥੇ ਤਾਂ ਪੇੜ ਹੋ ਕੇ ਜਾਊਗਾ ਇਹ ਕੋਈ ਤਾਂ ਉਗਵਾ ਬੀਜ ਨਹੀਂ ਜਾ ਸਕਦਾ ਉੱਥੇ ਬੀਜੋ ਸੋਝੀ ਕੋ ਨਹੀਂ ਬੀਜ ਨੂੰ ਸੋਝੀ ਨਹੀਂ ਹੁੰਦੀ ਉੱਥੇ ਸਾਰੇ ਸੋਝੀ ਵਾਲੇ ਨੇ ਸੁੱਤੇ ਦਾ ਉੱਥੇ ਕੀ ਘੁੰਮ ਸੋਝੀ ਦੇ ਬਿਨਾਂ ਸੁੱਤਾ ਇਹ ਸੁਪਨੇ ਵਾਲਾ ਉੱਥੇ ਨਾ ਸੁਪਨੇ ਵਾਲਾ ਨਾ ਸੁੱਤਾ ਨਾ ਬਗੈਰ ਸੋਝੀ ਵਾਲਾ ਸਾਰੇ ਜਾਗਦੇ ਨੇ ਜਿਹੜੇ ਜਾਗੂ ਉੱਥੇ ਜਾਊਗਾ ਜਿਹੜੇ ਸੁੱਤੇ ਪਏ ਨੇ ਜਾਂ ਸੁਪਨਾ ਦੇਖਦੇ ਨੇ ਇੱਥੇ ਰਹਿਣਗੇ ਉੱਥੇ ਨਹੀਂ ਜਾ ਸਕਦਾ ਇਸ ਕਰਕੇ ਆਤਮਾ ਨਹੀਂ ਉੱਥੇ ਹੁੰਦੀ ਨਾ ਪ੍ਰਾਤਮਾ ਹੁੰਦੀ ਉੱਥੇ ਉੱਥੇ ਪਰਮਾਤਮਾ ਹੁੰਦੀ ਜਿੱਦੀ ਆਤਮ ਜਾਣਿਆ ਪਰਮਾਤਮਾ ਸੋਈ ਪਰਮ ਆਤਮ ਇੱਕ ਵਚਨ ਜਿਹੜਾ ਉੱਗਿਆ ਹੈ ਉਹ ਪਰਮ ਆਤਮ ਹੈ ਸਰਵਸ਼੍ਰੇਸ਼ਟ ਫਾਰਮ ਆਫ ਆਤਮਾ ਆਤਮਾ ਦੀ ਇਸ ਤੋਂ ਵੱਧ ਕੋਈ ਫਾਰਮ ਨਹੀਂ ਹੁੰਦੀ ਅੱਛਾ ਉਹ ਜਿਹੜਾ ਸੱਚਖੰਡ ਹੈ
ਉਹਦੇ ਸਾਰੇ ਹੀ ਪਰਮਾਤਮਾਵਾਂ ਨੇ। ਉਹ ਪਰਮਾਤਮਾਵਾਂ ਦਾ ਖਜ਼ਾਨਾ ਹੈ। ਇਸ ਕਰਕੇ ਉਹਨੂੰ ਕੀ ਕਹਿੰਦੇ ਨੇ? ਉਹਨੂੰ ਕਹਿੰਦੇ ਨੇ ਅਨਾਤਮ। ਉਹਨੂੰ ਇਹ ਕਹਿੰਦੇ ਨੇ ਅਨਾਤਮ। ਤਾਂ ਕਹਿੰਦੇ ਨੇ ਆਤਮਾ ਉੱਤੇ ਹੁੰਦੀ ਨਹੀਂ ਨਾ। ਖਜ਼ਾਨੇ ਨੂੰ ਕਹਿੰਦੇ ਨੇ ਉਹਦਾ ਵਿਰਾਟ ਰੂਪ। ਜਿਵੇਂ ਧਰਤੀ ਦਾ ਧੂੜ ਉੱਡਦੀ ਹੈ, ਧਰਤੀ ਤੇ ਆ ਕੇ ਸਮਾ ਜਾਂਦੀ ਹੈ, ਧਰਤੀ ਵਿਰਾਟ ਰੂਪ ਹੈ। ਧੂੜ ਤਾਂ ਥੋੜੀ ਜਿਹੀ ਮਿੱਟੀ ਉੱਡਦੀ ਹੈ ਨਾ, ਕਨੂਕੇ ਬਹੁਤ ਹੁੰਦੇ ਨੇ। ਇਸ ਕਰਕੇ ਜਿਹੜਾ ਖਜ਼ਾਨਾ ਉਹਦਾ ਨਾਮ ਵਿਰਾਟ ਰੂਪ ਹੈ। ਉਹਨੂੰ ਵਿਰਾਟ ਰੂਪ ਕਹਿੰਦੇ ਨੇ। देव देवतान को सुरेश, दानवान को महेश, गंग धान को अभेस देखो। कहियत है। ਪਹਿਲਾ ਜਿਹੜਾ ਸਵਈਆ ਸੀਗਾ जिन्हें तोहे ते आयो तिने पूर्ण प्रताप पायो। ਉਹ ਵੀ ਇੱਕ ਨੰਬਰ ਜਿਹੜਾ ਸਵਈਆ ਸੀ ਉਹ ਹੈ ਪਰਮੇਸ਼ਰ ਦੇ ਪ੍ਰਥਾਏ। ਪਹਿਲਾ ਇੱਕ ਨੰਬਰ। ਦੂਆ ਨੰਬਰ ਆਇਆ ਜਿਹੜਾ ਸਵਈਆ, ਉਹ ਆਇਆ ਪਬਲਿਕ ਦੇ ਪ੍ਰਥਾਏ। ਜਿਹੜੇ ਵਸਦੇ ਨੇ ਲੋਕ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਦੇ ਲਵੇ ਲਾਉਣੇ, ਉਹ ਬੰਦਿਆਂ ਦੇ, ਉਹ ਗਾਉਂਦੇ ਨੇ ਤੈਨੂੰ। ਜਿਹਨੂੰ ਗਾਉਂਦੇ ਨੇ ਪਹਿਲਾ ਸਵਈਆ ਉਹਦੇ ਵਾਸਤੇ ਹੈ। ਦੂਜਾ ਸਵਈਆ ਗਾਉਣ ਵਾਲਿਆਂ ਦਾ ਨਾਂ ਗਣਾਏ ਨੇ। ਤੀਜੇ ਦੇ ਵਿੱਚ देव देवतान को सुरेश, ਤੀਜੇ ਦੇ ਵਿੱਚ ਵੀ ਆਲੇ ਦਾ ਇਹ ਬੰਗਾਲੀ ਫਰੰਗੀ ਉਹੀ ਨੇ, ਰੋਹੇਲੇ ਉਹੀ ਗਣੇ ਨੇ। ਤੀਜੇ ਸਵਈਏ ਦੇ ਵਿੱਚ ਵੀ ਉਹੀ ਗਣੇ ਨੇ ਜਿਹੜੇ ਤੈਨੂੰ ਗਾ ਰਹੇ ਨੇ। ਔਰ ਫਿਰ ਪਾ ਕੀ ਰਹੇ ਨੇ ਆਖਰਲੀ ਲਾਈਨ ਦੇ ਵਿੱਚ ਹੈ, जिन्हें तोहे ते आयो ਜਿਹੜੇ ਤੋਏ ਤੇ ਆਇਓ तिने पूर्ण ਤੇਰੇ प्रताप पायो। ਪੂਰਨ ਪ੍ਰਤਾਪ ਪਾਇਓ। ਇਹ ਦੋਹੇ ਸਵਈਆਂ ਤੇ ਲਾਗੂ ਹੋ ਗਈ ਗੱਲ। ਇਹ ਦੋ ਸਵਈਏ ਨਹੀਂ ਬਲਕਿ ਕਵਿਤ ਨੇ। ਦੋਏ ਕਵਿਤਾਂ ਦਾ ਜੇ ਇੱਕ ਮੰਨ ਕੇ ਚੱਲੀਏ ਤਾਂ ਰਿਜ਼ਲਟ ਆ ਹੈ ਥੱਲੇ ਪੂਰਨ ਪ੍ਰਤਾਪ ਪਾਇਓ। ਤੀਜਾ ਜਿਹੜਾ ਚੌਥਾ ਸਵਈਆ ਹੁਣ ਸ਼ੁਰੂ ਹੋਇਆ देव ਇੱਥੇ ਕੁਝ ਹੋਰ ਸ਼ੁਰੂ ਹੋਇਆ। कवित चौथा। ਚੌਥਾ ਕਵਿਤਾ ਜਿਹੜਾ ਇਹ ਫਿਰ ਪਹਿਲਾਂ ਹੀ ਨਾ, ਇਹਦੇ ਚ ਦੋ ਆਉਣਗੇ। ਇਹਦੇ ਦੋ ਆਉਣਗੇ। ਇੱਕ ਤਾਂ ਖੜਗ ਆਊਗੀ, ਖੜਗਧਾਰੀ ਆਊਗਾ। ਖੜਗਧਾਰੀ ਤਾਂ ਉਹ ਆਪ ਹੈ। ਜਿਹੜਾ ਗੁਰਮੁਖ ਹੁੰਦਾ ਖੜਗ ਹੁੰਦੀ ਆ, ਉਹ ਖੜਗਧਾਰੀ ਨਹੀਂ ਹੁੰਦਾ ਗੁਰਮੁਖ। ਵਰਤਦਾ ਉਹਨੂੰ ਪਰਮੇਸ਼ਰ ਹੈ। ਜਿਵੇਂ ਤਲਵਾਰ ਹੈਗੀ ਹੈ, ਵਰਤਦਾ ਆਦਮੀ ਹੈ। ਗੁਰਮੁਖ ਤਲਵਾਰ ਜ਼ਰੂਰ ਹੈ ਪਰ ਵਰਤ ਚਲਦੀ ਨਹੀਂ। ਆਪ ਚਲਦੀ ਚਲਾਏ ਤੇ ਜਦੋਂ ਤੇ ਚਲਾਏ ਤੇ ਮੈਂ ਚੱਲਣਾ स्वामी। ਚਲਾਏ ਤੇ ਚਲਦੀ ਹੈ ਨਾ ਤਲਵਾਰ। ਤਾਂ ਤਲਵਾਰ ਇਹ ਹੈ। ਚਲਾਉਂਦਾ ਕੌਣ? ਜਿਹਦੇ ਹੱਥ 'ਚ ਹੈ, ਜਿਹਦੇ ਹੁਕਮ 'ਚ ਹੈ। ਤਲਵਾਰ ਹੈ, ਚਲਦੀ ਨਹੀਂ ਹੈ। ਤਲਵਾਰ ਨਹੀਂ ਚਲਦੀ ਹੁੰਦੀ। ਤਲਵਾਰ ਚਲਾਏ ਤੇ ਚਲਦੀ ਹੁੰਦੀ। ਜੋ ਤੇ ਚਲਾਏ ਬੌਲਦ ਨਹੀਂ ਹੈ, ਚਲਾਏ ਤੇ ਚੱਲਾਂ। ਤਲਵਾਰ ਹੈ ਉਹ, ਚਲਾਏ ਤੇ ਚੱਲਾਂ। ਤੀਰ ਹੈ, ਚਲਾਏ ਤੇ ਚੱਲਦਾ ਹੈ। ਬਰਛਾ ਚਲਾਏ ਤੇ ਹੀ ਚੱਲਦਾ ਹੈ। ਚੱਕਰ ਹੈ, ਚਲਾਏ ਤੇ ਹੀ ਚੱਲਦਾ ਹੈ। ਗਦਾ ਚਲਾਏ ਤੇ ਹੀ ਚੱਲਦੀ ਹੈ। ਹਥਿਆਰ ਚਲਾਏ ਤੇ ਹੀ ਚੱਲਦੇ ਨੇ ਨਾ। ਉਹਨੇ ਤੇ ਹਥਿਆਰ ਔਰ ਚਲਾਉਣ ਵਾਲਾ ਦੋ ਨੇ। ਚਲਾਉਣ ਵਾਲਾ ਤਾਂ ਪਹਿਲੇ ਸਵਈਏ ਚ, ਜੋ ਉਹਨੇ ਚਲਾਉਣਾ ਉਹ ਨਾਲ ਅਟੈਚ ਹੈ ਇਹਦੇ ਗੁਰਮੁਖ। ਇਹ ਦੋ ਨੇ ਇਹਦੇ ਚ। देव इस वजह देवतान को सुरेश, है देव देवतान को सुरेश, देव देवतान को सुरेश दानवान को। विहेश गंग धान को अपेस कहियत है। देवतान ने जड़े देवतान बहुवचन है। देवता देवते देवते की ने जिन मानस ते देवते ये देवते सारे सिख देवते ही ने। ਜਿਹੜਾ ਗੁਰੂ ਦੀ ਸਿੱਖਿਆ ਲੈ ਰਿਹਾ, ਮਨ ਨੂੰ ਬਦਲ ਰਿਹਾ ਨਾ, ਗੁਰਮਤਿ ਅਨੁਸਾਰ ਮਨ ਨੂੰ ਢਾਲ ਰਿਹਾ, ਉਹ ਦੇਵਤਾ। ਗੁਰਮਤਿ ਅਨੁਸਾਰ ਚੱਲ ਰਿਹਾ, ਜਿੰਨੀ ਸੁਣਦਾ ਉਹ ਦੇਵਤਾ। ਦੇਵ ਦੇਵਤਾਨ ਕੋ, ਦੇਵ ਜਿਹੜੇ ਦੇਵਤੇ ਨੇ ਉਹਨਾਂ ਦਾ ਦੇਵ ਹੈ ਤੂੰ। देव देवतान को। ਕੁਛ ਉਹਨਾਂ ਨੂੰ ਦੇ ਰਿਹਾ ਨਾ ਅਕਲ। ਜਿਹੜੇ ਦੇਵਤੇ ਨੇ ਉਹਨਾਂ ਦਾ ਦੇਵ ਹੈ, ਮਨਮੁਖਾਂ ਦਾ ਨਹੀਂ ਹੈਗਾ। ਉਹ ਤਾਂ ਬੰਦੇ ਹੀ ਨਹੀਂ ਤੈਨੂੰ। ਉਦੋਂ ਉੱਪਰ ਇੱਕ ਕੈਟਾਗਰੀ ਦਾਨਵਾਨ ਨੇ। सुरेश दानवान को। ਸੁਰੇਸ਼ ਦਾਨਵਾਨ ਕੋ। ਦਾਨਵਾਨ ਕੌਣ ਨੇ?
ਸਾਰੀ ਦਾਨ ਪੈਸਾ ਪੂਸਾ ਦਾਨ ਕਰਨ ਦੀ ਗੱਲ ਨਹੀਂ ਹੈ ਇੱਥੇ ਬਿਲਕੁਲ ਚਲੋ ਕੋਈ ਸੁਰੇਸ਼ ਦਾਨਵਾਨ ਕੋ ਦਾਨਵਾਨ ਕੌਣ ਹੈ? ਇੱਕ ਹੁੰਦਾ ਦਾਨੀ, ਇੱਕ ਹੁੰਦਾ ਦਾਨਵਾਨ, ਇੱਕ ਹੁੰਦਾ ਦਾਤਾ, ਇੱਕ ਹੁੰਦਾ ਦਾਨਵਾਨ। ਆਦਮੀ ਦਾਨਵਾਨ ਹੋ ਸਕਦਾ ਹੈ, ਦਾਤਾ ਨਹੀਂ ਹੋ ਸਕਦਾ। ਦਾਨਵਾਨ ਉਹ ਹੈ ਜਿਹਦੇ ਥਰੂ ਦਾਨ ਕਰਾਉਂਦਾ ਹੈ, ਦਾਤਾ ਉਹ ਹੈ ਜਿਹਦਾ ਮਾਲ ਹੈ। ਸੁਰੇਸ਼ ਦਾਨਵਾਨ ਕੋ ਜਿਹਦੇ ਦਾਨ ਦਵਾ ਰਹੇ हैं ਉਹਦਾ ਕਹਾਂ ਰਾਜਾ ਹੈ ਤੂੰ। ਸੁਰੇਸ਼ ਖਜ਼ਾਨਾ ਤੇਰਾ ਹੈ, ਦੋ ਦੇ ਹੋ ਰਿਹਾ। ਖਜ਼ਾਨਾ ਦਾ ਕਿਸੇ ਹੋਰ ਦਾ ਨਾਨਕ ਦੇ ਹੱਥ ਜਿਹੜਾ ਦਿੱਤਾ ਹੈ, ਫਿਰ ਲੇਖਾ ਮੂਲ ਨਾ ਸਮਝਾ। ਯਾਨੀ ਬਾਣੀ ਦਾ ਆਇਆ ਤੁਰਕੀ ਉਹ ਤਾਂ ਖਜ਼ਾਨੇ ਜੋ ਆਈ ਹੈ, ਫਿਰ ਸਪਲਾਈ ਕੀਤੀ ਹੈ ਨਾਨਕ ਨੇ, ਇਹ ਭਗਤਾਂ ਨੇ, ਕਿਸੇ ਨੇ ਵੀ ਕੀਤੀ ਹੈ। ਚਾਹੇ ਉਹ ਜਿਹੜਾ ਸਪਲਾਈ ਦੱਸਣ ਵਾਲਾ ਹੈਗਾ, ਹਾਂ ਕਰਨ ਵਾਲਾ ਹੈ, ਉਹ ਦਾਨਵਾਨ ਹੈ, ਦਾਤਾ ਨਹੀਂ ਹੈ। ਦਾਤਾ ਪਿੱਛੇ ਵਾਲਾ ਦੱਦਾ ਦਾਤਾ ਇੱਕ ਹੈ, ਉਹ ਇੱਕੋ ਹੀ ਰਹੂਗਾ। ਦਾਤਾ ਦਾਨਵਾਨ ਕਈ ਹੋ ਸਕਦੇ ਨੇ, ਦਾਤਾ ਇੱਕੋ ਹੀ ਰਹੂਗਾ। ਦਾਨਵਾਨ ਨਾਲ ਦਾਤਾ ਦਾ ਫਰਕ ਦੱਸਿਆ। ਆਦਮੀ ਦਾਨਵਾਨ ਤਾਂ ਹੋ ਸਕਦਾ, ਦਾਨਵਾਨ ਹੱਥ ਨਾਲ ਦੇ ਰਿਹਾ, ਉਹ ਮਾਲਕ ਨਹੀਂ ਹੈ ਉਹਦਾ ਜੋ ਦੇ ਰਿਹਾ। ਦਾਤਾ ਕਹਿਣਾ ਹੋਰ ਗੱਲ ਹੈ, ਦਾਨਵਾਨ ਕਹਿਣਾ ਹੋਰ ਗੱਲ ਹੈ। ਦਾਨਵਾਨ ਤਾਂ ਨੌਕਰ ਵੀ ਹੋ ਸਕਦਾ। ਸੁਰੇਸ਼ ਦਾਨਵਾਨ ਕੋ ਜਿਹੜੇ ਦਾਨਵਾਨ ਨੇ, ਜਿਹੜੇ ਗਿਆਨ ਕਰਾ ਰਹੇ ਨੇ, ਉਹਨਾਂ ਦਾ ਰਾਜਾ ਤੂੰ। ਮਾਲ ਉਹਨਾਂ ਦਾ, ਮਾਲ ਰਾਜੇ ਦਾ ਦੇ ਰਹੇ ਨੇ, ਉਹ ਦਾਨਵਾਨ ਇਹਨੇ ਦਾਤੇ ਨਹੀਂ ਹੋਣ। ਇਹ ਗੱਲ ਦਾ ਆਦ ਦੇ ਵਿੱਚ ਨਹੀਂ ਕਿਤੇ ਵੀ ਜ਼ਿਕਰ ਹੈਗਾ ਇਹ ਪੁਆਇੰਟ ਦਾ। ਬਹੁਤ ਸਾਰੇ ਪੁਆਇੰਟ ਨੇ ਜਿਹੜੇ ਆਦ ਦੇ ਵਿੱਚ ਪਤਾ ਹੀ ਨਹੀਂ ਹੈਗਾ। ਇੱਥੇ ਐਸੀਆਂ ਬਰੀਕੀਆਂ ਖੋਲੀਆਂ ਨੇ, ਇਹਨਾਂ ਲੋਕਾਂ ਨੂੰ ਕੀ ਪਤਾ, ਪਾਗਲਾਂ ਨੂੰ ਵੀ ਕੀ ਗੱਲ ਹੈ। ਉਹਨਾਂ ਨੂੰ ਤਾਂ ਧਰਮ ਦਾ ਹੀ ਨਹੀਂ ਪਤਾ ਵੀ ਧਰਮ ਕੀ ਹੁੰਦਾ। ਸੁਰੇਸ਼ ਦਾਨਵਾਨ ਕੋ ਤੀਜਾ ਕੀ ਹੈ? ਮਹੇਸ਼ ਗੰਗ ਧਾਨ। ਮਹੇਸ਼ ਗੰਗ ਧਾਨ ਕੋ। ਮਹੇਸ਼ ਕਿਹਦੇ ਵਾਸਤੇ? ਜਿਹਦੇ ਹਿਰਦੇ 'ਚ ਬਾਣੀ ਉਤਰਦੀ ਹੈ, ਗੰਗਾ ਉਤਰਦੀ ਹੈ, ਗਿਆਨ ਦੀ ਗੰਗਾ ਨਾ ਬਾਣੀ ਉਤਰਦੀ ਹੈ, ਇਸ ਨੂੰ ਗੰਗਾ ਕਹਿੰਦੇ ਨੇ। ਉਹ ਹਿਰਦੇ ਵਾਸਤੇ ਤੂੰ ਮਹੇਸ਼ ਹੈ ਬੈਠਾ, ਉਹਦਾ ਚੇਤਾ ਮਹੇਸ਼ ਬੈਠਾ। ਮਹੇਸ਼ ਗੰਗ ਧਾਨ ਕੋ, ਹਾਂ, ਉੱਥੇ ਉਹਦੀ ਜੱਟ ਉਹਦੇ ਸਿਰ 'ਚ ਉਤਰਦੀ ਆ ਕੇ ਮਹੇਸ਼ ਗੰਗ ਧਾਨ ਕੋ। ਜੇ ਗੰਗ ਧਾਨ ਉਤਰਦੀ ਹੈ ਫਿਰ ਮਹੇਸ਼ ਹੈ। ਬਾਹਰ ਕਿਤੇ ਨਹੀਂ ਗੰਗਾ ਉਤਰਦੀ, ਹਿਰਦੇ 'ਚ ਉਤਰਦੀ ਹੁੰਦੀ ਹੈ। ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ। ਫਿਰ ਵੀ ਤੈਨੂੰ ਅਭੇਸ ਕਹਿੰਦੇ ਨੇ, ਫਿਰ ਵੀ ਤੇਰੀ ਦੇਹ ਨਹੀਂ ਹੈ। ਜੇ ਸੰਸਾਰ ਦੇ ਵਿੱਚ ਉਤੋਂ ਆ ਰਿਹਾ ਹੈ, ਸਮਝੋ ਗਿਆਨ ਆ ਰਿਹਾ ਹੈ, ਸੱਚਖੰਡ ਤੋਂ ਸਿੱਧਾ ਮੈਸੇਜ ਆ ਰਿਹਾ ਹੈ, ਉਹਦਾ ਤੇਰਾ ਫਰਮਾਨ ਕੋਈ ਆ ਰਿਹਾ, ਹੁਕਮ ਆ ਰਿਹਾ, ਉਹ ਵੀ ਕਿਸੇ ਆਦਮੀ ਦੇ ਥਰੂ ਆ ਰਿਹਾ। ਜੇ ਤੂੰ ਦਾਨ ਦਵਾ ਰਿਹਾ, ਦਾਤਾ ਤੂੰ ਹੈ, ਤਾਂ ਵੀ ਕਿਸੇ ਆਦਮੀ ਦੇ ਥਰੂ ਹੀ ਦਵਾ ਰਿਹਾ। ਕਿਉਂ? ਦਾਨਵਾਨ ਵਾਸਤੇ ਕੀ ਹੈ ਤੂੰ? ਸੁਰੇਸ਼ ਦਾਨਵਾਨ ਕੋ। ਸੁਰੇਸ਼ ਹੈ ਰਾਜਾ। ਗੰਗ ਧਾਨ ਵਾਸਤੇ ਜਿਹਦੇ ਅੰਦਰ ਗੰਗਾ ਆ ਰਹੀ, ਉਹਦੇ ਵਾਸਤੇ ਕੀ ਹੈ ਤੂੰ? ਸ਼ਿਵ ਰੂਪ। शिव शक्ति आपो पाए के करता पे हुक्म बरताए। शक्ति शिव दी है, ओदे को तेरे को आई शिव, ओदे वास्ते की है तू? ओदे वास्ते शिव है। ਉਹ ਤੈਨੂੰ शिव कहूगा ਜਿਹਨੂੰ ਬਾਣੀ ਦਿੱਤੀ ਹੈ ਤਾਂ ਗੰਗਾ ਜੀ ਦੇ ਹਿਰਦੇ 'ਚ ਬਹਾਈ ਹੈ, ਉਹ ਤੈਨੂੰ शिव कहूगा। शिव शक्ति आपो पाए के करता पे हुक्म बरताए। ਉਹਦੇ ਵਾਸਤੇ ਤੂੰ शिव है। शिव ने शक्ति पैदा की है, तेरे अंदर जो शक्ति प्रगट हुई है शिव दी है, शिव ने पैदा की है, तू ਉਹਨੂੰ शिव कहेगा। ਉਹਦੇ ਵਾਸਤੇ ਤੂੰ शिव है। ਜਿਹੜਾ ਦਾਨ ਕਰ ਰਿਹਾ, ਗਿਆਨ ਦੇ ਰਿਹਾ, ਚਾਹੇ ਪੜ੍ਹ ਕੇ ਦੇ ਰਿਹਾ, ਅਜੋ ਹਿਰਦੇ 'ਚ ਨਹੀਂ ਪ੍ਰਗਟ ਹੋਈ, ਪੜ੍ਹ ਕੇ ਹੀ ਦੇ ਰਿਹਾ, ਸਮਝ ਕੇ ਹੀ, ਉਹ ਦਾਨਵਾਨ। ਅਭੇਸ ਕਹੀਅਤ ਹੈ। ਫਿਰ ਵੀ ਤੂੰ ਅਭੇਸ ਹੈ, ਫਿਰ ਵੀ ਸਰੀਰ ਤੇਰਾ ਨਹੀਂ, ਸਭ ਕੁਝ ਕਰਾਈ ਜਾਂਦੇ ਨੇ, ਸਾਰਿਆਂ ਤੇ ਸਭ ਕੁਝ ਕਰਾਉਂਦਾ ਹੋਇਆ ਵੀ ਦੇਹਧਾਰੀ ਨਹੀਂ ਹੈਗਾ। ਅਭੇਸ ਕਹੀਅਤ ਹੈ, ਸਾਰੇ ਕਹਿੰਦੇ ਨੇ ਅਭੇਸ ਹੈ ਤੂੰ। ਅਭੇਸ ਕਹੀਅਤ ਹੈ। ਅਭੇਸ ਕਹੀਅਤ ਹੈ, ਫਿਰ ਵੀ ਤੈਨੂੰ ਅਭੇਸ ਬੰਦੇ ਨੇ, ਸਾਰੇ ਅਭੇਸ ਕਹਿੰਦੇ ਨੇ। ਸਰੀਰ ਫਿਰ ਵੀ ਨਹੀਂ ਤੇਰਾ, ਸਾਰਾ ਕੁਝ ਆਪ ਕਰਦਾ ਹੈ, ਕਰਾਉਣਾ।
ਫਿਰ ਵੀ ਇਹ ਪੈਸੇ ਦੇਹ ਦੀ ਲੋੜ ਹੀ ਨਹੀਂ ਤੈਨੂੰ ਪਈ, ਸਰੀਰ ਦੀ ਲੋੜ ਹੀ ਨਹੀਂ ਪਈ। रंग में रंगीन राग रूप में प्रवीण। ਇਹ ਨਹੀਂ ਹੈ ਵੀ ਤੇਰਾ ਰੰਗ ਨਹੀਂ ਕੋਈ, ਰੰਗ ਵੀ ਹੈਗਾ। ਹਰ ਆਪੇ ਹੀ ਇੱਕ ਰੰਗ ਹੈ, ਆਪੇ ਉਹ ਰੰਗੀ ਰੰਗ ਮੈਂ ਰੰਗ ਦੇ ਵਿੱਚ ਤਾਂ ਤੂੰ ਲੋਕਾਂ ਨੂੰ ਰੰਗਣ ਵਾਲਾ ਹੈ। रंग में रंगीन ਰੰਗਣ ਵਾਲਾ ਹੈ, ਰੰਗੀਨ ਰੰਗਣ ਵਾਲਾ ਹੁੰਦਾ ਹੈ। राग रूप में प्रवीण। ਛੇ ਰੰਗਣਾ ਐਸਾ ਰੰਗ ਨਾ ਡੀਠ, ਰੰਗਣ ਵਾਲਾ ਜੇ ਰੰਗੇ ਸਾਹਿਬ। ਸਾਹਿਬ ਤਾਂ ਲਲਾਰੀ ਹੈ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਐਸਾ ਰੰਗੇ ਹੋਰ ਕੋਈ ਚੜਾ ਹੀ ਨਹੀਂ ਸਕਦਾ ਜੈਸਾ ਤੂੰ ਚੜਾ ਦੇਣਾ ਰੰਗ। ਰੰਗ ਦੇ ਵਿੱਚ ਵੀ ਪ੍ਰਵੀਨ ਹੈ, ਤੇਰੇ ਵਰਗਾ ਰੰਗ ਵੀ ਕੋਈ ਨਹੀਂ ਚਾੜ ਸਕਦਾ। ਔਰ ਰਾਗ ਦੇ ਵਿੱਚ ਵੀ ਪ੍ਰਵੀਨ ਹੈ। राग रूप में प्रवीण। ਰਾਗ ਦੇ ਰੂਪ, ਰਾਗ ਦੇ ਰੂਪ ਇਹਨੇ ਸਾਰੀਆਂ ਰਾਗਣੀਆਂ। ਇਹਦੇ ਵਿੱਚ ਰਾਗ ਦੇ ਰੂਪ ਇਹਨੇ ਕੋਈ ਗਲਤੀ ਨਾ ਦੱਸੇ ਕਿੱਥੇ ਹੈ। ਜਿੰਨੀ ਗੁਰਬਾਣੀ ਰਚੀ ਹੋਈ ਹੈ ਰਾਗਾਂ ਦੇ ਵਿੱਚ ਹੀ ਹੈ। ਰਾਗਾਂ ਰਾਗੜੀਆਂ ਚ ਰਾਗ ਦਾ ਰੂਪ ਰਾਗਣੀ ਹੁੰਦੀ ਹੈ। ਰਾਗ ਦੇ ਰੂਪਾਂ ਦੇ ਵਿੱਚ ਵੀ ਪ੍ਰਵੀਨ ਹੈ, ਸਾਰੀ ਸਮਝ ਹੈ। ਇਹ ਨਹੀਂ ਹੈ ਵੀ ਸਮਝ ਹੈ ਨਹੀਂ, ਕੋਈ ਗਲਤੀ ਦੱਸੇ ਕੋਈ ਕਿੱਥੇ। ਇਹ 'ਚ ਵੀ ਪ੍ਰਵੀਨ ਰੰਗਣ ਚਾਲ ਰਾਗ ਰੂਪ ਦੇ ਵਿੱਚ ਪ੍ਰਵੀਨ। और काहू पैना दीन। ਹੋਰ ਕਿਸੇ ਦੇ ਅੱਗੇ ਝੁਕਦਾ ਵੀ ਨਹੀਂ। ਉਹ ਨਹੀਂ ਕਹਿੰਦੇ ਅੱਗੇ ਤੈਨੂੰ ਮਤਲਬ ਹੈ। ਹੋਰ ਅੱਗੇ ਤੇ ਹੋਰ ਕਿਸੇ ਦਾ ਕੁਝ ਨਹੀਂ ਲੈਣਾ ਹੈਗਾ, ਤੈਨੂੰ ਕਿਸੇ ਦੀ ਲੋੜ ਨਹੀਂ ਹੈ। साध अधीन कहियत है। ਬਸ ਜੇ ਤੈਨੂੰ ਲੋੜ ਪੈਣੀ ਹੈ ਤਾਂ ਕਿਸੇ ਸਾਧ ਦੀ ਪੈਣੀ। साध अधीन कहियत है। ਕਿ ਉਹਨੂੰ ਉਹ ਲੋੜ ਤਾਂ ਪੈਣੀ ਹੈ ਨਾ, ਉਹ ਤੇ ਕੁਝ ਕਰਵਾਉਣਾ। ਕਬੀਰ ਤਾਂ ਹੀ ਕਹਿੰਦਾ ਵੀ ਜੇ ਤੂੰ ਚਾਹੁੰਦਾ ਮੈਂ ਤੇ ਕੋਈ ਕੰਮ ਲੈਣਾ, ਸਮਝਿਆ ਨਹੀਂ, ਤਾਂ ਫਿਰ ਮੈਂ ਨੂੰ ਸਮਰੱਥਾ ਦਿਓ। ਕੋਈ ਤਾਂ ਕੰਮ ਜੋ ਲੈਣਾ ਉਹਨੇ। ਸਾਧਨਾ ਤਾਂ ਉਹਦੀ ਤਾਂ ਗੱਲ ਮੰਨਣੀ ਪੈਂਦੀ ਹੈ। ਉਹਦੀ ਗੱਲ ਤਾਂ ਸੁਣ ਲੈਣਾ, ਉਹਦੀ ਤਾਂ ਮੰਨ ਲੈਣਾ। ਹੋਰ ਨਹੀਂ ਕਹਿੰਦੀ ਸੁਣਦਾ। ਹਾਂ, पाइए ना पार तेज पुंज में अपार। ਅਧੀਨ ਦਾ ਮਤਲਬ ਇਹ ਨਹੀਂ ਵੀ ਉਹ ਜਿਵੇਂ ਸਾਧ ਤਾਂ ਆਪ ਹੁਕਮ 'ਚ ਹੈ, ਉਹ ਤਾਂ ਆਦਤ ਹੈ ਹੁਕਮ ਦੇ ਵਿੱਚ ਚੱਲਣ ਦੀ। ਪਰ ਤੂੰ ਸਾਧ ਦੇ ਅਧੀਨ ਹੈ। ਜੇ ਸਾਧ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਸੱਚ ਹੋਵੇ, ਜਦੋਂ ਮੰਗਦਾ ਉਹ ਦਿੰਦਾ ਹੈ। ਬਸ ਇਹੋ ਜਿਹਾ ਹੀ ਹੈ ਅਧੀਨ, ਹੋਰ ਨਹੀਂ ਕੁਛ। ਜੋ ਲੋੜ ਪੈਂਦੀ ਹੈ ਉਹਨੂੰ, ਇਸ ਚੀਜ਼ ਦੀ ਲੋੜ ਹੈ, ਕਦੇ ਨਾ ਨਹੀਂ ਕੀਤੀ। ਤੇ ਇਹੋ ਜਿਹੀ ਗੱਲ ਹੈ। पाइए ना पार तेज पुंज में अपार। ਪਾਈਏ ਨਾ ਪਾਰ, ਪਾਰ ਨਹੀਂ ਪਾਇਆ ਜਾ ਸਕਦਾ। ਤੇਰਾ ਇੰਨਾ ਤੇਜ ਹੈ, ਇੰਨਾ ਗਿਆਨ ਹੈ, ਪ੍ਰਚੰਡ ਹੈ ਜੋਤ ਦਾ। तेज पुंज में अपार। ਅਪਾਰ ਤੇਜ ਹੈ, ਝਾਕ ਨਹੀਂ ਸਕਦਾ ਕੋਈ। ਹਾਂ, सर्व विद्या के उधार हैं। ਸਰਵ ਵਿਦਿਆ ਕੇ ਉਧਾਰ, ਸਾਰੀ ਵਿਦਿਆ ਦਾ ਖਜ਼ਾਨਾ ਤੂੰ। ਸਾਰੀ ਵਿਦਿਆ ਤੇਰੇ ਵਿੱਚ ਹੀ ਹੈ। ਜੋ ਰਚਨਾ ਰਚੀ ਹੈ ਤਾਂ ਇਹ ਵਿਦਿਆ ਹੀ ਹੈ। ਇਹਦੇ ਤਾਂ ਲੋਕ ਖੋਜ ਖੋਜ ਕੇ ਵਿਦਵਾਨ ਹੁੰਦੇ ਜਾਂਦੇ ਨੇ। ਹਾਂ, अपार कहियत है। ਇਸ ਕਰਕੇ ਤੈਨੂੰ ਅਪਾਰ ਕਹਿੰਦੇ ਨੇ। हाथ- हाथी की पुकार पल पाछे पहुंचत ताहे। चीटी की चिंगार पहले ही सुनियत है। ਆ ਦੇਖੋ ਉਹ ਗੱਲ ਦੱਸੀ ਹੈ ਜਿਹੜੀ ਕਹਿੰਦੇ ਨੇ ਸਾਧ ਦੇ ਅਧੀਨ। ਇਹ ਗੱਲ ਕਲੀਅਰ ਕੀਤੀ ਹੈ ਇਹਦੇ ਵਿੱਚ। ਕਿਉਂਕਿ ਸਾਧ ਚੀਟੀ ਆ ਨਾ, ਚੀਟੀ ਬਣ ਕੇ ਖਾਏ। ਉਧਰ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਕਤੇ ਲੜਦੇ ਨੇ ਲੜੇ ਕੋਈ, ਉਹਨਾਂ ਦੀ ਨਹੀਂ ਸੁਣਦਾ ਸਕਤਿਆਂ ਦੀ। हाथी की पुकार ਹਾਥੀ ਦੀ ਪੁਕਾਰ ਨਹੀਂ ਸੁਣਦਾ। पल पाछे पहुंचत है ताहे। ਉਹਦਾ ਅਹੰਕਾਰੀ ਨੇ, ਉਹਦਾ ਬਾਅਦ 'ਚ ਪਹੁੰਚਦੀ ਹੈ। ਚੀਟੀ ਦੀ ਪੁਕਾਰ ਪਹਿਲੇ ਸੁਣ ਲੈਣ। चीटी की चिंगार पहले ही सुनियत है। ਚੀਟੀ ਦੀ ਜਗਾੜ ਪਹਿਲੇ ਸੁਣ ਲੈਣ। ਚੀਟੀ ਕੌਣ ਹੈ? ਚੀਟੀ ਭਗਤ ਹੈ। ਕਹਿੰਦਾ ਹਰਾਇਆ ਖਾਣ ਰੇਤ में ਬਿਖਰੀ, ਹਾਥੀ ਚੁਣੀ ਨਾ ਜਾਏ। ਹੰਕਾਰੀ ਕਿਵੇਂ ਚੁਣ ਲੂਗਾ ਉਹਨੂੰ? ਹੰਕਾਰੀ ਨਹੀਂ ਚੁਣ ਸਕਦਾ।
ਕਹੋ ਕਬੀਰ ਗੁਰ ਭਲੀ ਬਜਾਈ ਚੀਟੀ ਬਣ ਕੇ ਖਾਏ। ਇਹ ਚੀਟੀ ਵਾਲੀ ਗੱਲ ਇੱਥੇ ਤਾਂ ਲਿਆਂਦੀ ਹੈ, ਉੱਥੋਂ ਚੱਕ ਕੇ ਲਿਆਂਦੀ ਹੈ। ਉਹ ਚੀਟੀ ਚੀਟੀ ਨੂੰ ਮਿਲ ਜਾਂਦੀ ਹੈ ਖੁਰਾਕ, ਚੀਟੀ ਦੀ ਖੁਰਾਕ ਥੋੜੀ ਹੁੰਦੀ ਹੈ। ਹਾਥੀ ਰੌਲਾ ਪਾਈ ਜਾਵੇ, ਸਮਾਧੀ ਲਾਈ ਜਾਵੇ, ਮਾਲਾ ਫੇਰੀ ਜਾਵੇ, ਉਹਨੂੰ ਨਹੀਂ ਦਿੰਦਾ ਕਹਿੰਦੇ ਨਾਮ ਤੂੰ, ਉਹਨੂੰ ਨਹੀਂ ਸੁਣਦਾ। ਉਹਦੀ ਚੀਟੀ ਦੀ ਪਹਿਲਾਂ ਹੀ ਸੁਣ ਲੈਂਦੇ ਜਿਉਂ ਮੰਗੇ। ਉਹਦੇ ਜੋਗਾ ਹੈਗਾ ਸਭ ਕੁਝ ਪਿਆ, ਉਹਨੇ ਰੇਤ ਤੇ ਕੀ ਲੈਣ, ਉਹਦਾ ਮੂੰਹ ਹੀ ਉੱਡਾ ਹੈ। ਬਰੀਕ ਚੀਜ਼ ਵਾਸਤੇ ਉਹਦਾ ਬਰੀਕ ਹੈ ਮੂੰਹ ਹੈ। केते इंद्र द्वार केते ब्रह्मा मुख चार। कहते इंद्र द्वार, कहते इंद्र ने तेरे द्वारे ते बैठे, तेरे द्वारे ते बैठे कितने इंद्र ने, सारा तेरा द्वारा ही है। केते ब्रह्मा मुख चार, कहते ब्रह्म ने ਜਿਹੜੇ 4 ਪ੍ਰਕਾਰ ਦਾ ਗਿਆਨ, 4 ਪ੍ਰਕਾਰ ਦੇ ਵੇਦਾਂ ਦਾ ਕਥਨ ਕਰਦੇ ਨੇ। ਮੁਖ ਚਾਰ ਦਾ ਉਹਨੇ 4 ਪ੍ਰਕਾਰ ਦਾ ਗਿਆਨ ਉਹਨਾਂ ਕੋਲ। केते कृष्ण अवतार केते राम कहियत हैं। किन्ने कृष्ण अवतार ने, किन्ने राम ने। राम कहियत है, कृष्ण अवतार है, राम कहियत है। केते कृष्ण अवतार केते राम कहियत हैं। राम अवतार नहीं आया, कृष्ण अवतार है। कृष्ण तो देहधारी होंगे, कृष्ण तो माना है ना, अजीब आत्मा है कृष्ण तो, काले का नाम है, काला तो शरीर में है, ये अवतार है। केते राम कहियत हैं। किते राम कहियत है, अंतर ਜਿਹੜੀ ਪ੍ਰਾਤਮਾ ਉਹ ਰਾਮ ਹੈ, ਉਹਨੂੰ ਰਾਮ ਕਹਿੰਦੇ ਨੇ, ਕਿਉਂਕਿ ਜਿੱਥੇ ਕ੍ਰਿਸ਼ਨ ਨੇ ਰਾਮ ਉੱਥੇ ਹੀ ਹੈ। ਜਿੱਥੇ ਕ੍ਰਿਸ਼ਨ ਹੈ ਨਾਲ ਰਾਮ ਹੈ, ਇਹ ਦੋਏ ਰਲ ਕੇ ਘੁੰਮਦੇ ਨੇ। ਕ੍ਰਿਸ਼ਨ ਵੀ ਅੱਧਾ, ਰਾਮ ਵੀ ਅੱਧਾ। ਉਹ ਤਾਂ ਅੱਧੇ ਦੀ ਪੂਜਾ ਹੀ ਕਰਦੇ ਨੇ, ਅੱਧੇ ਨੂੰ ਜਾਣਦੇ ਨੇ। ਸਾਬਤ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸਾਬਤ ਹੁੰਦਾ ਕੀ ਹੈ। ਇਸੇ ਕਰਕੇ ਉਹਨਾਂ ਨੂੰ ਮੂਰਤੀ ਦੀ ਲੋੜ ਪਈ। ਮੂਰਤੀ ਦੀ ਲੋੜ ਤਾਂ ਹੀ ਪਈ ਹੈ ਨਾ, ਉਹ ਵੀ ਅੱਧਾ, ਉਹ ਵੀ ਅੱਧਾ। केते शशि राशि केते सूरज प्रकाशी। राम भगत है ये गुरबाणी, राम भगती अणियाले तीर। राम भगती नहीं है, राम भगती अणियाले तीर। जे एक है इन्हों कह दे राम भगती, राम भगती है, इन्हों के ਇਹੋ ਜਿਹੇ ਜੋ ਕੀੜਿਆਂ ਦੇ ਭੌਣ ਤੇ ਪਾਣੀ ਪੈ ਜਾਂਦਾ ਗਰਮ, ਗਰਮ ਪਾਣੀ ਸਿਰ ਦੇ ਕੀੜਿਆਂ ਦੇ ਭੌਣ ਤੇ ਇਹਨਾਂ ਨੂੰ ਐਂ ਲੱਗਦੀ ਹੈ ਜੇ ਰਾਮ ਭਗਤ ਕਹਿੰਦੀ ਹੈ। ਇਹ ਕੀ ਕਹਿੰਦਾ, ਰਾਮ ਨਾਲ ਐਨਰਜੀ ਹੈ ਇਹਨਾਂ ਨੂੰ, ਇਹ ਹੈ ਰਾਮ ਭਗਤੀ। ਕ੍ਰਿਸ਼ਨ ਭਗਤੀ ਵੀ ਹੈ, ਰਾਮ ਭਗਤੀ ਹੈ, ਦੋਹਾਂ ਦੀ ਤਾਂ ਇੱਕ ਦੀ ਭਗਤੀ ਬਣਦੇ ਨੇ। ਇਹ ਆਤਮ ਚਿੰਤਨ ਆਪੇ ਜਪੋ, ਆਪਣਾ ਜਾਪ ਹੈ, ਕਿਸੇ ਦਾ ਜਾਪ ਨਹੀਂ ਹੈ। ਇੰਨਾ ਵੀ ਨਹੀਂ ਪਤਾ ਇਹਨਾਂ ਨੂੰ, ਇਹਨਾਂ ਨੂੰ ਤਾਂ ਵਾਹਿਗੁਰੂ ਦਾ ਜਾਪ ਲੱਗਦਾ ਹੈ, ਇਹਨਾਂ ਨੂੰ ਨਹੀਂ ਪਤਾ ਵਾਹਿਗੁਰੂ ਕੀ ਹੁੰਦਾ ਹੈ। ਤਾਂ ਵਾਹਿਗੁਰੂ ਦਾ ਜਾਪ ਸਮਝਦੇ ਨੇ, ਵਾਹਿਗੁਰੂ ਦਾ ਜਾਪ ਨਹੀਂ, ਆਤਮ ਚਿੰਤਨ। ਗੁਰਬਾਣੀ ਆਤਮ ਚਿੰਤਨ, ਆਪੇ ਜਪੋ, ਆਪਣਾ ਜਾਪ ਹੈ, ਆਪਣੇ ਆਪ ਨੂੰ ਸਮਝਣਾ, ਨਿਰਾਕਾਰ ਨੂੰ ਸਮਝਣਾ, ਆਪਣੇ ਆਪ ਨੂੰ ਸਮਝਣਾ, ਜਾਣਨਾ। ਕਹੋ ਨਾਨਕ ਬਿਨ ਆਪਾ ਚੀਨੇ, ਬਟੇਰਾ ਭਰਮ ਕੀ ਕਾਈ। ਇਹਨਾਂ ਨੂੰ ਕੀ ਪਤਾ, ਇਹ ਤਾਂ ਅਸਲ ਚ ਜਿਵੇਂ ਪੰਡਤ ਕਹਿੰਦਾ ਉਵੇਂ ਇਹ ਬੰਦੀ ਬੈਠੇ ਨੇ, ਲਫ਼ਜ਼ ਵਾਹਿਗੁਰੂ ਬਣਾ ਲਿਆ। ਹੋਰ ਵਾਹਿਗੁਰੂ ਦਾ ਅਰਥ ਦਾ ਹੀ ਨਹੀਂ ਪਤਾ, ਵਾਹਿਗੁਰੂ ਦਾ ਕੀ ਹੁੰਦਾ। ਵਾਹਿਗੁਰੂ ਦਾ ਅਰਥ ਉਸਤਤੀ ਹੁੰਦਾ, ਵਾਹਿ ਤਾਂ ਉਸਤਤੀ ਨੂੰ ਕਹਿੰਦੇ। ਵਾਹ ਵਾਹ ਵਾਲੀ ਨਿਰੰਕਾਰ ਹੈ, ਵਾਹ 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 ਦੀ ਇਹ ਉਹਦੀ ਵਡਿਆਈ ਹੈ, ਵਾਹ ਵਾਹ ਵਡਿਆਈ ਨੂੰ ਕਹਿੰਦੇ ਨੇ। ਗੁਰੂ ਪਰਮੇਸ਼ਰ ਦੀ ਵਡਿਆਈ ਹੈ, ਵਾਹ ਵਾਹ ਵਾਲੀ ਨਿਰੰਕਾਰ ਹੈ। ਜਿਹੜੀ ਵਾਹ ਵਾਹ ਵਾਲੀ ਹੈ ਸਿੱਧੀ ਤੇ ਨਿਰਾਕਾਰ ਹੈ, ਅੱਖਰਾਂ ਦੀ ਹੈ ਨਹੀਂ, ਅੱਖਰਾਂ ਦੇ ਪਰੇ ਹੋ। ਤਾਂ ਇਹ ਗੁਰਬਾਣੀ ਹੈ, ਅੱਖਰਾਂ ਦੇ ਵਿੱਚ ਬੋਲ ਕੇ ਦੱਸੀਏ ਗੁਰਬਾਣੀ ਹੈ, ਬਾਣੀ ਨਹੀਂ ਹੈ। ਬਾਣੀ ਤਾਂ ਹੋਰ ਚੀਜ਼ ਹੈ, ਬਾਣੀ ਤਾਂ ਬਿਨਾਂ ਕੰਨਾਂ ਦੇ ਸੁਣਨ ਵਾਲੀ ਹੈ। केते सस राशि केते सूरज प्रकाशी। कहते शशि राशि, शशि राशि ने ਜਿਹੜੇ ਚੰਦਰਵੰਸ਼ੀ ਕ੍ਰਿਸ਼ਨ ਵਾਲੇ ਚੰਦਰਵੰਸ਼ੀ ਨੇ ਸਾਰੇ। ਚੰਦਰਵੇਦੀ ਦੇਖੋ, ਚੰਦਰਮਾ ਕਿਉਂ ਕਿਹਾ ਕ੍ਰਿਸ਼ਨ ਨੂੰ, ਮੈਨੂੰ ਵੀ ਚੰਦਰਮਾ ਕਿਹਾ ਹੋਇਆ ਗੁਰਬਾਣੀ 'ਚ, ਕਿਉਂਕਿ ਚੰਦਰਵੇਦੀ ਆਪਣੀ ਜੋਤ ਨਹੀਂ ਹੁੰਦੀ, ਚੰਦਰਵੇਦੀ ਮੰਗਵੀ ਜੋਤ ਹੁੰਦੀ ਹੈ, ਸੂਰਜ ਤੋਂ ਹੁੰਦੀ ਹੈ। ਬੰਦੀ ਵੀ ਆਪਣੀ ਜੋਤ ਨਹੀਂ ਹੈ,
ਬਾਹਰਲੇ ਚੰਦਰਮੇ ਨੂੰ ਤਾਂ ਚੰਦਰਮਾ ਮੰਨਿਆ ਹੈ, ਉਹਦੀ ਆਪਣੀ ਦੀ ਲਾਈਟ ਹੈ, ਲਾਈਟ ਸੂਰਜ ਤੋਂ ਪੈਂਦੀ ਹੈ ਉਹਦੇ ਤੇ। ਜੇ ਵਿਚਾਲੇ ਜ਼ਮੀਨ ਆ ਜਾ ਚੰਦਰਮਾ ਕਾਲਾ ਹੋ ਜਾਂਦਾ। ਸੂਰਜ ਨਹੀਂ ਕਾਲਾ ਹੁੰਦਾ, ਸੂਰਜ ਦੇ ਵਿਚਾਲੇ ਜੇ ਚੰਦਰਮਾ ਹੁੰਦਾ, ਸੂਰਜ ਉਹਨਾਂ ਸਾਨੂੰ ਦੀਦਾ ਨਹੀਂ ਹੈ, ਉਹਨਾਂ ਦੀਦਾ ਨਹੀਂ ਹੈ। ਜਿਵੇਂ ਹੱਥ ਮੂਹਰੇ ਆ ਜਾਵੇ ਨਾ, ਉਹਨਾਂ ਦੀਦਾ ਨਹੀਂ ਹੈ, ਕਾਲਾ ਨਹੀਂ ਹੁੰਦਾ ਸੂਰਜ। ਚੰਦਰਮੇ ਦੀ ਲਾਈਟ ਹੀ ਨਹੀਂ ਪੈਂਦੀ, ਜਦ ਰੁਕ ਜਾਂਦੀ ਉਹ ਕਾਲਾ ਹੋ ਜਾਂਦਾ। ਉਹਦਾ ਅਸਲੀ ਜੋ ਰੂਪ ਉਹੀ ਦੀਦਾ ਫਿਰ ਸਾਨੂੰ। ਚੰਦਰਮੇ ਤੇ ਆਪਣੀ ਲਾਈਟ ਨਹੀਂ ਹੈ। ਸੂਰਜਵੰਸ਼ੀ ਨੇ ਕੋਈ ਜਿਹੜੇ ਰਾਮ ਹੈ ਸੂਰਜਵੰਸ਼ੀ ਹੈ, ਉਹਨੂੰ ਕਿਹਾ ਹੋਇਆ ਇਹ ਚੰਦਰਵੰਸ਼ੀ ਹੈ। ਇੱਥੋਂ ਪਤਾ ਲੱਗਣਾ ਗੱਲ ਕੀ ਹੈ। ਕੋਈ ਚੰਦਰਵੰਸ਼ੀ ਬੰਦੇ ਨੇ ਆਪਣੇ ਆਪ ਨੂੰ, ਕੋਈ ਸੂਰਜਵੰਸ਼ੀ ਬੰਦੇ ਨੇ। ਦੋ ਧੜਿਆਂ 'ਚ ਵੰਡੇ ਗਏ ਫਿਰ ਇਹ। ਕ੍ਰਿਸ਼ਨ ਨੂੰ ਮੰਨਣ ਵਾਲੇ ਚੰਦਰਵੰਸ਼ੀ ਬੰਦੇ ਨੇ ਆਪਣੇ ਆਪ ਨੂੰ, ਦੂਜੇ ਸੂਰਜਵੰਸ਼ੀ ਬੰਦੇ ਨੇ ਰਾਮ ਸੂਰਜਵੰਸ਼ੀ। ਦੋ ਕਿਸਮ ਦੇ ਇੱਥੇ ਰਾਜੇ ਵੀ ਹੋਏ ਨੇ, ਦੋ ਕਿਸਮ ਦੇ। ਇਹ ਵਿਸ਼ਨੂੰ ਦੇ ਦੋ ਹੋ ਗਏ ਗਾਂ ਜਾ ਕੇ ਅਵਤਾਰ। ਦੋ ਅਵਤਾਰ ਵਿਸ਼ਨੂੰ ਦੇ ਨੇ, ਰਾਮਚੰਦਰ ਵੀ ਦੂਆ ਵੀ, ਦੋਏ ਵਿਸ਼ਨੂੰ ਦੇ ਅਵਤਾਰ। ਤਾਂ ਹੀ ਕਹਿੰਦੇ ਦੋਏ ਇੱਕੋ ਨੇ, ਦੋਵਾਂ ਨੂੰ ਇੱਕੋ ਬੰਦੇ ਨੇ। ਜਿਹੜੇ ਹੋਰ ਸਿਆਣੇ ਨੇ ਆਡਾ ਨਹੀਂ ਹੋਣ, ਕਹਿੰਦੇ ਇੱਕੋ ਨੇ ਦੋਏ। ਇੱਕੋ ਕਿਵੇਂ ਨੇ ਫਿਰ? ਮਾਂ ਬਾਪ ਆਡਾ ਨੇ, ਸਭ ਕੁਛ ਆਡਾ ਜਿਵੇਂ ਇਹਨਾਂ ਨੇ ਕਰੇ ਹੋਏ ਨੇ। ਜਨਮ ਆਡਾ ਹੋਇਆ ਹੋਇਆ, ਇੱਕੋ ਕਿਵੇਂ ਨੇ? ਬਸ ਇੱਕੋ ਤਾਂ ਨੇ ਜੇ ਗੁਰਬਾਣੀ ਦੇ ਮੰਨੀਏ, ਗੁਰਬਾਣੀ ਦੇ ਹਿਸਾਬ ਨਾਲ ਮੰਨੀਏ ਫਿਰ ਇੱਕੋ ਨੇ। ਇਹਨਾਂ ਦੇ ਹਿਸਾਬ ਨਾਲ ਮੰਨੀਏ, ਇਹੀ ਸੋਧੇ ਸਿਮਰਤ ਸ਼ਾਸਤਰ ਸਗਲ ਹੈ। ਗੁਰਬਾਣੀ ਨੇ ਸੋਧ ਕੇ ਦੱਸਿਆ ਨੇ ਐ ਨੇ ਕ੍ਰਿਸ਼ਨ ਅਵਤਾਰ ਚੰਦਰਵੰਸ਼ੀ, ਐ ਨੇ ਸੂਰਜ। ਅੰਤਰਾਤਮਾ ਸੂਰਜਵੰਸ਼ੀ ਹੈ, ਜਿਹੜਾ ਮਨ ਹੈ ਉਹ ਚੰਦਰਵੰਸ਼ੀ ਹੈ। ਇਹ ਆਪਣੀ ਜੋਤ ਨਹੀਂ ਹੁੰਦੀ ਇਹਦੇ ਕੋਲ। ਤੇ ਇਹਦੇ ਚਾਨਣ ਸਭ ਮੈਂ ਚਾਨਣ ਹੋਏ। ਕਿਹਦੇ ਚਾਨਣ? ਸੂਰਜ ਦੇ ਚਾਨਣ ਸਭ ਮੈਂ ਚਾਨਣ ਹੋਏ। ਰਾਮ ਨੇ ਚਾਨਣ ਨਾ ਕਹੋ ਕਬੀਰ ਤੂੰ ਰਾਮ ਕੀ ਅੰਸ਼, ਰਾਮ ਕੀ ਅੰਸ਼ ਹੈ। ਰਾਮ ਸੂਰਜਵੰਸ਼ੀ ਹੈ। ਜੇ ਤਾਂ ਏਦਾਂ ਸਮਝਣਗੇ ਫਿਰ ਤਾਂ ਸਭ ਕੁਝ ਠੀਕ ਹੈ। ਪਰ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਕੀ ਹੈ। ਇਹਨਾਂ ਦਾ ਰਾਮ ਔਰ ਕ੍ਰਿਸ਼ਨ ਤਾਂ ਉਹੀ ਐਲਰਜੀ ਹੈ। ਇਹਦਾ ਗਾਹਾਂ ਫਿਰ ਜੇ ਇੱਕ ਵਾਰ ਇਹਨਾਂ ਨੂੰ ਰਾਮ ਦਾ ਨਾਮ ਸੁਣਿਆ, ਫਿਰ ਤਾਂ ਬੁੱਧੀ ਇਹਨਾਂ ਦੀ ਬੰਦ ਹੋ ਜਾਂਦੀ ਹੈ। ਸੁਣਦੀ ਹੋਈ ਨਹੀਂ ਕੁਝ, ਫਿਰ ਨਹੀਂ ਸੁਣਦੇ ਹੁਣ। ਇਹ ਸਮਝਣਾ ਕੀ ਹੈ ਜਾਂ ਸੁਣਨਾ ਹੀ ਨਹੀਂ? ਜਾਂ ਸੁਣਨਾ ਹੀ ਨਹੀਂ, ਸਮਝਣਾ ਸਵਾ ਇਹਨਾਂ ਨੇ। ਬੁੱਧੀਹੀਨ। ਕਿਤੇ ਸਸ ਰਾਸੀ, ਕਿਤੇ ਸੂਰਜ ਪ੍ਰਕਾਸ਼ੀ। ਸ਼ਸ਼ੀ ਰਾਸ਼ੀ ਹੈ ਚੰਦਰਵੰਸ਼ੀ, ਸੂਰਜ ਪ੍ਰਕਾਸ਼ੀ ਹੈ ਸੂਰਜਵੰਸ਼ੀ। ਸੂਰਜਵੰਸ਼ੀ ਵੀ ਹੋਏ ਨੇ ਰਾਜੇ, ਉਹਨਾਂ ਦੀ ਕਥਾ ਲਿਖੀ ਹੋਈ ਹੈ। ਜਿਹੜਾ ਰਾਮਚੰਦਰ ਦਾ ਬਾਬਾ ਹੈ, ਉਹਦੀ ਕਥਾ ਲਿਖੀ ਹੈ ਰਾਜੇ ਰੰਗ ਦੀ। ਰਾਮਚੰਦਰ ਜੋ ਗੁਣ ਨੇ ਜਿਹੜੇ ਉਹਦੇ ਵਿੱਚ ਨੇ, ਰਾਮਚੰਦਰ ਜੋ ਗੁਣ ਨਹੀਂ ਦੱਸਿਆ ਹੋਇਆ। ਜੋ ਰਾਜੇ ਰੰਗ ਦੇ ਗੁਣ ਦੱਸੇ ਨੇ, ਦਸ ਪਾਤਸ਼ਾਹ ਰਾਮਚੰਦਰ ਜੋ ਗੁਣ ਨਹੀਂ ਹੈਗੇ। ਗਿਆਨਵਾਨ ਸੀਗਾ ਰਾਮਚੰਦਰ। ਰਾਵਣ ਨੂੰ ਕਹਿ ਰਿਹਾ ਗਿਆਨਵਾਨ, ਫਿਰ ਤਾਂ ਰਾਵਣ ਨੂੰ ਕਹਿ ਰਿਹਾ ਗਿਆਨਵਾਨ। ਇਹ ਤੋਂ ਕੋ ਲੈ ਲਓ, ਉਹ ਨਹੀਂ ਗਿਆਨਵਾਨ ਹੈ। राग राजा को तो जो ऋषि आगे बैठ गए, जो जोगी आगे बैठ गए, उन्होंने क्या शिव रूप है। जो सन्यासी आगे बैठ गए, कहने दाते ही है, दाता का अवतार है, वो तो है जा सीगा। जे आगे ब्रह्मा बैठ गए, उन्हें ब्रह्म रूप कर जाना, ब्राह्मण ब्रह्म रूप कर जाना। जो ब्राह्मण आगे कहने, वो कहते ब्रह्मा ही है। एडा ज्ञानवान सी सारा, सारे ਉਹਦੇ ਥੱਲੇ ਸੀ ਗਿਆਨ ਦੇ ਵਿੱਚ। ਰਾਮਚੰਦਰ ਕੇ ਇਹ ਨਹੀਂ ਲਿਖਿਆ ਰਾਮਚੰਦਰ ਬਾਰੇ, ਇਹ ਸੂਰਜਵੰਸ਼ੀ ਨੇ। ਕਿਤੇ ਤਾਂ ਸੂਰਜਵੰਸ਼ੀ ਕਹਿੰਦੇ ਰਾਮਚੰਦਰ ਨੂੰ, ਕਹਿੰਦੇ ਬਜ਼ੁਰਗ ਸੂਰਜ ਜਿੰਨਾ ਗਿਆਨ ਸੀ ਉਹਨਾਂ ਕੋ, ਬਜ਼ੁਰਗਾਂ ਕੋ, ਇਹਦੇ ਕੋਲ ਨਹੀਂ ਸੀਗਾ ਰਾਮਚੰਦਰ ਕੋ। ਸੂਰਜਵੰਸ਼ੀ ਹੈ, ਵੰਸ਼ੀ ਹੈ ਨਾ ਸੂਰਜ ਦੇ, ਵੰਸ਼ ਸੂਰਜ ਦੇ ਵਿੱਚੋਂ ਹੈ, ਆਪ ਨਹੀਂ ਸੂਰਜ ਆਏਗਾ। ਕਿਤੇ ਮੁੰਡਿਆ ਉਦਾਸੀ, ਕਿਤੇ ਮੁੰਡਿਆ ਉਦਾਸੀ,
ਕਿਤੇ ਸਰਮੁੰਨੇ ਨੇ ਉਦਾਸੀ ਸੰਤ ਜੋਗ ਦਵਾਰ ਜੋਗੀ ਕਹੀਏ ਜਟਾਂ ਵਾਲੇ ਹੁੰਦੇ ਨੇ ਨਾ, ਇੱਕ ਮੁੰਡਿਆ ਹੁੰਦੇ ਨੇ, ਦੋ ਕਿਸਮ ਦੇ ਨੇ ਜੋਗੀ ਵੀ। ਉਹ ਉਦਾਸੀ ਕਹਿੰਦੇ ਨੇ ਆਪਣੇ ਆਪ ਨੂੰ, ਕਿਤੇ ਮੁੰਡਿਆ ਉਦਾਸੀ। ਉਦਾਸੀ ਹਾਂ। ਜੋਗ ਦਵਾਰ ਕਹੀਏ ਤਾਂ ਉਹ ਜੋਗ ਦਵਾਰ ਕਹਿੰਦੇ ਨੇ। ਜੋਗ ਦਾ ਜਿਹੜਾ ਹੈਗਾ, ਜੋਗ ਨਾਲ ਹੀ ਕਹਿੰਦੇ ਦਵਾਰ ਹੈ। ਜਿਹੜਾ ਜੋਗ ਹੈ ਇਹੀ ਦਵਾਰ ਹੈ ਉਹਦਾ, ਸੱਚਖੰਡ ਦਾ ਦਰਵਾਜ਼ਾ, ਮੁਕਤੀ ਦਾ ਮਾਰਗ ਜੋਗ ਹੈ। ਉਹ ਐ ਕਹਿੰਦੇ ਨੇ ਜੋਗ ਦਵਾਰ ਕਹੀਏ ਤਾਂ। ਉਹ ਕਹਿੰਦੇ ਅਸੀਂ, ਸਾਡੇ ਕੋਲੇ ਜੋਗ ਦਾ ਦਵਾਰ ਹੈ, ਸਾਤੋਂ ਬਿਨਾਂ ਤੁਸੀਂ ਅੰਦਰ ਨਹੀਂ ਵੜ ਸਕਦੇ। ਕਿਤੇ ਮਹਾਦੀਨ ਕਿਤੇ ਬਿਆਸ ਸੇ ਪ੍ਰਵੀਨ। ਕਿਤੇ ਮਹਾਦੀਨ ਨੇ, ਮਹਾਦੀਨ ਨੇ ਜਿਹੜੇ ਆਪਣੇ ਮੁਹੰਮਦ ਸਾਹਿਬ ਹੈ ਇਹਦੇ, ਮੁਹੰਮਦ ਆਪਣੇ ਮੁਸਲਮਾਨਾਂ ਦੇ, ਇਹਨਾਂ ਦੇ ਵੀ ਬਹੁਤ ਹੋਏ ਨੇ ਗਿਆਨਵਾਨ। ਇਹ ਉਹਨਾਂ ਨੂੰ ਕਹਿੰਦੇ ਨੇ ਨਬੀ, ਇਹਨਾਂ ਦੇ ਨਬੀ ਬਹੁਤ ਹੋਏ ਨੇ, ਉੱਚੇ ਗਿਆਨ ਵਾਲੇ ਸੀ ਉਹ ਵੀ। ਹਾਂ, ਕਿਤੇ ਬਿਆਸ ਸੇ ਪ੍ਰਵੀਨ। ਕਿਤੇ ਵੇਦ ਵਿਆਸ ਵਰਗੇ ਪ੍ਰਵੀਨ ਗਿਆਨ ਵਾਲੇ ਹੋਏ ਨੇ, ਜਿਹਨੂੰ ਵੇਦ ਦਾ ਗਿਆਨ ਸੀ। ਵਿਆਸ ਪ੍ਰਵੀਨ ਉਹਨੂੰ ਕਹਿੰਦੇ ਜਿਹਨੂੰ ਵੇਦ ਦਾ ਗਿਆਨ ਹੋਵੇ, ਜਿਹਨੂੰ ਵੇਦ ਦੀ ਸਮਝ ਹੋਵੇ। ਅਸੀਂ ਉਹਨੂੰ ਹੁਣ ਗੁਰਮੁਖ ਕਹਿੰਦੇ ਹਾਂ ਜਾਂ ਬ੍ਰਹਮ ਗਿਆਨੀ ਕਹਿੰਦੇ ਹਾਂ। ਉਹਦਾ ਵੇਦ ਵਿਆਸ ਕਹਿੰਦੇ ਸੀ, ਵਿਆਸ ਕਹਿੰਦੇ ਸੀ। ਕਿਤੇ ਕੁਮੇਰ ਕੁਲੀਨ ਕਿਤੇ ਜੱਚ ਕਹੀਏ ਤਾਂ। ਕਿਤੇ ਕੁਬੇਰ ਕੁਲੀਨ, ਕੁਬੇਰ ਜਿਹੜੇ ਨੇ ਨਾ ਇੱਧਰ ਦੇ ਖਜ਼ਾਨਚੀ ਰਾਜੇ ਦੇ, ਉਹ ਕੁਬੇਰ ਕਹਿੰਦੇ ਨੇ ਉਹਨਾਂ ਨੂੰ। ਇਹ ਜਿਹੜੇ ਜੱਜ ਗੰਧਰਵ, ਇਹ ਪੜ੍ਹੇ ਲਿਖੇ ਲੋਕ ਸੀ। ਇਹ ਕਵਿਤਾਵਾਂ ਰਚਦੇ ਸੀ, ਪੰਗਲ ਝਾੜਦੇ ਸੀ, ਗਾਉਂਦੇ ਵੀ ਸੀ, ਰਚਦੇ ਵੀ ਸੀ। ਇਹ ਪੜ੍ਹੇ ਲਿਖੇ ਸੀ ਸਾਰੇ। ਕੁਮੇਰ ਕੁਲੀਨ ਉਹਨਾਂ ਦੀ ਕੁਲ ਦੇ ਵਿੱਚੋਂ ਕਹੀਏ ਤਾਂ ਕਿਤੇ ਜੱਚ ਕਹੀਏ। ਉਹ ਵੀ ਭਗਤੀ ਕਰਦੇ ਨੇ, ਅਸਲ ਚ ਉਹ ਵੀ ਭਗਤ ਮੰਨਦੇ ਨੇ ਆਪਣੇ ਆਪ ਨੂੰ ਵੀ। ਇਹ ਭਗਤੀ ਹੈ ਸਾਡੀ। ਕਰਤ ਹੈ ਵਿਚਾਰ ਪਹਿਨਾ ਪੂਰਨ ਕੋ ਪਾਵੇਂ ਪਾਰ। ਵਿਚਾਰ ਸਾਰੇ ਕਰਦੇ ਰਹਿੰਦੇ ਨੇ, ਉਹਦੀ ਨਿਰਾਕਾਰ ਦੀ ਉਹ ਵਿਚਾਰ ਕਰਦੇ ਰਹਿੰਦੇ ਨੇ, ਪਰ ਉਹਦੀ ਪੂਰਨਤਾ ਇਹਦੀ ਪਾਰ ਨਹੀਂ ਪਾ ਸਕਦੇ। ਉਹਦੇ ਗਿਆਨ ਦੀ ਸਮਝ ਨਹੀਂ ਹੈ, ਵਸਤੂ ਕੀ ਹੈ, ਉਹ ਕਿੱਥੋਂ ਮਿਲੂ ਇਹ ਨਹੀਂ ਪਤਾ ਕਿਸੇ ਨੂੰ, ਰੰਗ ਰੂਪ ਉਹਦਾ ਕੀ ਹੈ ਇਹ ਨਹੀਂ ਪਤਾ ਕਿਸੇ ਨੂੰ। ਤਾਹੀ ਤੇ ਅਪਾਰ ਨਿਰਾਧਾਰ ਲਹਿਤ ਹੈ। ਤਾਂ ਹੀ ਤਾਂ ਕਹਿੰਦੇ ਨੇ ਅਪਾਰ ਹੈ, ਉਹ ਨਿਰਾਧਾਰ ਹੈ। ਉਹ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਨੂੰ ਉਹਦਾ ਆਧਾਰ ਹੈ, ਉਹ ਨਿਰਾਧਾਰ ਹੈ, ਉਹ ਕਿਸੇ ਦੇ ਆਸਰੇ ਨਹੀਂ ਹੈ। ਨਿਰਾਧਾਰ ਦੀ ਪ੍ਰਾਪਤੀ ਚਾਹੁੰਦੇ ਨੇ, ਜਿਹਦਾ ਆਧਾਰ ਕੀ ਹੈ, ਸਾਰੀ ਸ੍ਰਿਸ਼ਟੀ ਦਾ ਆਧਾਰ ਤਾਂ ਉਹ ਹੈ। ਧਰਤੀ ਕਾਹਦੇ ਆਧਾਰ ਤੇ ਖੜੀ ਹੈ? ਉਹਦੇ ਆਪਣੇ। ਫਿਰ ਧਮਾ ਗਗਨ ਰਹਾਇਆ ਕਿਹਦੀ ਸ਼ਕਤੀ ਨਾਲ ਖੜੀ ਹੈ? ਉਹਦੀ ਸ਼ਕਤੀ ਨਾਲ। ਪਾਣੀ ਦੇ ਉੱਤੇ ਪਹਾੜ ਤੈਰਦੇ ਨੇ, ਕਿਹਦੀ ਸ਼ਕਤੀ ਨਾਲ ਤੈਰਦੇ ਨੇ? ਉਹਦੀ ਸ਼ਕਤੀ ਨਾਲ ਤੈਰਦੇ। ਪਾਣੀ ਦੇ ਵਿੱਚ ਤਾਂ ਡੁੱਬ ਜਾਂਦੇ ਨੇ। ਕਹਿੰਦੇ ਨੇ ਧਰਤੀ ਪਾਣੀ ਝਿਲਦੀ ਹੈ, ਸਾਇੰਸ ਵੀ ਵਾਲੇ ਵੀ ਮੰਨਦੇ ਨੇ। ਅਸੀਂ ਖੇਡੋ ਉਹੀ ਜੜ ਨਿਰਾਧਾਰ ਲਹਿਤ ਹੈ। ਹਾਂ, ਆਪ ਨਿਰਾਧਾਰ ਹੈ, ਉਹਦੇ ਤੇ ਕਿਸੇ ਦਾ ਹੱਥ ਨਹੀਂ ਹੈ। ਉਹ ਕਿਸੇ ਤੇ ਪੈਰ ਨਹੀਂ ਰੱਖੇ ਹੋਏ ਉਹਦੇ, ਉਹਨੇ ਸਾਰਿਆਂ ਨੂੰ ਟਿਕਾਇਆ ਹੋਇਆ ਜਗ੍ਹਾ ਜਗ੍ਹਾ। ਉਹਦੀ ਸ਼ਕਤੀ ਨਾਲ ਸਾਰੇ ਖੜੇ ਨੇ, ਉਹਦੇ ਪਿੱਛੇ ਕਿਸੇ ਦੂਜੇ ਦੀ ਸ਼ਕਤੀ ਨਹੀਂ ਕੰਮ ਕਰਦੀ, ਉਹਦੀ ਆਪਣੀ ਸ਼ਕਤੀ ਹੋਈ ਹੈ। ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਏ। ਪੂਰਨ ਅਵਤਾਰ ਹੈ, ਪੂਰਨ ਅਵਤਾਰ ਹੈ ਨਿਰਾਧਾਰ। ਪੂਰਨ ਅਵਤਾਰ ਜਿਹੜਾ ਪੂਰਨ ਨਿਰਾਧਾਰ ਅਵਤਾਰ ਹੁੰਦਾ ਨਾ, ਉਹਦਾ ਪੂਰਨ ਅਵਤਾਰ ਹੁੰਦਾ, ਉਹ ਵੀ ਨਿਰਾਧਾਰ ਹੁੰਦਾ। ਉਹਨੂੰ ਮਾਇਆ ਦਾ ਆਧਾਰ ਦੀ ਲੋੜ ਨਹੀਂ ਹੁੰਦੀ, ਸ਼ਬਦ ਦਾ ਆਧਾਰ ਹੁੰਦਾ। ਪੂਰਨ ਅਵਤਾਰ ਨਿਰਾਧਾਰ ਹੈ, ਉਹ ਵੀ ਨਿਰਾਧਾਰ ਹੁੰਦਾ। ਜਿਹੜਾ ਪੂਰਨ ਅਵਤਾਰ ਹੁੰਦਾ ਨਾ ਉਹਦਾ, ਉਹ ਵੀ ਨਿਰਾਧਾਰ, ਉਹ ਮਾਇਆ ਦਾ ਆਧਾਰ ਨਹੀਂ ਹੁੰਦਾ ਉਹਦਾ। ਨਾ ਪਾਰਾਵਾਰ ਪਾਈਏ, ਉਹਦਾ ਹੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਹੋਰ ਤਾਂ ਕਿਹਦਾ ਪਾਉਣਾ। ਗੁਰਮੁਖ ਉਹਦਾ ਪੂਰਨ ਅਵਤਾਰ ਹੈ, ਉਹਦਾ ਹੀ ਨਹੀਂ ਪਾਰਾਵਾਰ ਪਾਇਆ ਜਾਂਦਾ ਇੱਥੇ ਦੁਨੀਆ ਤੋਂ। ਤਾਂ ਉਹ ਗਾਂ ਵਾਲੇ ਦਾ ਤਾਂ ਕਿਹਨੇ ਪਾਉਣਾ? ਉਹ ਨਿਰਾਧਾਰ ਹੈ। ਅਪਾਰ ਕਹਿ ਬਖਾਨੀਆਂ।
ਉਹ ਵੀ ਨਿਰਾਧਾਰ ਹੈ, ਜਿਹੜਾ ਹੁਕਮ ਦੇ ਵਿੱਚ ਸਮਾ ਗਿਆ ਉਹ ਵੀ ਨਿਰਾਧਾਰ ਹੈ। ਹਾਂ, ਪੈ ਅਪਾਰ ਕਹਿ ਬਖਾਨੀਆਂ। ਇਸ ਕਰਕੇ ਉਹਨੂੰ ਵੀ ਅਪਾਰ ਹੈ ਕਹਿਤਾ ਲੋਕਾਂ ਨੇ। ਜਿਹੜੇ ਗੁਰਮੁਖ ਹੋਏ ਨੇ ਨਾ ਉਹਨਾਂ ਨੂੰ ਵੀ ਕਹਿਤਾ ਅਪਾਰ ਹੈ। ਉਹਨਾਂ ਦੀ ਬੁੱਧੀ ਵੀ ਵਿਵੇਕ ਬੁੱਧੀ ਉਹਨਾਂ ਕੋਲ ਹੈ, ਉਹਦੀ ਪਰਮੇਸ਼ਰ ਦੀ ਬੁੱਧੀ ਹੈ। ਇਹ ਪਰਮੇਸ਼ਰ ਦੀ ਬੁੱਧੀ ਹੈ, ਇਹ ਜਗਦੀਸ਼ ਦੀ ਜੋਤ ਹੈ। ਕਬੀਰ ਨੇ ਕਿਹਾ ਸੀ ਕਹਿੰਦਾ ਮੋਤੀ ਮਾਰਗ ਭੀਤਰੇ ਅੱਧਾ ਰਿਕਸ਼ਾ ਜਾਏ। ਆ ਮੋਤੀ ਖੜਾਏ ਹੋਏ ਨੇ ਸਾਰੇ ਗੁਰਬਾਣੀ ਚ ਮਾਰਗ ਦੇ ਵਿੱਚ। ਪੜ੍ਹਨ ਵਾਲੇ ਅੰਨੇ ਨੇ, ਵਿਦਵਾਨ ਸਾਰੇ ਅੰਨੇ ਨੇ। ਬੁੱਧੀਹੀਨ ਅੰਨੇ ਨੂੰ ਕਹਿੰਦੇ ਨੇ, ਬੁੱਧੀਹੀਨ ਨੂੰ ਕਹਿੰਦੇ ਨੇ। ਅੱਖਾਂ ਤਾਂ ਹੈਗੀਆਂ ਨੇ, ਪੜ੍ਹਦੇ ਹੋਰ ਕਾਹਦੇ ਨਾਲ ਨੇ। ਅੰਧਾ ਰਿਕਸ਼ਾ ਜਾਏ ਜੋਤ ਬਿਨਾ ਜਗਦੀਸ਼ ਕੀ। ਜਗਦੀਸ਼ ਵਾਲੀ ਜੋਤ ਨਹੀਂ ਇਹਨਾਂ ਕੋਲ, ਇਹਨਾਂ ਦੀ ਆਪਣੀ ਜੋਤ ਹੈ। ਆਪਣੀ ਜੋਤ ਨਾਲ ਨਹੀਂ ਅਧੀਨ ਹੈ। ਇਹ ਜੋਤ ਬਦਲਣੀ ਚਾਹੀਦੀ ਸੀ ਇਹਨਾਂ ਨੂੰ, ਜੋਤ ਬਦਲਦੀ ਕਿਰਪਾ ਨਾਲ। ਜੋਤ ਤਾਂ ਕਿਰਪਾ ਨਾਲ ਬਦਲਦੀ ਨਾ। ਇਹ ਤਾਂ ਆਪਣੀ ਅਕਲ ਨਾਲੇ ਪੜ੍ਹਦੇ ਨੇ ਗੁਰਬਾਣੀ ਨੂੰ, ਆਪਣੀ ਅਕਲ ਨਾਲੇ ਸਮਝਦੇ ਨੇ। ਤੁਕਾਰੀ ਜੋ ਹੈ ਜੋਤ ਬਿਨਾ ਜਗਦੀਸ਼ ਕੀ ਜਗ ਤੋਂ ਲੰਘੇ ਜਾਏ। ਜੇ ਇਹ ਸ਼ਲੋਕ ਨੂੰ ਸਮਝ ਲੈਂਦੇ ਮੂਰਖ ਵਿਦਵਾਨ, ਸ਼ਾਇਦ ਇਹ ਗੁਰਬਾਣੀ ਤੇ ਸਭ ਇਹ ਦਾਅਵੇ ਕਰਨਾ ਹੀ ਛੱਡ ਦਿੰਦੇ, ਸਮਝਣ ਵਾਲੇ ਪਾਸੇ ਆ ਜਾਂਦੇ, ਪੁੱਛਣ ਲੱਗ ਜਾਂਦੇ ਵੀ ਗੱਲ ਕੀ ਹੈ ਇਹ ਲਿਖਿਆ ਹੈ। ਕਬੀਰ ਦੇ ਸ਼ਲੋਕ ਉਠਾ ਕੇ ਦਿਖਾ ਦੇਵੇ ਕੋਈ ਜਿਹੜਾ ਬਹੁਤਾ ਆਪਣੇ ਆਪ ਨੂੰ ਕਲਾਕਾਰ ਸਮਝਦਾ ਹੈ। ਸ਼ਲੋਕ ਉਠਾ ਦੇਵੇ ਕਬੀਰ ਵਾਲੇ, ਉਹ ਇਹਨਾਂ ਤੇ ਕੁੱਕੜ ਦੇ ਫਰਕ ਦਾ ਪਤਾ ਨਹੀਂ ਤੁਹਾਨੂੰ। ਗੱਲਾਂ ਕਿੜਕੜੀਆਂ ਕਰਦੇ ਹੋ, ਕਾਹਨੂੰ ਐਵੇਂ ਬਗਜੌਲੀ ਮਾਰਦੇ ਹੋ। ਕਿਹਨੇ ਤੁਹਾਨੂੰ ਘਾਸ ਘੇਰਨੀ ਹੈ? ਕਿਸੇ ਨੇ ਕਹਾ ਸਾਰਾ ਪੜਦਾ ਹੀ ਚੱਕ ਦੇਣਾ, ਜਾਂ ਪੜਦਾ ਹੀ ਚੱਕਿਆ ਜਾਣਾ। ਉਹਦਾ ਪੜਦੇ ਦੇ ਪਿੱਛੇ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਆਹ ਪਿਆ ਸਭ ਕੁਛ। ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਜਵਾਬ ਦੇਣੇ ਔਖੇ ਹੋ ਜਾਣਗੇ। ਅਗਲੇ ਜਵਾਬ ਮੰਗਣਗੇ, ਜਵਾਬ ਦੇਣੇ ਔਖੇ ਹੋ ਜਾਣਗੇ। ਜਰਾ ਬਚ ਕੇ ਬੋਲੋ ਥੋੜਾ ਜਿਹਾ, ਜਿੱਡਾ ਉਹ ਔਡੇ ਅੱਡ ਲੈਂਦੇ ਨੇ। ਵੀਰ ਕਹਿੰਦਾ ਔਰਨ ਕੋ ਉਪਦੇਸ਼ ਤੇ ਮੁਖ ਮੇ ਪੜਾ ਰੇਤ। ਉਹ ਵੀ ਐਵੇਂ ਕਰਦੇ ਸੀ ਜਿਹਨਾਂ ਨੂੰ ਕਬੀਰ ਕਹਿ ਰਿਹਾ। ਔਰਨ ਕੋ ਉਪਦੇਸ਼ ਤੇ ਮੁਖ ਮੇ ਪੜਾ ਰੇਤ, ਰਸ ਬਰਾਨੀ ਰੱਖਦੇ ਖਾਇਆ ਘਰ ਕਾ ਖੇਤ। ਆਪਣੇ ਪੱਲੇ ਕੱਖ ਵੀ ਨਹੀਂ ਹੈ, ਲੋਕਾਂ ਨੂੰ ਉਪਦੇਸ਼ ਕਰਦੇ ਹੋ। ਸਭ ਕੁਝ ਲਿਖਿਆ ਹੈ ਗੁਰਬਾਣੀ ਚ, ਪਰ ਤੁਸੀਂ ਕਦੇ ਪੜ੍ਹੀ ਹੈ? ਪੜ੍ਹਿਆ ਹੀ ਕੱਖ ਨਹੀਂ ਤੁਸੀਂ ਤਾਂ। ਜੇ ਪੜ੍ਹ ਲਵੇ ਗੁਰਬਾਣੀ ਆਪੇ ਚੁੱਪ ਕਰ ਜਾਂਦਾ। ਇਹ ਤਾਂ ਆਪੇ ਚੁੱਪ ਕਰਾ ਦਿੰਦੀ ਹੈ ਬਾਣੀ। ਪੜ੍ਹਦੇ ਪੜ੍ਹਦੇ ਨੂੰ ਚੁੱਪ ਕਰਾ ਦਿੰਦੀ ਹੈ ਵੀ ਬੋਲੀ ਦਾ ਨਹੀਂ ਹੁੰਦਾ ਜ਼ਿਆਦਾ। ਅਦਵੈ ਅਵਿਨਾਸ਼ੀ ਪਰਮ ਪੂਰਨ ਪ੍ਰਕਾਸ਼ੀ। ਅਦਵੈ ਅਵਿਨਾਸ਼ੀ ਪਰਮ ਪੂਰਨ ਪ੍ਰਕਾਸ਼ੀ। ਅਦਵੈ ਵੈਤ ਨਹੀਂ ਹੈ, ਆਪਣਾ ਪਰਾਇਆ ਨਹੀਂ ਹੈ, ਕੋਈ ਦੂਸਰਾ ਨਹੀਂ, ਸਾਰੇ ਆਪਣੇ ਨੇ। ਅਵਿਨਾਸ਼ੀ ਹੈ ਜਿਹੜਾ ਅਦਵੈ ਹੈ, ਉਹ ਅਵਿਨਾਸ਼ੀ ਵੀ ਹੈ। ਕੋਈ ਹੋ ਜਾਓ ਅਦਵੈਤ, ਅਵਿਨਾਸ਼ੀ ਹੋ ਜਾਊਗਾ। ਅਦਵੈ ਜੇ ਆਦਮੀ ਕੋਈ ਹੋ ਜਾਵੇ ਨਾ ਆਤਮਾ, ਉਹ ਵੀ ਅਵਿਨਾਸ਼ੀ ਹੈ। ਉਹ ਕਿਹਦਾ ਦੇਖੇ ਕੋਈ ਅਦਵੈ ਹੋਵੇ ਫਿਰ ਪਤਾ ਲੱਗੂ ਅਵਿਨਾਸ਼ੀ ਹੈ ਕਿ ਨਹੀਂ ਹੈ। ਅਦਵੈ ਹੋਣਾ ਹੀ ਨਹੀਂ, ਅਵਿਨਾਸ਼ੀ ਕਿਵੇਂ ਹੋ ਜੂ? ਅਦਵੈ ਅਵਿਨਾਸ਼ੀ ਹੈ, ਪਰਮ ਪੂਰਨ ਪ੍ਰਕਾਸ਼ੀ। ਅੰਦਰੋਂ ਦੂਜੀ ਕੱਢ ਦੇਵੇ, ਜੇ ਦੂਆ ਕਿਸੇ ਨੂੰ ਮੰਨੇ ਹੀ ਨਾ, ਉਹੀ ਹੈ ਜਿਹੜਾ ਪ੍ਰੇਮ ਕਿਉਂ ਤੇ ਨਹੀਂ ਪ੍ਰਪਾਇਓ। ਇਹ ਤਾਂ ਨੇੜੇ ਹੀ ਹੈ। ਔਖਾ ਕੁਛ ਵੀ ਨਹੀਂ, ਔਖਾ ਮੰਨਣਾ, ਔਖਾ ਕੁਛ ਵੀ ਨਹੀਂ। ਸਭ ਤੋਂ ਬਸ ਮੰਨਣਾ ਹੀ ਔਖਾ। ਖੜੇ ਤਾਂ ਸਹੀ ਕਿਤੇ, ਇਹ ਤਾਂ ਖੜਦਾ ਹੀ ਕਦੇ ਨਹੀਂ ਮਨ ਕਿਤੇ ਤਾਂ ਖੜੇ। ਹਾਂਜੀ, ਪਰਮ ਪੂਰਨ ਪ੍ਰਕਾਸ਼ੀ। ਪਰਮ ਪੂਰਨ ਪ੍ਰਕਾਸ਼ੀ। ਪ੍ਰਕਾਸ਼ ਫਿਰ ਕੀ ਹੋ ਜਾਂਦਾ? ਪਰਮ ਪ੍ਰਕਾਸ਼ ਹੋ ਜਾਂਦਾ, ਹੋ ਵੀ ਜਾਂਦਾ ਪੂਰਾ। ਪਰਮ ਪ੍ਰਕਾਸ਼ ਹੁੰਦਾ ਗਿਆਨ ਦਾ ਪ੍ਰਕਾਸ਼। ਗਿਆਨ ਦਾ ਪ੍ਰਕਾਸ਼ ਹੁੰਦਾ ਹਿਰਦੇ ਚ। ਅੰਤਰ ਹੋਏ ਗਿਆਨ ਪ੍ਰਕਾਸ਼, ਤੇ ਸਥਾਨ ਕਾ ਨਹੀਂ ਵਿਨਾਸ਼। ਹੋ ਗਿਆ ਨਾ, ਅਵਿਨਾਸ਼ੀ ਹੋ ਗਿਆ ਕਿ ਨਹੀਂ? ਅੰਤਰ ਹੋਏ ਗਿਆਨ ਪ੍ਰਕਾਸ਼, ਤੇ ਸਥਾਨ ਕਾ ਨਹੀਂ ਵਿਨਾਸ਼। ਵਿਨਾਸ਼ ਨਹੀਂ ਹੁੰਦਾ ਫਿਰ। ਸੁਖਮਨੀ ਸਾਹਿਬ ਚ ਪਈ ਹੈ ਭਗਤੀ, ਉਹੀ ਗੱਲ ਹੈ ਇੱਥੇ ਲਿਖੀ ਹੋਈ।
ਕਿਹੜੀ ਬੰਦੀ ਇਹਨੇ ਨਹੀਂ ਮਿਲਦੀ ਗੁਰਬਾਣੀ ਨਾਲ। ਅੰਨਿਆਂ ਨੂੰ ਕੀ ਪਤਾ ਉਹਨੂੰ, ਇਹਦਾ ਅੰਨੇ ਨੇ। ਜਗਦੀਸ਼ ਦੀ ਜੋਤ ਹੁੰਦੀ ਤਾਂ ਪਛਾਣ ਲੈਂਦੇ। ਉਹ ਕਿੱਥੋਂ ਲੈ ਕੇ ਆਉਣ ਹੈ ਜੋਤ ਬਿਨਾਂ ਜਗਦੀਸ਼ ਕੀ ਜਗ ਤੋਂ ਲੰਘੇ ਜਾਏ। महारूप हो के राशि है। महारूप हो के राशि, महारूप हो के राशि है, अनासी कह के मानी है। ਜਿਹੜਾ ਮਹਾਰੂਪ ਦਾ ਮਹਾਰੂਪ ਦੀ ਰਾਸ ਹੈ, ਮਹਾਰੂਪ ਦੀ ਮੂਰਤ ਹੈ, ਇਹ ਕਹਿ ਲਓ। महारूप हो के राशि है, ਰਾਸੀ ਮੂਰਤ ਉਦੋਂ ਵੱਡਾ ਕੋਈ ਰੂਪ ਹੀ ਨਹੀਂ। ਮਹਾਰੂਪ ਕੀ ਰਾਸੀ ਨੂੰ ਕੀ ਕਹਿੰਦੇ? अनासी कह के मानी है, अनासी कह के मानी है। ਅਨਾਸੀ ਕਹਿ ਕੇ ਮਾਨੀ ਹੈ। ਉਹਦਾ ਨਾਸ ਨਹੀਂ ਹੁੰਦਾ। ਉਹਨੂੰ ਅਨਾਸੀ ਕਹਿ ਕੇ ਮੰਨਣਾ ਚਾਹੀਦਾ ਹੈ। ਨਾਸਵੰਤ ਨਹੀਂ ਰਹਿੰਦਾ ਫਿਰ ਉਹ ਜੋਤ ਨਾਸਵੰਤ ਹੁੰਦੀ ਹੋਈ ਨਹੀਂ। ਜੋਤ ਨਹੀਂ ਨਾਸਵੰਤ ਹੈ। ਜੋਤ ਦਾ ਤਾਂ ਆਉਣਾ ਜਾਣਾ ਸਰੀਰਾਂ 'ਚ, ਜਿੰਨਾ ਚਿਰ ਇਹ ਸ਼ੁੱਧ ਨਹੀਂ ਹੁੰਦੀ, ਜਿੰਨਾ ਚਿਰ ਇਹਦਾ ਗਿਆਨ ਪੂਰਾ ਨਹੀਂ ਹੈ, ਜਿੰਨਾ ਚਿਰ ਇਹਦੇ ਅੰਦਰ ਮਾਇਆ ਦੀ ਭੁੱਖ ਹੈ, ਜਿੰਨਾ ਚਿਰ ਮੰਨਦਾ ਮੈਂ ਕੁਝ ਕਰਦਾ। ਇਹ ਕਾਰਨ ਇਹਦੇ ਜਨਮ ਲੈਣ ਦੇ, ਔਰ ਕਾਰਨ ਦਾ ਕੀ ਹੈ ਜਨਮ ਲੈਣ ਦਾ? जंतर हूं न जात जाकी, बाप हूं न मायता की। ਜੰਤਰ ਹੋ ਨਾ ਜਾਤ ਜਾਕੀ, ਬਾਪ ਹੋ ਨਾ ਮਾਏ ਤਾਕੀ। ਨਾ ਤਾਂ ਉਹਦਾ ਕੋਈ ਜੰਤਰ ਹੈ ਬਚ ਕਰਨ, ਜੰਤਰ ਮੰਤਰ ਕਰਦੇ ਨੇ। ਜੰਤਰ ਕਰਨਾ ਤਬੀਰ ਦੇਤਾ ਤੈਨੂੰ, ਐਸਾ ਕੋਈ ਤਬੀਰ ਨਹੀਂ ਹੈ ਜਿਹਦਾ ਤਾਂ ਹੁਕਮ ਤੁਹਾਡੇ ਤੇ ਲਾਗੂ ਨਾ ਹੋਵੇ। ਉਹਦਾ ਹੁਕਮ ਤੋਂ ਬਚੋ, ਹੁਕਮ ਤੋਂ ਨਹੀਂ ਬਚਿਆ ਜਾਣਾ ਕਾਲ ਤੋਂ। ਉਹਦਾ ਕੋਈ ਇਲਾਜ ਨਹੀਂ ਹੈ, ਕੋਈ ਜੰਤਰ ਨਹੀਂ ਹੈ। जंतर हूं न जात जाकी, ਨਾ ਉਹਦਾ ਕੋਈ ਸਰੀਰ ਹੈ, ਨਾ ਕੋਈ ਜੰਤਰ ਹੈ, बाप हूं न मायता की। ਨਾ ਉਹਦੀ ਮਾਂ ਬਾਪ ਹੈ ਕੋਈ। पूर्ण प्रवाह की सो छठा कह अनुमानी है। पूर्ण प्रवाह की जो छटा का अनुमानी है, ऐ कह लो बहुत तेज रोशनी की छट है। एक तेज रोशनी की बीम कह सकते हैं आप। बीम बीम कहते हैं रोशनी की जी आती है, लाइट जोत कट्ठी बज भी छटा जिवें धुप है, कली धुप्पे धुप सूरज नूं ना देखी, ऐ छटा ऐ कह लो। जिथे ਹਿਰਦੇ ਚਾਨਣ ਹੋ ਗਿਆ, ਜਿਹਦੇ ਹਿਰਦੇ ਚਾਨਣ ਹੁੰਦਾ ਬਸ ਉਹੀ ਚੀਜ਼ ਹੈ ਉਹ। ਐ ਜੇ ਹੁਣ ਜਿਹਨੂੰ ਦੱਸਣਾ ਨੂੰ ਤਾਂ ਇਹੀ ਕਹਾਂ ਵੀ ਐ ਅਨੁਮਾਨ ਕਰ ਲੈ ਵੀ ਧੁੱਪ ਹੈ ਭਾਈ, ਤੇਰੇ ਅੰਦਰ ਦਿਨ ਚੜਿਆ ਆ। ਜਦੋਂ ਅੰਦਰ ਦਿਨ ਚੜਿਆ ਉਹ ਆਪੇ ਪਤਾ ਲੱਗ ਜੂ। ਜਾਂ ਅੰਦਰੋਂ ਹਨੇਰਾ ਦੂਰ ਹੋ ਜੂ, ਆਪੇ ਪਤਾ ਲੱਗ ਜੂ ਵੀ ਕੀ ਹੈ। ਜਿਹੜੀ ਚੀਜ਼ ਦੀ ਸਮਝ ਆ ਜਾਂਦੀ ਹੈ ਉੱਥੇ ਦਿਨ ਚੜ ਜਾਂਦਾ ਨਾ, ਉਹ ਬਸ ਉਹ ਦਿਨ ਚੜਦਾ ਜਾਂਦਾ ਹੌਲੀ ਹੌਲੀ। तेज हूं ज्ञान का प्रकाश है वो। तेज हूं के तंत्र है कि, राजसी को जंत्र है कि। तेज हो को तंत्र है। तेज कहते ने जोत रोशनी। तेज हूं के तंत्र है कि, कोई रोशनी पैदा करने को मशीन है, इतनी रोशनी। राजसी को को रोशनी पैदा करने की मशीन है, या राजसी को जंत्र है कि। जंतर है कि। सारा राजसी का मतलब राजनीति नहीं होता। राजनीति होर गल है, राजसी होर गल है। राजसी है राज करने की समर्था, राज करने की शक्ति। राजसी होर गल है, राजनीति होर गल है। राजनीति लिखी जाता है। नीति का इत्थे की मतलब, उन्होंने नीति की की लोड़ है? देखो हुक्म बनाने की शक्ति है। राजसी को जंत्र है कि। हुक्म बनाने की कोई जंतर है, तेरे को मशीन है, सारे बनाई जाते। कोई बंदा नहीं है हुक्म तो बाहर चल सके। मोहनी को मंत्र है। वो आदमी जो ला लेते ने हुक्म बनता नहीं कोई, तेरा कोई मोड़ ही नहीं सकता हुक्म। समझे नहीं आती भी की गल है, क्यों नहीं मोड़ सकता हुक्म तेरा? मोहनी को मंत्र है, निजंतर क्या कह कोई के। मोड़ी मंत्र है तेरे को भी सारे मोया होया था, जिवें तू कहना वो भी बनी जाते ने सारे। या कोई तेरे को मंत्र ही आया शीशे से नहाती विच जो तू कहना सत्य सत्य कही जाते ने सारे। निजंतर कह के जानी है। तो
ਉਹਨੂੰ ਤਾਂ ਫਿਰ ਨਿਜੰਤਰੇ ਬਣਨਾ ਚਾਹੀਦਾ। ਜੰਤਰ ਮੰਤਰ ਤੰਤਰ ਤੋਂ ਪਰੇ ਹੈ। ਨਿਜੰਤਰ ਹੈ ਨਾ ਮੰਤਰ ਹੈ ਨਾ ਤੰਤਰ, ਫਿਰ ਨਿਜੰਤਰੇ। तेज हूं के तर है की, राजसी को सर है की। तेज हूं के तर है की, ਤੇਜ ਹੋ ਕੇ ਤਾਰ ਹੈ ਕੀ, ਤੂੰ ਤੇਜ ਦਾ ਕੋ ਪ੍ਰਕਾਸ਼ ਹੈ, ਤੇਜ ਦਾ ਕੋ ਪ੍ਰਵਾਹ ਹੈ, ਤੇਜ ਜੋਤ ਦਾ ਪ੍ਰਵਾਹ। ਤਾਰ ਹੈ ਕੀ, राजसी को सर है की, ਰਾਜਸੀ ਕੋ ਸਾਰ ਹੈ ਕੀ, ਰਾਜਸੀ ਫੇਰ ਆ ਗਿਆ। राजसी को सर है की। ਹਾਂ, ਰਾਜਸੀ ਜਿਹੜੀ ਹੈ, ਜਿੰਨੇ ਵੀ ਆਪਣਾ ਹੁਕਮ ਮਨਾਉਣ ਵਾਲੇ ਨੇ ਲੋਕ, ਹੋਰ ਸੰਸਾਰ ਤੇ ਹੈਗੇ ਨਾ ਬੜੇ ਬੜੇ ਰਾਜੇ, ਸਾਰਿਆਂ ਨੂੰ ਸਰ ਕਰਨ ਵਾਲਾ, ਸਾਰਿਆਂ ਤੇ ਹਕੂਮਤ ਕਰਨ ਵਾਲਾ। ਤੇਰੇ ਮੂਹਰੇ ਕੋਈ ਨਹੀਂ ਅੜਦਾ, ਕੋਈ ਕਿਸੇ ਦੇ ਮੂਹਰੇ ਅੜਦਾ ਰਹੇ, ਕਿਸੇ ਦੀ ਕੋਈ ਲੜਾਈ ਰਹੇ, ਤੇਰੇ ਨਹੀਂ ਅੱਗੇ ਕਿਸੇ ਦੀ ਚੱਲਦੀ ਹੈ। ਤੂੰ ਸਾਰਿਆਂ ਨੂੰ ਸਰ ਕਰੀ ਫਿਰਦਾ। ਰਾਜਸੀ ਕੋ ਸਰ ਹੈ। ਹਾਂ, ਤੇਰੇ ਹੁਕਮ ਦੀ ਪਾਲਣਾ ਸਭ ਨੂੰ ਕਰਨੀ ਪਊਗੀ। ਆਪਸ ਵਿੱਚ ਹੀ ਕੋਈ ਕਿਸੇ ਦੀ ਕਰੇ, ਕੋਈ ਨਾ ਕਰੇ, ਉਹਨਾਂ ਦੀ ਆਪਸ ਵਿੱਚ ਲੜਾਈ ਹੋਊਗੀ, ਹੋਵੇ। ਤੇਰੇ ਹੁਕਮ ਨੂੰ ਮੋੜਨਾ ਕਿਸੇ ਦੀ ਬਸ ਦੀ ਗੱਲ ਹੀ ਨਹੀਂ ਹੈ। ਉਹ ਜੋ ਹੋਣਾ ਹੋ ਹੀ ਜਾਣਾ, ਕੋਈ ਉਹਨੂੰ ਮੋੜ ਹੀ ਨਹੀਂ ਸਕਦਾ। ਹੁਕਮ ਦੇ ਮੋੜਨ ਦਾ ਕੋਈ ਸਾਧਨ ਹੀ ਨਹੀਂ ਹੈ ਕਿਤੇ ਵੀ। ਕੋਈ ਕੱਡਾ ਹੀ ਮੰਤਰ ਜੰਤਰ ਵਾਲਾ ਹੋਵੇ, ਕੱਡਾ ਹੀ ਆਪਣੇ ਆਪ ਨੂੰ ਕੋਈ ਬਲੀ ਕਹਾਉਂਦਾ ਹੋਵੇ, ਕੋਈ ਕਿੰਨਾ ਹੀ ਤਪਸਵੀ ਹੋਵੇ, ਕੁਛ ਵੀ ਹੋਵੇ, ਹੁਕਮ ਨੂੰ ਨਹੀਂ ਮੋੜ ਸਕਦਾ। ਉਹਦੇ ਤੇ ਪਾਣਾ ਵਰਤੂਗਾ, ਪਾਣੇ ਨੂੰ ਨਹੀਂ ਮੋੜ ਸਕਦਾ ਕੋਈ। शुद्धता को घर है की, सिद्धता की सार है। ਵਰਤਿਆ ਇਹ ਪਾਣ, ਹਿੱਸਾ ਤਾਂ ਨਹੀਂ ਵਰਤਿਆ, ਪਾਣਾ ਹੀ ਵਰਤਿਆ ਨਾ। ਹੁਣ ਚਾਹੇ ਉਹਨੂੰ ਰੱਬ ਮੰਨਦੇ ਨੇ, ਪਰ ਵਰਤਿਆ ਤਾਂ ਪਾਣਾ ਹੀ ਹੈ। ਬੰਦੇ ਹੀ ਨੇ ਜਿਹਨਾਂ ਨੇ ਫੜਿਆ ਉਹਨੂੰ, ਪਾਣਾ ਸਭ ਤੇ ਵਰਤੇ ਜਾਂਦੇ। ਤੇਰਾ ਪਾਣਾ ਨਹੀਂ ਮੁੜ ਸਕਦਾ, ਜੇ ਤੂੰ ਚਾਹਣਾ ਹੋ ਜਾਂਦਾ ਉਵੇਂ ਹੋ ਜਾਂਦਾ। ਕਿੱਡਾ ਹੀ ਕੋਈ ਆਦਮੀ ਹੋਵੇ, ਚਾਹੇ ਬਾਅਦ ਚ ਜਾਏ ਉਹਨੂੰ ਰੱਬ ਨਾਲ ਵੀ ਵੱਡਾ ਮੰਨਣ ਲੱਗ ਜਾਣ ਲੋਕ, ਤੇਰੇ ਮੂਹਰੇ ਕੁਛ ਨਹੀਂ, ਕੁਛ ਵੀ ਨਹੀਂ ਹੈ। ਕਿਸੇ ਦਾ ਵਾ ਚੱਲਦਾ ਹੀ ਕੋਈ ਨਹੀਂ ਹੈ। शुद्धता को घर है की, सिद्धता की सार है। ਸੁੱਧਦਾ ਉਹ ਘਰ ਹੈ, ਸੁੱਧਤਾ ਦਾ ਘਰ ਹੈ। ਜਿਹੜਾ ਤੇਰੇ ਕੋਲ ਆ ਗਿਆ ਉਹਨੂੰ ਸ਼ੁੱਧ ਕਰ ਦਿੰਦਾ ਹਿਰਦਾ, ਸਭ ਨੂੰ ਸ਼ੁੱਧ ਕਰ ਕਰ ਰੱਖੀ ਜਾਂਦਾ। ਮਲੀਨ ਨਹੀਂ ਕਰਦਾ ਕਿਸੇ ਦਾ ਹਿਰਦਾ। ਬਾਕੀ ਜਿਹਨੇ ਬੜੇ ਬੜੇ ਨੇ ਸ਼ੁੱਧ ਘੱਟ ਕਰਦੇ ਨੇ, ਮਲੀਨ ਜ਼ਿਆਦਾ ਕਰਦੇ ਨੇ। ਜਿਹੜੇ ਆਪਣੀ ਵਡਿਆਈ ਕਰਾਉਂਦੇ ਨੇ ਮਲੀਨ ਕਰਦੇ ਨੇ, ਜਿਹੜੇ ਖੁਦਾ ਦੇ ਸ਼ਰੀਕ ਬਣੇ ਨੇ ਮਲੀਨ ਕਰਦੇ ਨੇ ਹਿਰਦਾ। ਲੋਕਾਂ ਨੂੰ ਹੋਰ ਕੀ ਕਰਦੇ ਨੇ? ਜਿਨ੍ਹਾਂ ਨੇ ਆਪਣੇ ਆਪ ਨੂੰ ਬੜਾ ਮੰਨਿਆ, ਕਹਾਇਆ, ਉਹਨਾਂ ਨੇ ਹਿਰਦੇ ਮਲੀਨ ਕੀਤੇ ਨੇ, ਸ਼ੁੱਧ ਨਹੀਂ ਕੀਤੇ। ਹੁਣ ਲੋਕ ਆਪਣੇ ਨਾਲ ਜੋੜ ਲਏ ਤੇ ਤੋਂ ਬਾਕੀ ਕਰਾਤੇ, ਇਹ ਤੇਰੇ ਸ਼ਰੀਕ ਬਣ ਗਏ। ਤੇ ਉਹਦਾ ਸ਼ਰੀਕ ਬਣਾਉਣਾ ਜਿਹੜਾ ਮਲੀਨ ਕਰਨਾ ਲੋਕਾਂ ਦਾ ਹਿਰਦਾ। सिद्धता की सार है। ਸਿੱਧਤਾ ਕੀ ਸਾਰ ਹੈ? ਸੋਝੀ, ਸਿੱਧਤਾ ਕਹਿੰਦੇ ਸੋਝੀ। ਸਮਝ ਦੀ, ਸਮਝ ਵੀ ਅਨੇਕਾਂ ਪ੍ਰਕਾਰ ਦੀ ਹੈ ਨਾ। ਸਮਝ ਦਾ ਅਖੀਰਲੀ ਸਮਝ ਹੈ, ਤੂੰ ਅੰਤ ਵਾਲਾ ਸਾਰ ਰੂਪ ਸਮਝ ਹੈ। ਤੇ ਤੋਂ ਵਧੀਆ ਸਮਝ ਕਿਤੇ ਨਹੀਂ ਹੈ। ਬਸ ਸਭ ਘਟੀਆ ਸਮਝਾਣਾ ਤੇ ਥੱਲੇ ਥੱਲੇ। ਤੂੰ ਸਾਰ ਦਾ ਵੀ ਤੱਤ ਹੈ, ਸਾਰ ਹੈ ਨਾ, सिद्धता की सार है। ਹਾਂ। ਸਾਰ ਜਿਹੜੀ ਹੈ ਉਹਦਾ ਤੱਤ ਹੈ, ਜੋ ਸਮਝ ਆਇਆ ਉਹਦਾ ਵੀ ਤੱਤ ਹੈ। ਤੂੰ ਕੱਢਿਆ ਹੋਇਆ ਤੱਤ, ਤੱਤ ਕੱਢਿਆ ਹੋਇਆ ਸਾਰ ਦਾ। ਸਾਰ ਦਾ ਤੱਤ ਜਿਹੜਾ ਉਹਦੋਂ ਥੱਲੇ ਹੈ ਸਭ ਕੁਛ। ਇਹ ਚੀਜ਼ ਤਾਂ ਤੱਤ ਨਾਲ ਗਿਆ, ਬਾਕੀ ਸਭ ਥੱਲੇ ਰਹਿ ਗਏ। ਸਿੱਧਾ ਕੀ सार है तो ਸਾਰ। कामना की खान है की, ਕਾਮਨਾ ਕੀ ਖਾਨ ਹੈ ਕੀ? ਸਮਝ ਨਹੀਂ ਆਉਂਦੀ ਇਹਦੀ ਕਾਮਨਾ ਕਿੱਥੋਂ ਪੈਦਾ ਹੁੰਦੀ ਹੈ। ਜਿੰਨੀ ਕਾਮਨਾ ਤੇਰੇ ਚੋਂ ਪੈਦਾ ਹੁੰਦੀ ਹੈ, ਫਿਰ ਉਹ ਦੂਏ ਚ ਪਾ ਦਿੰਦਾ ਤੂੰ, ਉਹ ਵੀ ਕਾਮਨਾ ਕਰਨ ਲੱਗ ਜਾਂਦਾ। ਜਿਹੜੀ ਕਾਮਨਾ ਅਸੀਂ ਕਰਦੇ ਹਾਂ ਤੇਰੇ ਤੋਂ ਲੈਂਦੇ ਆ, ਹੈ ਤੇਰੀ। ਚਾਹੁੰਦਾ ਤੂੰ ਕਰਨਾ, ਕਰ ਦਿੰਦੇ ਅਸੀਂ। ਕਰਾਉਂਦਾ ਤੂੰ ਹੈ, ਕਾਮਨਾ ਆਦਮੀ ਕਰਦਾ ਕਰਨ ਨੂੰ।
ਕਿਸੇ ਦੇ ਮਨ ਚ ਹੋ ਗਿਆ ਜਾਂਦੇ ਜਾਂਦੇ ਨਿਆਣੇ ਦੇ ਕੀੜੇ ਨੂੰ ਮਾਰਦਾ ਮਰਾਉਣਾ ਦਾ ਤੈਂ ਕਾਬਲ ਉਹਦੇ ਚ ਪੈਦਾ ਕਰਤੀ, ਉਹਨੇ ਮਾਰਿਆ ਪੈਰ ਮਾਰਤਾ। ਉਹਨੇ ਕੀ ਖਾਣਾ ਹੈ? ਹਾਲਾਂਕਿ ਛੱਡ ਵੀ ਸਕਦਾ ਸੀ, ਕਦੇ ਉਹ ਕਹਿੰਦਾ ਨਾ ਇਹਨੂੰ ਮਾਰਨਾ ਨਹੀਂ ਹੈ, ਫਿਰ ਤੂੰ ਮਾਰ ਨਹੀਂ ਦਿੰਦਾ। ਕਾਮਨਾ ਪੈਦਾ ਕਰ ਦਿੰਦਾ ਤੂੰ। ਕਾਮਨਾ ਕਿੱਥੋਂ ਪੈਦਾ ਹੁੰਦੀ ਹੈ ਤੇਰੇ ਚ? ਖਾਣੇ ਕਾਮਨਾ ਹੁੰਦੀ, ਸਾਰੀਆਂ ਕਾਮਨਾਵਾਂ ਤੇਰੇ ਤੋਂ ਹੀ ਲੈਂਦੇ ਨੇ ਲੋਕ, ਤੂੰ ਸਾਰਿਆਂ ਨੂੰ ਦੇਈ ਜਾਂ। ਕਾਮਨਾ ਕੀ ਖਾਣ ਹੈ ਕੀ? ਖਾਣੇ ਕਾਮਨਾ ਦੀ, ਹੋਰ ਕੀ ਹੈ? ਸਾਧ ਇਹਦੇ ਚ ਕੋਈ ਕਾਮਨਾ ਨਹੀਂ ਹੈ। ਸਾਡੀਆਂ ਜਿਹੜੀਆਂ ਕਾਮਨਾਵਾਂ ਨੇ ਨਾ ਆਪਣੀਆਂ, ਉਹ ਤਾਂ ਕੰਮ ਨਹੀਂ ਕਰਦੀਆਂ, ਉਹਦਾ ਨਿਸਫਲ ਹੋ ਜਾਂਦੀ ਹੈ। ਤੇਰੇ ਵਾਲੀ ਕਾਮਨਾ ਦਿੱਤੀ ਹੋਈ ਕਾਮਯਾਬ ਹੁੰਦੀ ਹੈ, ਸਾਡੇ ਵਾਲੀ ਜਿਹੜੀ ਉਹ ਰੱਦੀ ਧੋਖੀ ਜਾਂਦੀ ਹੈ, ਉਹ ਨਹੀਂ ਕਾਮਯਾਬ ਹੁੰਦੀ। ਕਾਮਯਾਬ ਤੇਰੇ ਵਾਲੀ ਹੁੰਦੀ ਹੈ। ਸਾਡੀਆਂ ਤਾਂ ਕਾਮਨਾਵਾਂ ਝੂਠੀਆਂ ਨੇ, ਖੋਟੀਆਂ ਨੇ। ਜਿਹਦਾ ਜਿਹੜੀ ਕਾਮਨਾ ਤੇਰੀ, ਅਸਲ 'ਚ ਜਿਹੜੀ ਕਾਮਨਾ ਬਸਰੇ ਚੜ੍ਹਦੀ ਉਹ ਤੇਰੀ ਹੁੰਦੀ ਹੈ, ਸਾਡੀ ਹੁੰਦੀ ਹੋਈ ਨਹੀਂ। ਐਵੇਂ ਸਾਨੂੰ ਲੱਗਦਾ ਸਾਡੀ ਹੈ। ਜਿਹੜੀ ਸਿਰੇ ਜਿਹੜੀ ਉਹ ਸਾਡੀ ਹੈ, ਜਿਹੜੀ ਫੇਲ ਹੋ ਗਈ ਸਾਡੀ ਹੈ, ਜਿਹੜੀ ਸਿਰੇ ਚੜ੍ਹ ਗਈ ਉਹ ਤੇਰੀ ਹੈ। ਉਹ ਸੱਚੀ ਸੀ ਕਾਮਨਾ, ਸੱਚੀ ਕਾਮਨਾ ਸੱਚੇ ਤੋਂ ਆਈ ਹੈ, ਝੂਠੀ ਕਾਮਨਾ ਝੂਠੇ ਤੋਂ ਆਈ ਹੈ। ਮਨ ਝੂਠਾ, ਮਨ ਝੂਠਾ ਜਮ ਜੋ ਹੋਇਆ ਨਾ, ਸੱਚੀ ਕਾਮਨਾ ਤੇਰੇ ਘਰੋਂ ਆਈ ਹੈ, ਝੂਠੀ ਕਾਮਨਾ ਸਾਡੇ ਘਰੋਂ ਆਈ ਹੈ। कामना की खान है तू, साधना की शान है के साधना की शान है, विरक्तता की बाण है की? विरक्तता विरक्तता साधना की की शान है। साधना करते हैं लोग, मानू साधन है, साधन कादे वास्ते साधन, विरक्तता की बाण है की? साधन है मानव चिट्टा करने वास्ते, ठीक करने वास्ते। साण ते लग्या सीधा हो जाता है। शब्द साण रखाई लाए, बुद्धि ਨੂੰ ਸਾਣ ਤੇ ਨਹੀਂ ਲੱਗਦਾ। ਇਹ ਸਾਣ ਵੀ ਹੈ ਬੁੱਧੀ, ਇਹ ਤੇਰਾ ਜਿਹੜਾ ਹੈ ਨਾ, ਤੇਰਾ ਉਪਦੇਸ਼ ਸਾਣ ਹੈ। ਇਹ ਨਾਲ ਤਾਂ ਉਹਦਾ ਜੱਗ ਚੱਕ ਦਿੰਦਾ, ਰੂਪ ਨਖਾਰ ਦਿੰਦਾ, ਨਾਲੇ ਧਾਰ ਕੱਢ ਦਿੰਦਾ। ਸ਼ਬਦ ਸਾਣ ਰਖਾਈ ਲਾਏ, ਗੁਣ ਕੀ ਠੇਕੇ ਵਿੱਚ ਸਮਾਏ। ਇਹ ਤਾਂ ਸਾਣ ਦਾ ਵੀ ਕੰਮ ਕਰਦਾ। ਜੰਗਾਲੀ ਬੁੱਧੀ ਨੂੰ ਵੀ ਚੱਕ ਕੇ ਸਾਣ ਤੇ ਲਾ ਕੇ ਕੰਮ ਦੀ ਬਣਾ ਦਿੰਦੇ। ਜਿਹੜੀ ਸੱਟਣ ਵਾਲੀ ਹੁੰਦੀ ਆ ਵੀ ਉਹ ਕੂੜੇ ਦੀ ਟੋਕਰੀ, ਉੱਥੋਂ ਚੱਕ ਕੇ ਵੀ ਉਹਨੂੰ ਇਹੋ ਜਿਹੀ ਬਣਾ ਦੇਣਾ ਸਾਣ ਤੇ ਲਾ ਕੇ। ਸ਼ਕਲੇ ਬਦਲ ਜਾਂਦੀ ਹੈ, ਸਭ ਕੁਝ ਬਦਲ ਜਾਂਦਾ, ਉਹਦਾ ਪਛਾਣ ਨਹੀਂ ਹੁੰਦੀ ਵੀ ਉਹੀ ਹੈ। ਸਾਣ ਲਫ਼ਜ਼ ਹੈ, ਸ਼ਾਨ ਨਹੀਂ ਹੈ। ਸ਼ਬਦ ਦੀ ਸਾਣਾ ਹੈ, साधना की शान है। ਸਾਧਨਾ ਸਾਧਨਾ ਨਹੀਂ ਮਨ ਠੀਕ ਹੋਇਆ ਕਿਸੇ ਦਾ, ਸਾਣ ਤੇ ਠੀਕ ਹੁੰਦਾ। ਸਾਧਨਾ ਵਾਲਾ ਦਾ ਠੀਕ ਹੋਇਆ ਕਿਸੇ ਦਾ, ਬਸ ਮੇਰਾ ਇਹਨਾਂ ਵਾਲਾ ਹੋ ਗਿਆ। ਸ਼ਬਦ ਉਪਦੇਸ਼ ਨਾ ਹੋ ਗਿਆ ਠੀਕ। ਸ਼ਬਦ ਸੀ ਜਿਹੜਾ ਨਾ, ਸਾਜ ਸ਼ਬਦ ਮੈਨੂੰ ਮੁਕਤ ਨਾ ਕੋਈ, ਜੋਗੀ ਮੁਕਤੀ ਭਾਲਦੇ ਸੀ ਬਿਨਾਂ ਸ਼ਬਦ ਤੇ, ਸਾਧਨਾ ਕਰਦੇ ਸੀ। ਮਿਲੀ ਤਾਂ ਹੈ ਨਹੀਂ ਮੁਕਤੀ। ਮੁਕਤੀ ਕਾਹਦਾ ਮਿਲਣੀ ਸੀ? ਉਹਦੀ ਜੰਗ ਲੱਗੀ ਹੋਈ ਸੀ ਬਕਾਰਾਂ ਤੋਂ। ਬਕਾਰਾਂ ਦੀ ਮਾਰ ਜਿਹੜੀ ਸੀ ਜੰਗ ਲਾ ਕੇ ਸਾੜ ਨੇ ਪਰੇ ਵੱਢ ਕੇ ਪਰੇ ਮਾਰੀ। विरक्तता की बाण, ਵਿਰਕਤਤਾ, विरक्तता की बाण है की? ਵਿਰਕਤਤਾ ਦੀ ਤੈਨੂੰ ਆਦਤ ਹੈ। ਕਿਸੇ ਵੀ ਚੀਜ਼ ਨਾਲ ਤੇਰਾ ਮੋਹ ਹੈ ਪੈਦਾ ਹੀ ਨਹੀਂ, ਵਿਰਕਤੇ ਰਹਿਣਾ। ਇਹਦਾ ਤੇਰੀ ਆਦਤ ਹੈ ਸ਼ੁਰੂ ਤੋਂ ਹੀ। ਇਹਦਾ ਤੈਨੂੰ ਬਾਣ ਕਹਿੰਦੇ ਨੇ ਆਦਤ ਨੂੰ। ਵਿਰਕਤ ਰਹਿਣਾ ਤਾਂ ਤੇਰੀ ਬਾਣ ਹੈ, ਤਾਂ ਆਦਤ ਹੈ। ਇਹ ਤਾਂ ਕੋਈ ਗੱਲ ਹੀ ਨਹੀਂ। बुद्धि को उदार है, ਬੁੱਧ ਕੋ ਉਦਾਰ ਹੈ, ਬੁੱਧ ਦਾ ਬੜਾ ਉਦਾਰ ਹੈ। ਜਿੰਨੀ ਮਰਜ਼ੀ ਕੋ ਅਕਲ ਲੈ ਲਵੇ, ਘਾਟਾ ਨਹੀਂ। ਅਕਲ ਜੇ ਮੰਗੇ, ਅਕਲ ਕੋਈ ਮੰਗਦਾ ਹੀ ਨਹੀਂ, ਪਰ ਆਪਣੀ ਨਹੀਂ ਨਾ ਥੋੜੀ ਸਮਝਦਾ। ਅਕਲ ਤਾਂ ਜੇ ਦਵੇ ਤਾਂ ਨਹੀਂ ਕੋਈ ਲੈਂਦਾ। ਕਿਸੇ ਨੂੰ ਕੋਈ ਅਕਲ ਅਸੀਂ ਮੰਗਦਾ, ਅਕਲ ਹੀ ਲੈਂਦਾ ਕੋਈ ਯਾਰ। सुंदर स्वरूप है की? ਤੂੰ ਉਦਾਰ ਹੈ। ਜੇ ਕੋਈ ਗਿਆਨ ਲਵੇ ਤਾਂ ਅਕਲ ਲਵੇ ਤਾਂ ਤੇਈ ਚੱਲਦਾ। ਜਿੰਨੀ ਲਵੇ, ਜਿੰਨੀ ਮਰਜ਼ੀ ਲਵੇ ਅਕਲ, ਗਿਆਨ ਦੇ ਰਹੀ ਨਾ ਵਾਲੀ, ਜਿੰਨਾ ਕੋਈ ਲਵੇ। सुंदर स्वरूप है की? भूपन को भूप है की? सुंदर स्वरूप है कि भूपन को भूप है। तो सुंदर स्वरूप है लेकिन राजा ना राजा, समझे नहीं आ रही है कि रूप हो के रूप है, कुमत को प्रहार है। ਜਿਹੜੇ ਰੂਪਵੰਤ ਨੇ
ਬਹੁਤ ਜ਼ਿਆਦਾ ਰੂਪ ਵਾਲੇ, ਉਹਨਾਂ ਦਾ ਵੀ ਗਾਹ ਤੋਂ ਰੂਪ ਹੈ। रूप हूं को रूप है। ਹੋਰ ਰੂਪ ਦੇ ਰਹੇ ਹੋ। ਬਹੁਤ ਸੁੰਦਰ ਬੁੱਧ ਵਾਲੇ ਨੇ, ਉਹਨਾਂ ਦੀ ਬੁੱਧੀ ਨੂੰ ਹੋਰ ਕਰ ਰਹੇ ਹੋ। ਜਿਹੜੇ ਆਪਣਾ ਬੁੱਧੀ ਨੂੰ ਇਹ ਸਮਝਦਾ ਮੇਰੇ ਵਰਗੀ ਅਕਲ ਹੈ ਨਹੀਂ ਕਿਸੇ ਦੀ, ਉਹਨੂੰ ਵੀ ਸੁੰਦਰ ਬਣਾ ਰਹੇ ਹੈ, ਹੋਰ ਉਹਨੂੰ ਵੀ ਕਰ ਰਹੇ ਹੈ, ਕਵੀ ਉਹਦੀ ਵੀ ਦੂਰ ਕਰ ਰਹੇ ਹੈ। कुमत को प्रहार है। ਪ੍ਰਹਾਰ ਕੀਤੇ ਕੁਮਤ ਤੇ, ਕੁਮਤ ਤੇ ਪ੍ਰਹਾਰ ਕਰਦਾ। ਕੁਮਤ ਜਿਹੜੀ ਪੁੱਠੀ ਮੱਤ ਹੈ ਉਹਦੇ ਤੇ, ਫਿਰ ਉਹਦੇ ਤੇ ਸੱਟ ਮਾਰ ਕੇ ਵੀ ਠੀਕ ਕਰਦਾ। ਜਿਵੇਂ ਤਲਵਾਰ ਤੇ ਸੱਟ ਮਾਰ ਕੇ ਵੀ ਤਾਂ ਸਿੱਧੀ ਕਰਦੇ ਨੇ, ਜੇ ਕੋਈ ਬਿੰਗ ਬਲ ਪਿਆ ਹੋਵੇ ਉਹ ਸਿੱਧਾ ਵੀ ਤਾਂ ਕਰਨਾ ਪੈਂਦਾ। ਕੁਮਤ ਕੋ ਪ੍ਰਹਾਰ, ਕੁਮਤ ਕਰਨ ਤੇ ਲੋਕ ਹਟਾਓ ਕਹਿਣਾ। ਪੁੱਠੀਆਂ ਮੱਤਾਂ ਨੇ ਜਿਹੜੀਆਂ ਨਾ, ਮਨਮੱਤਾਂ, ਇਹਨਾਂ ਤੇ ਪ੍ਰਹਾਰ ਕਰਦਾ। ਕੁਮਤ ਮਨਮੱਤ ਨੂੰ ਕਹਿੰਦੇ ਨੇ। ਜਿਹੜੀ ਰੋਬਣ ਵਾਲੀ ਮੱਤ ਹੈ, ਮਾਇਆ ਵੱਲ ਨੂੰ ਜੋੜਦੀ ਹੈ ਨਾ, ਰਿੱਧੀਆਂ ਸਿੱਧੀਆਂ ਵੱਲ ਨੂੰ ਲੈ ਕੇ ਜਾਂਦੀ ਹੈ। ਕੰਮ ਚੰਗਾ ਹੋ ਜਵੇ ਸਾਰੀ ਪਦਾਰਥ ਮੰਗਦੀ ਹੈ ਮੱਤ, ਉਹ ਕੁਮਤ ਹੈ, ਉਹਦੇ ਤੇ ਪ੍ਰਹਾਰ ਕਰਦਾ। ਪਰ ਅਸੀਂ ਉਹਨੂੰ ਗੁਰਮਤ ਬਣਾ ਲਏ। ਅਸੀਂ ਕਹਿੰਦੇ ਹਾਂ ਵੀ ਗੁਰੂ ਘਰ 'ਚ ਇਹ ਚੀਜ਼ਾਂ ਮਿਲਦੀਆਂ ਨੇ, ਅਸੀਂ ਮੰਨ ਲਿਆ ਮਿਲਦੀਆਂ ਨੇ। ਗੁਰਬਾਣੀ ਕਹਿੰਦੇ ਉੱਥੇ ਪ੍ਰਹਾਰ ਹੈ। ਗੁਰੂ ਗਲਤ ਕਹਿੰਦਾ, ਅਸੀਂ ਗੁਰੂ ਛੱਡ ਕੇ ਅਸੀਂ ਗੁਰਮਤਿ ਛੱਡੀ ਬੈਠੇ ਹਾਂ। ਸਾਰਾ ਨੇ ਛੜਾਤੀ ਸੀ ਨਾ, ਜਿਹੜੇ ਸਾਲ ਰਹੇ ਗੁਰਦੁਆਰੇ 100 ਸਾਲ ਜੋ ਉਹ ਕਰ ਰਹੇ ਤੇ ਉਹੀ ਹੋ ਰਿਹਾ ਹੁਣ। ਗੋਲਕ ਤੇ ਕਬਜ਼ਾ ਕੀਤਾ ਸੀ, ਪ੍ਰਚਾਰ ਹੋਈ ਹੈ ਜਿਹੜਾ ਉਹ ਕਰਦੇ ਸੀ। ਪ੍ਰਚਾਰ ਉਹਨਾਂ ਨੇ ਬਦਲਤਾ ਸੀ ਨਾ, ਸਾਦਾ ਨੇ ਹਿੰਦੂਆਂ ਨੇ ਕਰਤਾ ਸੀ। ਪ੍ਰਚਾਰ ਤਾਂ ਉਹਨਾਂ ਵਾਲਾ ਹੀ ਚੱਲਦਾ ਹੈ, ਅਰਦਾਸਾਂ ਉਹਨਾਂ ਵਾਲੀਆਂ ਚੱਲਦੀਆਂ ਨੇ। ਫਿਰ ਗੋਲਕ ਤੇ ਕਬਜ਼ਾ ਇਹਨਾਂ ਦਾ ਹੋ ਗਿਆ। ਪ੍ਰਚਾਰ ਦੇ ਨਾਲ ਇਹਨਾਂ ਨੇ ਲੈਣਾ ਵੀ ਕੀ ਸੀ? ਗੋਲਕ ਦਾ ਹੀ ਰੌਲਾ ਸੀ। ਗੋਲਕ ਇਹਨਾਂ ਕੋ ਆ ਗਈ, ਉਹ ਪੈਸੇ ਨਾਲ ਸਿਆਸੀ, ਉਹ ਤੋਂ ਵਜ਼ੀਰੀਆਂ ਮਿਨਿਸਟਰੀਆਂ, ਬਸ ਰਾਹ ਇਹ ਸੀਗਾ ਉਹਨਾਂ ਦਾ। ਉਹਨਾਂ ਦਾ ਜਿਹੜੇ ਲੋਕਾਂ ਨੇ ਗੁਰਦੁਆਰੇ ਖੋਏ ਤੇ ਉਹਨਾਂ ਦਾ ਮਤਲਬ ਧਰਮ ਪ੍ਰਚਾਰ ਨਹੀਂ ਸੀ ਨਾ, ਧਾਰਮਿਕ ਲੋਕ ਹੀ ਨਹੀਂ ਸੀ ਉਹ ਤਾਂ ਸਿਆਸੀ ਆਦਮੀ ਦੇ ਧਾਰਮਿਕ ਲੋਕ ਕਾਹਨੂੰ ਸੀ। ਜਿਹੜੇ ਧਾਰਮਿਕ ਲੋਕ ਸੀ ਉਹ ਤਾਂ ਅੱਡ ਬੈਠੇ ਸੀ ਪਰਲੇ ਪਾਸੇ। ਉਹਨਾਂ ਨੇ ਤਾਂ ਉਹ ਕਹਿੰਦੇ ਅਸੀਂ ਤਾਂ ਮਾਇਆ ਲੈਣੀ ਹੋਣੀ, ਉਹ ਤਾਂ ਇਹਨੂੰ ਸਾਂਖੀਆ ਮੰਨਦੇ ਤੇ ਜਿਹੜੇ ਧਾਰਮਿਕ ਤੇ ਉਹਨਾਂ ਨੇ ਤਾਂ ਉਹਨਾਂ ਨੂੰ ਚਾਬੀ, ਉਹਨਾਂ ਨੂੰ ਸੰਭਾਲੇ ਤੇ ਗੁਰਦੁਆਰੇ ਅਕਾਲੀ ਫੂਲਾ ਸੀ ਉਹਨਾਂ ਨੇ। ਇਹ ਮਾਇਆ ਇਹਨਾਂ ਨੂੰ ਦੇ ਦਿਓ, ਉਦਾਸੀ ਨੂੰ, ਸਾਧਾ ਨੂੰ, ਸੇਵਾ ਸੰਭਾਲ ਇਹਨਾਂ ਦੀ, ਸੇਵਾ ਸੰਭਾਲ ਇਹਨਾਂ ਨੂੰ ਦੇ ਦਿਓ। ਇਹਨਾਂ ਨੇ ਕਿਹਾ ਵੀ ਇਹ ਪੈਸੇ ਖਾਂਦੇ ਨੇ ਵੀ ਅਸੀਂ ਲੈ ਲਈਏ, ਕਹਿੰਦੇ ਤੁਸੀਂ ਲੈ ਲਓ। ਪਹਿਲਾਂ ਹਟਾਇਆ ਵੀ ਰਹਿਣ ਦਿਓ ਤੁਸੀਂ। ਜਦ ਨਾ ਹਟੇ ਤਾਂ ਫਿਰ ਸਿੰਘ ਕਹਿਣ ਲੱਗ ਗਿਆ ਨੂੰ, ਬੜੇ ਖੁਸ਼ ਹੋਏ ਇਹ ਗੁਰਦੁਆਰੇ ਲੈ ਕੇ। ਬੜੇ ਸਿੰਘ ਸੀ ਨਾ ਦੂਏ, ਉਹ ਕਹਿੰਦੇ ਮਾਇਆ ਨਾਗਣੀ ਡੰਗ ਚਲਾਵੇਗੀ, ਦੁੱਖ ਖਾਲਸਾ ਸੀਸ ਤੇ ਠਾਵੇਗੇ। ਇਹ ਸਭੀਏ ਜੋੜੇ ਨੇ ਉਹਨਾਂ ਨੇ, ਇਹ ਗਾਉਂਦੇ ਹੁੰਦੇ ਸੀ। ਇਹਨਾਂ ਨੂੰ ਕਹਿੰਦੇ ਹੁੰਦੇ ਤੇ ਮਾਇਆ ਨਾਗਣੀ ਡੰਗ ਚਲਾਵੇਗੀ, ਤੁਹਾਡੇ ਤੇ ਡੰਗ ਚਲਾ ਦੇਣਾ, ਕਿਸੇ ਤੇ ਵੀ ਚਲਾ ਸਕਦੀ ਆ ਉਹ ਮਾਇਆ ਨਾਗਣੀ ਡੰਗ। ਆ ਪਟਿਆਲੇ ਜਿਹੜੇ 4 ਕਤਲ ਹੋਏ ਨੇ ਡੰਗੇ ਚੱਲਿਆ ਤੇ ਹੋਰ ਕੀ ਹੋਇਆ? ਮਾਇਆ ਨਾਗਣੀ ਜਿੱਥੇ ਡੰਗ ਚਲਾਊ ਤੇ ਕਤਲ ਤਾਂ ਹੋਣਗੇ। ਇਹਨਾਂ ਨੇ ਜੋ ਉੱਥੇ ਕੁਰੂਕਸ਼ੇਤਰ ਕਬਜ਼ਾ ਕੀਤਾ ਸੀ, ਉਹ ਕਾਹਦਾ ਕੀਤਾ ਸੀ? ਮਾਇਆ ਦਾ ਡੰਗ ਸੀਗਾ, ਹੋਰ ਕੀ ਹੈ? ਪਹਿਲਾਂ ਅਕਾਲ ਤਖਤ ਤੇ ਕਬਜ਼ਾ ਹੋਇਆ ਜਦ ਕੀ ਸੀ? ਮਾਇਆ, ਉਹ ਡੰਗੇ ਹੈ, ਮਾਇਆ ਦਾ ਡੰਗੇ ਹੈ, ਹੋਰ ਕੁਛ ਨਹੀਂ ਹੈ। ਜਿਹੜਾ ਇਹਨਾਂ ਦਾ ਰੌਲਾ ਜਾਬਾਂ ਦਾ ਭੇੜ ਹੈ, ਇਹ ਵਿਦਵਾਨਾਂ ਦਾ, ਕੋਈ ਗੁਰਮਤ ਦਾ ਰੌਲਾ ਇਹ ਨਾ ਇਹਦੇ ਪਿੱਛੇ ਤਾਂ ਗੋਲਕ ਦਾ ਹੀ ਹੈ। ਗੁਰਮਤ ਦੀ ਕੋਈ ਗੱਲ ਨਹੀਂ ਹੈ ਕਿਸੇ ਦੀ। ਗੁਰਮਤ ਦੀ ਕੋਈ ਖੋਜ ਕੀਤੀ ਹੈ ਕਿਸੇ ਨੇ ਅੱਜ ਤੱਕ? ਦੱਸੇ ਤਾਂ ਸਹੀ, ਮੈਂ ਆਹ ਖੋਜ ਕੀਤੀ ਹੈ। ਗੁਰਮਤ ਦੀ ਗੱਲ ਹੁੰਦੀ, ਕੋਈ ਖੋਜ ਦੀ ਗੱਲ ਦੱਸਦਾ। ਉਹ ਤਾਂ ਕੋਈ ਨਾ ਕੋਈ ਸਟੰਟ ਖੜਾ ਕਰਕੇ ਆ ਇਲੈਕਸ਼ਨ ਤੇ ਦੂਜੇ ਨੂੰ ਬਦਨਾਮ ਕਰਕੇ ਵੋਟਾਂ ਲੈਣੀਆਂ ਨੇ, ਗੋਲਕ ਤੇ ਕਬਜ਼ਾ ਕਰਨਾ, ਬਹਾਨਾ ਕੋਈ ਰੱਖਣਾ। ਲੜਾਈ ਦਾ ਬਹਾਨਾ ਤਾਂ ਕੋਈ ਵੀ ਹੋ ਜਾਂਦਾ ਹੁੰਦਾ। ਬਹਾਨਾ ਤੇ ਚਾਹੀਦਾ ਹੀ ਹੈ ਨਾ ਮਤਭੇਦ ਦਾ। दीनन को दाता है, गणीमन को गारक है। ਦੀਨਨ ਕੋ ਦਾਤਾ ਹੈ, ਜਿਹੜੇ ਦੀਨ ਨੇ ਨਾ ਤੇਰੇ ਮੂਹਰੇ, ਭੀਖ ਭਿਖਾਰੀ ਤੇਰੇ, ਤੂੰ ਵਿੱਚ ਪਤਾ ਹੈ ਦਾਤਾ, ਜਿਹੜੇ ਮੰਨਦੇ ਨੇ, ਜਿਹੜੇ ਤਾਂ ਆਪ ਦਾਤੇ ਨੇ। ਦੀਨਨ ਉਹ ਤਾਂ ਉਹਨਾਂ ਨੂੰ ਤਾਂ ਮਾਇਆ ਹੀ ਦਿੰਦਾ,
ਜਿਹੜੇ ਦਾਤੇ ਆਪਨੇ ਨਾ ਉਹਨੂੰ ਤਾਂ ਮਾਇਆ ਦਿੰਦਾ ਹੈ। ਉਹ ਤਾਂ ਨਾਗਣੀ ਦੇਤੀ ਵੀ ਕਿਤੇ ਨਾ ਕਿਤੇ ਡੰਗ ਆਪੇ ਮਾਰ ਦੂ। ਉਹਨਾਂ ਦਾ ਮਾਇਆ ਦੇ ਦਿੰਦਾ ਹੈ। ਮਾਇਆ ਦੇ ਉਹ ਭਗਦੇ ਵੀ ਮਾਇਆ ਹੀ ਨੇ। ਜਿਹੜੇ ਦੂਏ ਨੇ ਦੀਨ ਦੇ ਉਹਨਾਂ ਦੀ ਪ੍ਰਤਪਾਲ ਕਰਦਾ। ਦੀਨ ਕੀ ਪ੍ਰਤਪਾਲ ਕਰੇ ਨਿਤ, ਉਹ ਕੌਣ ਨੇ? ਉਹ ਭਗਤ ਨੇ। ਉਹ ਕਹਿੰਦਾ ਸਾਡੇ ਕੋਲ ਨਾਮ ਨਹੀਂ ਹੈ, ਨਾਮ ਤੋਂ ਬਿਨਾਂ ਸਭ ਦੀਨ। ਜਿਹਦੇ ਕੋਲ ਨਾਮ ਨਹੀਂ ਸਭ ਦੀਨ। ਅਸੀਂ ਕਹਿੰਦੇ ਜਿਹਦੇ ਕੋਲ ਪੈਸਾ ਨਹੀਂ ਉਹ ਦੀਨ। ਸੰਸਾਰੀ ਲੋਕ ਇਹ ਕਹਿੰਦੇ ਨੇ ਗਰੀਬ ਉਹ ਹੈ ਜਿਹਦੇ ਕੋਲ ਪੈਸਾ ਹੈ ਨਹੀਂ, ਪ੍ਰੋਪਰਟੀ ਹੈ ਨਹੀਂ, ਜਾਇਦਾਦ ਹੈ ਨਹੀਂ। ਉਹ ਕਹਿੰਦੇ ਜਿਹਦੇ ਕੋਲ ਨਾਮ ਤਾਂ ਹੈ ਨਹੀਂ ਉਹ ਗਰੀਬ ਹੈ। ਦੋਹਾਂ ਦੀ ਗੱਲੇ ਨਹੀਂ ਮਿਲਦੀ ਆਪਸ ਵਿੱਚ ਹੀ। ਕੀ ਵਿਦਵਾਨ ਇਹ ਗੱਲ ਮੰਨਦੇ ਨੇ ਵੀ ਜਿਹਦੇ ਕੋਲ ਨਾਮ ਨਹੀਂ ਉਹ ਗਰੀਬ ਹੈ ਦੀਨ? ਤਾਂ ਮੰਨਦੇ ਹੀ ਨਹੀਂ ਇਹ ਗੱਲ। ਉਹਨੇ ਡਿਕਸ਼ਨਰੀ 'ਚ ਗੱਲ ਲਿਖੀ ਹੋਈ ਨਹੀਂ ਹੋਈ। ਉਹ ਚਾਹੇ ਉੱਤੋਂ ਪੜ੍ਹ ਕੇ ਇੱਧਰੋਂ ਕਹਿ ਦਿੰਦੇ ਨੇ ਪਰ ਅੰਦਰੋਂ ਨਹੀਂ ਮੰਨਦੇ ਇਹ ਗੱਲ ਨੂੰ। ਜਦੋਂ ਅੰਦਰੋਂ ਮੰਨ ਲੈਣਗੇ ਉਦੋਂ ਮਾਇਆ ਦੀ ਦੌੜ ਛੱਡ ਕੇ ਇਹ ਖੋਜ 'ਚ ਲੱਗ ਜਾਣਗੇ ਬਾਣੀ ਦੀ 'ਚ। ਜਿਹੜਾ ਮੰਨ ਲਓ ਇਹਦੀ ਖੋਜ 'ਚ ਲੱਗ ਜੂਗਾ, ਨਾਮ ਦੀ ਖੋਜ 'ਚ ਲੱਗੂਗਾ। ਉਹ ਜਿਹੜਾ ਨਾਮ ਦੀ ਖੋਜ 'ਚ ਨਹੀਂ ਲੱਗਿਆ ਨਾ ਉਹਨੇ ਮੰਨਿਆ ਨਹੀਂ ਹੈਗਾ। ਮੰਨਿਆ ਨਹੀਂ ਹੋਇਆ, ਉਹਨੇ ਬਕਵਾਸ ਕਰਦਾ ਖਾਮ। ਮੂੰਹ ਦੇ ਵਿੱਚ ਆ ਉਹਦੇ ਕੁਛ, ਮੂੰਹ ਦੇ ਵਿੱਚ ਹੋਰ ਹੈ, ਮਨ ਦੇ ਵਿੱਚ ਹੋਰ ਹੈ। ਇਹ ਗੁਰਬਾਣੀ ਦਾ ਉਹਦੇ ਮੂੰਹ ਦੇ ਵਿੱਚ ਹੈ। ਜਿਹਨੂੰ ਮਨ ਹੋਰ ਮੁਖ ਹੋਰ ਤੇ ਕਾਢੇ ਕੱਚੀ। ਇਹ ਨੇ ਸਾਰੀ ਇਹ ਲੋਕ। ਜਿਹਨੇ ਮੰਨ ਲਈ ਇਹ ਗੱਲ ਉਹਦੀ ਚੇਂਜ ਆ ਜੂਗੀ। ਇਹ ਦੌੜ ਛੱਡ ਕੇ ਦੂਈ ਦੌੜ ਜਾਊਗਾ, ਆਪਣੇ ਨਾਮ ਦਾ ਕੋਟਾ ਪੂਰਾ ਕਰੂਗਾ। ਇਹ ਕੋਟਾ ਪੂਰਾ ਕਰੂ। ਉਹਨੇ ਇਹ ਤੇ ਕੀ ਲੈਣਾ ਦੂਈ ਮਾਇਆ ਤੇ? ਦੂਈ ਮਾਇਆ ਦੌੜ ਜਾਣ ਵਾਲੀ ਗੱਲ ਹੈ। ਉਹ ਕਿਹੜਾ ਉਹਦਾ ਘਾਟਾ ਕੋਈ ਨਹੀਂ ਰਹਿੰਦਾ। ਜਿਹੜਾ ਨਾਮ ਵੱਲ ਚੱਲਦਾ ਉਹ ਬਥੇਰੀ ਮਗਰ ਤੁਰੀ ਫਿਰਦੀ ਹੈ। ਤਿਆਗ ਦੇ ਹੀ ਚੱਲਦੀ ਆ ਭਾਈ। ਜਿਹੜਾ ਇਹਨੂੰ ਤਿਆਗ ਦਿੰਦਾ ਉਹ ਤਾਂ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਮਾਇਆ। ਇਹ ਤੁਰੇ ਫਿਰਦੇ ਨੇ ਮਾਇਆ ਦੇ ਪਿੱਛੇ ਪਿੱਛੇ। ਮਾਇਆ ਤੁਰੀ ਫਿਰਦੀ ਹੁੰਦੀ ਹੈ ਗੁਰੂ ਘਰ ਦੇ ਪਿੱਛੇ ਪਿੱਛੇ। ਗੁਰੂ ਦੇ ਜਿਹੜਾ ਗੁਰੂ ਦੇ ਮਾਰਗ ਤੇ ਜਾਊ ਉਹਦੇ ਪਿੱਛੇ ਪਿੱਛੇ ਰਹੂ ਮਾਇਆ। ਮਾਇਆ ਨੇ ਕਿੱਥੇ ਜਾਣਾ? ਇੱਥੇ ਰਹਿਣਾ ਸੰਸਾਰ 'ਚ। दीनन को दाता है, गनीमन को गार्क है। दीनन को दाता है, गरीबन को गार्क है। गरीबा ਨੂੰ ਕਿਵੇਂ ਗਾਰਕ ਕਰਦਾ? ਮਾਇਆ ਦੇ ਕੇ, ਕਰ ਦੇ ਕੇ। बुद्धिहीन कर देना गारक है। बुद्धिहीन करते हो। ਜਿਹੜਾ ਮਾਇਆ ਦੀ ਦੌੜ 'ਚ ਪੈ ਗਿਆ बुद्धिहीन हो गया। बुद्धिहीन हो गया गारक हो गया। अगला जन्म आदमी का भी नहीं मिलना। जे अगला जन्म आदमी का भी ना मिलिया गार्क है। इतो और बड़ा नुकसान की होगा? इतो बड़ा नुकसान की होगा? अगला जन्म आदमी का भी ना मिलिया तो इतो बड़ा नुकसान की होगा? साधन को रक्षक है, गुणनन को पहाड़ है। साधा का रक्षक है तू, गुणा का पहाड़ है। गुण किन्ने ने? जिहड़ा पहाड़ है। पहाड़ जिन्ने गुण ने तेरे जिन्ने पहाड़ है ना, पहाड़ ते कितना कुछ होता है। गुणों का पहाड़ है। सिद्ध को स्वरूप है कि, बुद्धि को विभूत है कि। सिद्ध को स्वरूप सोझी का स्वरूप है। सिद्धि का स्वरूप सोझी नूं कहते। सोझी हो सोझियां तेरी और कुछ है ही नहीं। बुद्ध को विभूत है। बुद्धि है ना, बुद्धि च जिहड़ी वस्तु काम आउंदी है ना चालन करने वास्ते, बुद्धि च रोशनी बुद्ध नूं रोशन करने वास्ते जिहड़ी वस्तु की लोड़ है वो वस्तु है। तू वो की है? वो ज्ञान है। बुद्ध वाला बुद्धि को विभूत है कि। विभूत वस्तु, वस्तु ज्ञान वस्तु है, नाम वस्तु है। नाम बुद्धि चालन करता है। विभूत है तू। कुरुत को अभूत है कि। कुरुत को अभूत है। कुरुत का नाश करने वाला। अपूत होता है, विभूत होता है वस्तु। अपूत होता है नाश कर देना, उन्होंने मिटाए देना, खत्म कर देना। क्रोध को अभूत है कि। क्रोध नूं अक्षय अविनाशी है। क्रोध किया गुस्सा। ज्ञान की खाते, अकल की खाती है गुस्सा। गुस्सा तो खा जाती है। गुस्सा और गम दो चीजा खा जाती है।
ਗਮ ਪੀ ਜਾਂਦੀ ਹੈ, ਗੁੱਸਾ ਖਾ ਜਾਂਦੀ ਹੈ। ਅਕਲ ਗਮ ਖਾਂਦੀ ਹੈ ਤੇ ਗੁੱਸਾ ਪੀਂਦੀ ਹੈ। ਗਿਆਨ ਗਮ ਖਾ ਜਾਂਦਾ ਹੈ, ਗੁੱਸਾ ਪੀ ਜਾਂਦਾ ਹੈ। ਇਸ ਕਰਕੇ ਕਰੋ ਤਾਂ ਕੋ ਭੂਤ ਹੈ कि अक्षय अविनाशी है। ਕਿ ਅਛਾਇਆ ਬਨਾਸੀ ਅਛਾਇਆ ਹੈ। ਕ੍ਰੋਧ ਨੂੰ ਖਾਈ ਵੀ ਜਾਣਾ, ਘਟਦਾ ਕੁਝ ਨਹੀਂ ਤੇਰਾ। ਜਿਵੇਂ ਅੱਗ ਤੇ ਪਾਣੀ ਪਾ ਦਈਏ ਨਾ, ਥੋੜਾ ਜਿਹਾ ਥੋੜੀ ਜਿਹੀ ਲੋਹ ਤਾਂ ਘਟੇ ਜਾਂਦੀ ਹੈ। ਨਾ ਜਿੰਨਾ ਮਰਜੀ ਕ੍ਰੋਧ ਸੁੱਟਦੇ ਤੇ ਉਹ ਘਟਦਾ ਨਹੀਂ ਹੈ। ਉਹ ਵੀ ਐਂ ਹੋ ਜਲਦਾ ਜਿਵੇਂ ਪੈਟਰੋਲ ਸੁੱਟਦਾ। ਕ੍ਰੋਧ ਵੀ ਐਂ ਜਲਦਾ, ਮਤਲਬ ਨਹੀਂ ਕਰਦਾ ਤੇਰੀ ਉਹਨੂੰ। ਪੈਟਰੋਲ ਉਹ ਜਲ ਜਾਂਦਾ, ਹੋਰ ਸਮਾਂ ਰੋਸ਼ਨੀ ਉਹ ਕਰਦਾ। ਬਸ ਅਛਾਇਆ ਬਨਾਸੀ ਹੈ। काम को कनिंदा है कि खूबी को दहिंदा है। ਕੰਮ ਕੋ ਕਰਦਾ ਹੈ, ਸਾਰੇ ਕੰਮ ਤੂੰ ਹੀ ਕਰਦਾ। ਜੇ ਤੂੰ ਹੀ ਕਰਦਾ, ਅਸੀਂ ਕਰਦੇ ਹੀ ਕੁਛ ਨਹੀਂ। ਅਸੀਂ ਤਾਂ ਗਲਤੀ ਹੈ ਸਾਡੀ। ਇਹ ਕਹਿਣਾ ਮੈਂ ਕੁਛ ਕਰਤਾ, ਜਬ ਲਗ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ में ਫਿਰਤਾ। ਅਸੀਂ ਤਾਂ ਗਲਤੀ ਨਾ ਕਹੀ ਯਾਰ, ਜਾਣੇ ਨਾ ਗਲਤ ਫਹਿਮੀ ਜਾਂ ਵੀ ਅਸੀਂ ਕੁਛ ਕਰਦੇ। ਅਸਲ ਤਾਂ ਤੂੰ ਕਰਦਾ ਜੋ ਕੁਛ ਕਰਦਾ। ਇਸ ਕਰਕੇ ਕਾਮ ਦਾ ਕੁਨੰਦਾ ਤੂੰ ਹੀ ਹੈ। ਕੁਨੰਦਾ ਕਰਨ ਵਾਲੇ ਨੂੰ ਕਹਿੰਦੇ ਨੇ। ਕੁਨੰਦਾ ਉਰਦੂ ਦਾ ਲਫ਼ਜ਼ ਹੈ। ਕੰਮ ਕਰਦਾ ਤਾਂ ਤੂੰ ਹੈ ਸਾਰਾ। ਉਹ ਗੱਲਾਂ ਲਾਗਾ ਸਾਥੇ ਕਰਵਾ ਲੈਣਾ। ਮਸ਼ੀਨਾਂ ਬਣਾਈਆਂ ਹੋਈਆਂ ਨੇ ਆਦਮੀ ਨੇ। ਦੇਖੋ ਕਿੰਨਾ ਕੰਮ ਕਰੀ ਜਾਂਦਾ। ਰੇਲ ਗੱਡੀਆਂ ਬਣਾਈਆਂ ਹੋਈਆਂ ਨੇ ਆਦਮੀ ਨੇ, ਕਿੰਨਾ ਕੰਮ ਲੈਂਦਾ। ਐ ਤਾਂ ਮਸ਼ੀਨਾਂ ਬਣਾਈਆਂ ਹੋਈਆਂ ਨੇ। ਬੰਦੇ ਤਾਂ ਮਸ਼ੀਨਾਂ ਨੇ ਕਰੀਆਂ ਚੱਲਦੀਆਂ ਤੇਰੇ ਹੁਕਮ 'ਚ ਨੇ। ਰੇਲ ਗੱਡੀ ਆਦਮੀ ਦੇ ਹੁਕਮ 'ਚ ਚੱਲਦੀ ਹੈ। ਜਾਂ ਮਰਜ਼ੀ ਬ੍ਰੇਕ ਲਾ ਦਿੰਦੇ ਨੇ, ਜਿੱਥੇ ਮਰਜ਼ੀ ਸਪੀਡ ਵਧਾ ਘਟਾ ਲੈਂਦੇ ਨੇ। ਤੇਰੇ ਹੱਥ 'ਚ ਹੈ ਚਾਬੀ ਸਾਰਿਆਂ ਦੀ। काम के कनिंदा खूबी को दहिंदा है। ਖੂਬੀ ਕੋ ਦਿੰਦਾ ਹੈ। ਦੇਣਤਾ ਕੀ ਹੈ? ਸਾਰਿਆਂ ਨੂੰ ਖੂਬੀਆਂ, ਗੁਣ, ਗੁਣਾਂ ਦੀ ਬਖਸ਼ਿਸ਼ ਕਰਦਾ। ਆਪ ਤਾਂ ਤੂੰ ਗੁਣ ਦਿੰਦਾ, ਅਸੀਂ ਔਗਣ ਮੰਗਦੇ ਹਾਂ। ਸਾਡੀ ਰਵਾਨ ਔਗਣਾਂ ਦੀ ਹੁੰਦੀ ਹੈ। ਤੂੰ ਔਗਣ ਦੇ ਕੇ ਰਾਜੀ ਨਹੀਂ। ਤੂੰ ਤਾਂ ਗੁਣ ਦਿੰਦਾ ਸਾਰਿਆਂ ਨੂੰ। खूबी को दहिंदा है। ਗੁਣ ਦੇ ਕੇ ਖੁਸ਼ ਹੈ। ਔਗਣ ਤਾਂ ਅਸੀਂ ਮੰਗਦੇ ਹਾਂ। ਮਾਇਆ ਮੰਗਦੇ ਹਾਂ, ਔਗਣੇ ਨੇ। ਹਾਂ, गनीम को गरिंदा है कि ਗਰੀਬ ਕੋ गरिंदा है कि तेज को प्रकाशी है। ਗਰੀਬ ਨੇ ਗਰੀਬਨ ਗਾ ਰਿਹਾ ਹੈ। ਜਿਹੜੇ ਦੁਸ਼ਟ ਲੋਕ ਨੇ, ਇਹਨਾਂ ਨੂੰ ਮਾਰਨ ਵਾਲਾ ਹੈ, ਨਸ਼ਟ ਕਰਨ ਵਾਲਾ ਹੈ। तेज को प्रकाशी है। ਤੇਜ ਕੋ ਪ੍ਰਕਾਸ਼ੀ ਹੈ। ਗਰੀਬ ਨੂੰ ਗਾਲਦਾ ਕਿਵੇਂ? ਉਹਨੂੰ ਤੇਜ ਦੇ ਕੇ। ਰੀਤ ਆਪੇ ਛੱਡ ਦਿੰਦਾ ਹੈ ਜਾਂ ਗਿਆਨ ਹੋ ਜਾਂਦਾ ਹੈ। ਤੇਜ ਦਾ ਪ੍ਰਕਾਸ਼ ਦੇ ਕੇ ਰੀਤ ਛੱਡ ਦਿੰਦਾ। ਉਹਦੀ ਰੀਤਾਂ ਦਾ ਨਾਸ਼ ਕਰ ਦਿੰਦਾ ਗਿਆਨ ਦੇ ਕੇ। काल हूं के काल है कि शत्रन को साल है। ਕਾਲ ਹੂੰ ਕੋ ਕਾਲ ਹੈ ਕੀ? ਜਿਹੜਾ ਕਾਲ ਹੈ ਕਾਲ ਨਾ, ਹੈ। ਤੂੰ ਤਾਂ ਉਹਦਾ ਵੀ ਕਾਲ ਹੈ। ਕਲਪਨਾ ਕਾਲ ਹੈ ਨਾ ਸਾਡਾ। ਕਲਪਨਾ ਦਾ ਤੂੰ ਕਾਲ ਹੈ ਜਾਂ ਨਾਮ ਉਹਦਾ ਗਿਆਨ ਕਾ ਬੰਦਾ। मान रहे ਬਸ ਤੂੰ ਇਹਦਾ ਗਿਆਨ ਦਿੰਦਾ, ਕਲਪਨਾ ਦਾ ਹੀ ਕਾਲ ਹੋ ਜਾਂਦਾ। ਕਲਪਨਾ ਦਾ ਕਾਲ ਹੋ ਗਿਆ, ਇਹ ਅਵਨਾਸ਼ੀ ਹੋ ਗਿਆ। ਕਲਪਨਾ ਦਾ ਕਾਲ ਜਿੱਦਣ ਹੋ ਗਿਆ ਨਾ, ਇਹ ਅਵਨਾਸ਼ੀ ਹੋ ਗਿਆ ਜੀਵ ਉਹਦੇ। ਕਾਲ ਹੋਊਗਾ, ਕਾਲ ਦਾ ਮਤਲਬ ਇਹ ਹੈ, ਕਲਪਨਾ ਕਾਲ ਹੈ ਸਾਡਾ। ਜਿਹੜੀ ਅਸੀਂ ਕਲਪਨਾ ਕਰਦੇ ਹਾਂ ਇਹੀ ਕਾਲ ਹੈ। ਕਾਲ ਕਲਪਨਾ ਕਦੇ ਨਾ ਖਾਏ, ਕਹਿੰਦੇ ਨਾ ਕਬੀਰ। ਕਾਲ ਕਲਪਨਾ ਨਹੀਂ ਖਾ ਸਕਦੀ। शत्रन को साल है। ਆਦਿ ਪੁਰਖ ਮੇ ਰਹੇ ਸਮਾਏ। ਜੇ ਆਦਿ ਪੁਰਖ ਦੇ ਵਿੱਚ ਸਮਾ ਜਾਈਏ, ਕਾਲ ਕਲਪਨਾ ਨਹੀਂ ਖਾ ਸਕਦੀ। ਜੇ ਕੋਈ ਸ਼ਬਦ ਦੇ ਵਿੱਚ ਸਮਾ ਜਾਵੇ, ਆਦਿ ਪੁਰਖ ਸ਼ਬਦ ਹੈ, ਕਾਲ ਕਲਪਨਾ ਨਹੀਂ ਖਾ ਸਕਦੀ। ਕਲਪਨਾ ਉੱਠਦੀ ਹੋਈ ਨਹੀਂ ਉੱਥੇ। शत्रन को साल है। ਸਤਰਾਂ ਦੇ ਬਹੁਤ ਹੈ, ਸ਼ਤਰੂਆਂ ਦੀ ਬਹੁਤ ਹੈ। ਤੂੰ मित्रन को पोखता है कि वृद्धता को वासी है। ਜਿਹੜੇ ਮਿੱਤਰ ਨੇ ਉਹਨਾਂ ਦੀ ਪਾਲਣਾ ਕਰਦਾ ਤੇ ਵਿਰੁੱਧਤਾ ਕੋ ਪਾਸੀ। ਜਿੱਥੇ ਅਕਲ ਦੀ ਵਿਰੁੱਧੀ ਹੁੰਦੀ ਉਹਦੇ ਵਿੱਚ ਤੇਰਾ ਨਿਵਾਸ ਹੁੰਦਾ। वृद्धता को वासी है। ਜਿੱਥੇ ਵੀ ਵਿਰੁੱਧਤਾ ਹੁੰਦੀ ਹੈ, ਕਿਤੇ ਪੇੜ ਵੱਧਦਾ ਚਾਹੇ ਪੌਦਾ ਵੱਧਦਾ ਚਾਹੇ ਸਰੀਰ ਵੱਧਦਾ, ਉੱਥੇ ਤੇਰਾ ਨਿਵਾਸ ਹੁੰਦਾ। ਤੇ ਬਿਨਾਂ ਚੀਜ਼ ਵੱਧਦੀ ਨਹੀਂ ਕੋਈ ਵੀ। ਤੇਰੀ ਗੈਰ ਹਾਜ਼ਰੀ ਨਹੀਂ ਘਟਦਾ, ਆਵੇ ਜਾਂਦੀ ਹੈ। ਪਾਣੀ ਚੱਕ ਕੇ ਤੂੰ ਲਿਜਾਣਾ ਉੱਤੇ ਨੂੰ, ਥੱਲੇ ਨੂੰ ਹਵਿਆ ਜਾਂਦਾ। ਜਿਹੜੇ ਸਿਰੇ ਦੇ ਪੱਤੇ ਬੈਠੇ ਨੇ ਨਾ ਉੱਤੇ, ਜੜਾਂ ਪਾਣੀ ਖਿੱਚ ਕੇ ਤੇਰੀ ਸ਼ਕਤੀ ਨਾਲ ਉੱਤੇ ਜਾਂਦਾ।
ਪਾਣੀ ਉੱਤੇ ਕਿਵੇਂ ਪਹੁੰਚ ਗਿਆ, ਪੱਤਾ ਕਿਵੇਂ ਹਰਾ ਹੋ ਗਿਆ? ਪਾਣੀ ਤਾਂ ਬਹੁਤ ਦੂਰ ਹੈ, ਜਗ੍ਹਾ ਵੀ ਪੱਤੇ ਪਾਣੀ ਨੂੰ ਲੱਗੀਆਂ ਹੋਈਆਂ। ਦਰਖਤ ਦੇ ਆਲੇ ਦੁਆਲੇ ਸੁੱਕੇ ਸੱਕ ਨੇ ਪਰ ਪੱਤਾ ਹਰਾ, ਸੱਕ ਆਲੇ ਦੁਆਲੇ ਹਰੇ ਨੇ, ਥੱਲੇ ਗੇਲੀ ਦੇ ਆਲੇ ਦੁਆਲੇ ਨਾ ਸੁੱਕੇ ਨੇ ਪਰ ਪੱਤਾ ਹਰਾ। ਕਿ ਉਹਨੂੰ ਲੋੜ ਹੈ ਪਾਣੀ ਦੀ, ਉਹਨੂੰ ਛਿਲਕੇ ਨੂੰ ਲੋੜ ਨਹੀਂ ਹੈ ਪਾਣੀ ਦੀ। ਛਿਲਕੇ ਦਾ ਪਾਣੀ ਮੇਰਾ ਸਰ ਜੂਗਾ, ਪੱਤੇ ਦਾ ਨਹੀਂ ਸਰਦਾ। ਵਿਰਧਤਾ ਉੱਥੇ ਹੈ ਨਾ, ਵਿਰਧਤਾ ਕੀ? ਵਿਰਧਤਾ ਦੇ ਵਿੱਚ ਤੇਰਾ ਨਿਵਾਸ ਹੈ। विरुद्धता को बाकी है। ਵਿਰਧਤਾ ਹੋ ਰਹੀ ਹੈ, ਉੱਥੇ ਨਿਵਾਸ ਹੈ ਤੇਰਾ। ਜਿੱਥੇ ਉਧਰ ਹੈ ਉੱਥੇ ਜੀਵ ਹੈ, ਆਤਮਾ। ਜਿੱਥੇ ਆਤਮਾ ਉੱਥੇ ਤੂੰ ਹੈ। ਉਹ ਨਾਲ ਹੈ ਹਰ ਵਕਤ ਨਾਲ, ਉਹਦੇ ਨਾਲ ਹੈ ਨਾ, ਹੁਕਮ ਨਾਲ ਹੀ ਰਹਿੰਦਾ ਹਰ ਵਕਤ। जोग हूं को जंतर है कि तेज हूं को तंत्र है कि। ਜੋਗ ਦਾ ਜੰਤਰ ਹੈ ਤੂੰ। ਜੰਤਰ ਹੁੰਦਾ ਕੋਈ ਮਸ਼ੀਨ ਹੁੰਦੀ ਹੈ, ਜੋ ਕਰਾਉਣ ਦਾ ਜੰਤਰ ਹੈ ਤੂੰ। ਜੋੜਨ ਨੂੰ ਇਹਨਾਂ ਚਲਾਉਣ, ਜੋੜ ਲਾਉਣ ਨੂੰ ਨਾ। ਇੱਕ ਛਣ ਚ ਨਖ ਜੇ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਤੇ ਜੰਤਰ ਦੀ ਤਾਂ ਹੋਰ ਕੀ ਹੈ, ਛਣ ਦੇ ਵਿੱਚ ਜੋੜ ਲਾ ਦੇਣਾ। ਇੱਕ ਛਣ ਚ ਨਖ ਜੇ ਤੇ ਆਇਓ, ਛਣ ਜੋੜ ਲੱਗ ਜੂਗਾ। ਇੱਕ ਚਿੱਤ ਹੋਣਾ ਹੀ ਯੋਗ ਹੈ। ਯੋਗ ਹੋਊਗਾ ਜੰਤਰ ਹੈ ਕੀ, तेज हूं को तंत्र है कि। ਤੇਜ ਹੋਊਗਾ ਤੰਤਰ ਹੈ ਕੀ। ਤੇਜ ਪ੍ਰਤਾਪ ਦਾ ਤੰਤਰ ਹੈ, ਅਕਲ ਦਾ ਤੰਤਰ ਹੈ, ਗਿਆਨ ਦਾ ਤੰਤਰ ਹੈ, ਜੋਤ ਦਾ ਤੰਤਰ ਹੈ। मोहनी को मंत्र है कि। ਮੋਹਣੀ ਕੋ ਮੰਤਰ ਹੈ ਕੀ, पूर्ण प्रकाशी है। ਪੂਰਨ ਪ੍ਰਕਾਸ਼ੀ ਹੈ। ਮੋਹਣੀ ਮੰਤਰ ਹੈ ਕਿ ਸਾਰਿਆਂ ਨੂੰ ਆਪਣੇ ਵਾਸਤੇ ਰੱਖਿਆ ਹੋਇਆ। ਐਸਾ ਮੰਤਰ ਅੰਦਰੋਂ ਹੈ ਕਿ ਸਾਰੇ ਹੀ ਜਿਵੇਂ ਤੂੰ ਚਲਾਉਣਾ ਮੈਂ ਚਲੀ ਜਾਂਦਾ। ਅੰਤਰਾਤਮਾ ਦੀ ਆਵਾਜ਼ ਨੂੰ ਕੋਈ ਮੋੜਦਾ ਹੀ ਨਹੀਂ ਹੈ, ਤੇਰੀ ਆਵਾਜ਼ ਨੂੰ ਮੋੜਦਾ ਹੀ ਨਹੀਂ ਕੋਈ। ਹਾਂ। रूप को निवास है कि बुद्धि को प्रकाश है कि। ਰੂਪ ਕੋ ਨਿਵਾਸ ਹੈ ਕਿ, ਰੂਪ ਦੇ ਵਿੱਚ ਨਿਵਾਸ ਹੈ ਤੇਰਾ, ਕਿ ਬੁੱਧ ਦੇ ਵਿੱਚ ਪ੍ਰਕਾਸ਼ ਹੈ ਤੂੰ, ਕਿ ਬੁੱਧੀ ਦੇ ਵਿੱਚ ਪ੍ਰਕਾਸ਼ ਰੂਪ ਹੈ ਤੂੰ, ਇਹ ਰੂਪ ਦੇ ਵਿੱਚ ਨਿਵਾਸ ਰੂਪ ਹੈ। कि सिद्धता को वास है कि बुद्धि ही को घर है। ਇਹ ਸਿੱਧਤਾ ਦੇ ਵਿੱਚ, ਸਮਝ ਦੇ ਵਿੱਚ ਵਾਸ ਹੈ ਤੇਰਾ। ਰਹਿੰਦਾ ਕਿੱਥੇ? कि बुद्धि ही को घर है। ਕਿ ਬੁੱਧੀ ਦਾ ਘਰ ਹੈ ਤੂੰ। ਤੇਰੇ ਘਰੋਂ ਬੁੱਧੀ ਓ ਮਿਲਦੀ ਹੈ, ਹੋਰ ਕੁਝ ਮਿਲਦਾ ਹੀ ਹੈ ਨਹੀਂ। ਨਾਨਕ ਦੇ ਘਰ ਕੇਵਲ ਨਾਮ ਬੁੱਧੀ ਵੀ ਮਿਲਣੀ ਹੈ, ਤਾਂ ਹੋਰ ਕੀ ਮਿਲਣਾ? ਨਾਨਕ ਦੇ ਘਰ ਦਾ ਕੇਵਲ ਨਾਮ ਹੈ। ਨਾਮ ਗਿਆਨ ਹੈ। ਜਿਵੇਂ ਲੋਹੇ ਤੋਂ ਤਲਵਾਰ ਬਣਾ ਲਓ, ਤੀਰ ਬਣਾ ਲਓ, ਕੁਝ ਬਣਾ ਲਓ, ਇਹ ਤਾਂ ਬੁੱਧੀ ਬਣ ਜਾਂਦੀ ਹੈ ਗਿਆਨ ਤੋਂ। ਗਿਆਨ ਔਰ ਬੁੱਧੀ ਦੋ ਤਾਂ ਹੈ ਹੀ ਨਹੀਂ। ਘਾਟ ਦਾ ਨਾ ਬੁੱਧੀ ਹੈ, ਕੰਮ ਕਰਦੀ ਬੁੱਧੀ ਹੈ, ਉਹ ਗਿਆਨ ਹੈ। ਜਿਹਦੇ ਕੋ ਪੈਸਾ ਜੋ ਮਰਜ਼ੀ ਲੈ ਲਓ ਜਾ ਕੇ ਬਾਜ਼ਾਰ ਚੋਂ, ਗਿਆਨ ਕੋਲ ਹੈ। ਗਿਆਨ ਤਾਂ ਧਨ ਹੈ, ਨਾਮ ਤਾਂ ਧਨ ਹੈ। देवन को देव है निरंजन अपेव है। ਦੇਵਨ ਕੋ ਦੇਵ ਹੈ, ਦੇਵਤਿਆਂ ਦਾ ਦੇਵਤਾ ਹੈ ਤੂੰ। ਜਿਹੜੇ ਦੇਵਤੇ ਨੇ ਉਹਨਾਂ ਵਾਸਤੇ ਤੂੰ ਜਿਹੜੇ ਲੋਕਾਂ ਨੂੰ ਦੇ ਰਹੇ ਨੇ ਨਾ ਕੁਛ, ਆਪ ਤੇ ਥੱਲੇ ਵਾਲਿਆਂ ਨੂੰ, ਤੂੰ ਉਹਨਾਂ ਨੂੰ ਦੇਣਾ। ਦੇਖੋ ਭਗਤਾਂ ਨੇ ਸੰਸਾਰ ਨੂੰ ਦਿੱਤਾ ਨਾ, ਭਗਤਾਂ ਨੂੰ ਕਿਹਨੇ ਦਿੱਤਾ? ਉਹਨੇ ਦਿੱਤਾ। देवन को देव है। ਭਗਤਾਂ ਨੇ ਸੰਸਾਰ ਨੂੰ ਦਿੱਤਾ ਨਾ ਗਿਆਨ, ਭਗਤਾਂ ਨੂੰ ਤੈਨੂੰ ਦਿੱਤਾ। ਦੇਣ ਵਾਲਿਆਂ ਨੂੰ ਤੂੰ ਦੇ ਰਿਹਾ। ਦੇਵਨ ਦੇਣ ਵਾਲੇ ਨੂੰ ਕਹਿੰਦੇ ਨੇ, ਦੇਣ ਵਾਲਾ ਦੇਵ ਹੁੰਦਾ। ਉਹਨਾਂ ਨੂੰ ਤੂੰ ਦਿੰਦਾ। निरंजन अपेव है। ਨਿਰੰਜਨ ਹੈ, ਅਭੇਵ ਹੈ। ਨਿਰੰਜਨ ਹੈ ਕਿ ਮਾਇਆ ਰੂਪ ਨਹੀਂ ਹੈ ਤੂੰ, ਮਾਇਆ ਰਹਿਤ ਹੈ। अपेव ਅਭੇਵ है। ਹੈ, ਭੇਦ ਕੋਈ ਨਹੀਂ ਤੇਰਾ। ਜੇ ਮਾਇਆ ਰੂਪ ਨਹੀਂ ਹੈ ਤੂੰ, ਮਾਇਆ ਨਹੀਂ ਹੈ ਤਾਂ ਹੈ ਕੀ, ਇਹ ਵੀ ਨਹੀਂ ਦੱਸ ਸਕਦੇ। और देवन को देव है कि शुद्धता को सार है। ਅਦੇਵਨ ਕੋ ਦੇਵ ਹੈ। ਦੇਖੋ ਦੇਵਨ ਕੋ ਦੇਵੀਆਂ, ਦੇਵਨ ਕੋ ਦੇਵੀਆਂ। ਜਿਹੜੇ ਰਾਖਸ਼ ਨੇ ਉਹਨਾਂ ਨੂੰ ਵੀ ਦਿੰਦਾ, ਏਰੀਆ ਵੀ ਉਹਨਾਂ ਨੂੰ ਦਿੰਦਾ ਨਹੀਂ। ਉਹਨਾਂ ਨੂੰ ਕੀ ਦੇਣਾ? ਉਹਨਾਂ ਦੇ ਹਿਰਦੇ ਮਲੀਨ, ਉਹਨਾਂ ਨੂੰ ਸ਼ੁੱਧਤਾ ਦਿੰਦਾ, ਸ਼ੁੱਧ ਕਰਨਾ ਉਹਨਾਂ ਦਾ ਹਿਰਦਾ। और देवन को देव है कि शुद्धता को सार है। ਉਹਨਾਂ ਨੂੰ ਸ਼ੁੱਧੀ ਦਾ ਤੀਰ ਮਾਰਦਾ, शुद्धता को सार है। ਉਹਨਾਂ ਨੂੰ ਸਰ ਕਰਦਾ, ਸ਼ੁੱਧੀ ਦੇ ਕੇ, ਸ਼ੁੱਧ ਕਰਕੇ ਹਿਰਦਾ ਉਹਨਾਂ ਦਾ। ਜਿੱਦਣ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ, ਉਦੋਂ ਜਦੇ ਹੀ ਸਿਰ ਸੜ ਦਿੰਦੇ ਨੇ ਪੂਰੇ।
ਅੰਦਰਲੀ ਮਲੀਨਤਾ ਜਾਂ ਦੂਰ ਹੋ ਜਾਂਦੀ ਹੈ, ਸਮਝ ਆ ਜਾਂਦੀ ਹੈ ਉਹਨਾਂ ਨੂੰ ਵੀ ਉਹ ਅਸੀਂ ਗਲਤੀ ਤੇ ਸੀ। ਜਿਹੜੇ ਨਹੀਂ ਮੰਨਦੇ, ਜਦ ਉਹਨਾਂ ਨੂੰ ਉਹਨਾਂ ਦੀ ਭਰਮ ਦੂਰ ਕਰ ਦਿੰਦਾ, ਭਰਮ ਹੁੰਦਾ ਨਾ, ਮੰਨਣ ਨਹੀਂ ਦਿੰਦਾ, ਭਰਮ ਦੂਰ ਹੋ ਜਾਂਦਾ, ਮੰਨ ਜਾਂਦੇ ਨੇ। जान के बचैया हैं ईमान को दवैया हैं। ਜਾਣ ਕੇ ਬਚਈਆ ਹੈ ਤੇ ਮਾਨ ਕੋ ਦਵਈਆ ਹੈ। ਤੂੰ ਜਾਨ ਦਾ ਬਚਾਓ ਕਰਨ ਵਾਲਾ ਹੈ ਕਿ ਸਨਮਾਨ ਦੇਣ ਵਾਲਾ ਹੈ? जान को बचैया हैं ईमान को दवैया हैं। ਹਾਂ, ਈਮਾਨ ਕੋ ਦਵਈਆ, ਈਮਾਨ ਦੀ ਬਖਸ਼ਿਸ਼ ਕਰਨ ਵਾਲਾ ਹੈ, ਈਮਾਨ ਤੇ ਕਾਇਮ ਰੱਖਣ ਵਾਲਾ ਹੈ। जब जाल को कटैया हैं ਜਬ ਜਾਲ ਨੂੰ ਕੱਟਣ ਵਾਲਾ ਹੈ ਤੂੰ, कि कामना को कर हैं। ਕਿ ਕਾਮਨਾ ਦੇ ਰੂਪ ਹੈ। ਇਹ ਕਾਮਨਾ ਤੇਰੀ ਬਸ, ਬਚਾਓ ਕਰਨਾ, ਜਬ ਜਾਲ ਕੱਟਣਾ, ਇਹ ਤਾਂ ਕੰਮ ਹੀ ਹੈ ਤੇਰਾ, ਇਹ ਤੇਰੀ ਇੱਛਾ ਹੀ ਹੈ। जान को बचैया ईमान को दवैया हैं। ਈਮਾਨ ਤੇ ਲਿਆਉਣਾ ਸਾਰਿਆਂ ਨੂੰ, जब जाल को कटैया हैं ਜਬ ਜਾਲ ਕੱਟਿਆ ਜਾਵੇ ਸਾਰਿਆਂ ਦਾ, कि कामना को कर हैं। ਇਹ ਕਾਮਨਾ ਤੇਰੀ ਇੱਛਾ ਹੈ। ਦੁਨੀਆ ਫਸੀ ਰਹੇ ਇੱਥੇ, ਇਹ ਤੇਰੀ ਇੱਛਾ ਨਹੀਂ ਹੈ। ਇਹ ਦੁੱਖ ਭੋਗਦੇ ਰਹੇ ਸਾਰਾ ਸੰਸਾਰ, ਇਹ ਤੇਰੀ ਇੱਛਾ ਨਹੀਂ ਹੈ। ਸਾਰੇ ਸੁਖੀ ਹੋ ਜਾਣ, ਘਰ ਚਲੇ ਜਾਣੇ, ਤੇਰੀ ਇੱਛਾ ਹੈ। ਇਹਦਾ ਕਰਕੇ ਸ੍ਰਿਸ਼ਟੀ ਪੈਦਾ ਕੀਤੀ। तेज को खंड हैं अखंडन को खंड हैं। ਤੇਜ ਕੋ ਖੜਨਾ, तेज को प्रचंड हैं ਹਾਂ, ਤੇਜ ਕੋ ਪ੍ਰਚੰਡ ਹੈ। अखंडन को खंड ਜਿਹੜਾ हैं। ਤੇਜ ਪਹਿਲਾਂ ਹੀ ਕਿਸੇ 'ਚ ਗਿਆਨ ਹੈ, ਉਹਨੂੰ ਹੋਰ ਪ੍ਰਚੰਡ ਕਰਨ ਵਾਲਾ, ਵਧਾਉਣ ਵਾਲਾ ਗਿਆਨ ਨੂੰ। ਪ੍ਰਚੰਡ ਹੁੰਦਾ ਹੋਰ ਵਧਾ ਦੇਣਾ। अखंडन को खंड हैं। ਜਿਹੜੇ ਅਖੰਡਣ ਨੇ, ਆਪਣੇ ਆਪੇ ਬਣੇ ਬੈਠੇ ਨੇ ਗਿਆਨਵਾਨ, ਆਪਣੇ ਆਪ ਹੀ ਸਾਡੇ ਜਿੰਨਾ ਗਿਆਨ ਕਿਤੇ ਹੈ ਹੋ ਨਹੀਂ, ਉਹਨਾਂ ਨੂੰ ਖੰਡਨ ਕਰਨਾ ਮਿੰਟ ਲੱਗਦੀ ਹੈ। महीपन को मंड हैं। ਉਹਨਾਂ ਦਾ ਭਰਮ ਦੂਰ ਕਰਨ ਨੂੰ ਮਿੰਟ ਲੱਗਦੀ ਹੈ। ਵਿਪਨ ਕੋ ਮੰਡ ਹੈ, ਜਿਹੜੇ ਬੜੇ ਬੜੇ ਰਾਜੇ ਨੇ ਉਹਨਾਂ ਨੂੰ ਜਿੱਤ ਲੈਂਦੇ, ਬੜੇ ਬੜੇ ਜਿਹੜੇ ਗੁਰੂ ਬਣੇ ਬੈਠੇ, ਰਾਜੇ ਦਾ ਮਤਲਬ ਗੁਰੂ ਹੈ। ਇਹ ਦੂਏ ਰਾਜਿਆਂ ਨੂੰ ਨਹੀਂ ਛੇੜਦਾ ਉਹ, ਇਹ ਆਪਣੀ ਲੜਾਈ ਆਪੇ ਲੜੀ ਜਾਣ। ਜੇ ਸੱਤਾ ਸਕਤੇ ਕੋ ਮਾਰੇ ਤਾਂ ਮਨ ਰੋਜ਼ ਹੋਈ। ਹਾਂ, स्त्री हैं न नर हैं। ਨਾ ਇਸਤਰੀ ਹੈ ਨਾ ਆਦਮੀ ਹੈ। ਦੋਏ ਮੂਰਤੀਆਂ ਖੱਟੀਆਂ ਗਈਆਂ, ਮੂਰਤੀਆਂ ਦੋਏ ਖੱਟੀਆਂ ਗਈਆਂ, ਆਦਮੀ ਦੀ ਵੀ ਕੱਟੀ ਗਈ, ਔਰਤ ਦੀ ਵੀ ਕੱਟੀ ਗਈ। ਨਾ ਮੂਰਤੀ ਰਾਮ ਦੀ ਰਹੀ, ਨਾ ਦੇਵੀ ਦੀ ਰਹੀ, ਨਾ ਆਦਮੀ ਦੀ ਮੂਰਤੀ ਬਚੀ, ਨਾ ਔਰਤ ਦੀ ਬਚੀ। ਮੂਰਤੀਆਂ ਤਾਂ ਦੋਏ ਕੱਟੀਆਂ ਗਈਆਂ। ਉਹ ਕਹਿੰਦੇ ਨੇ ਮੂਰਤੀ ਪੂਜਾ, ਦੇਵੀ ਪੂਜਾ ਹੈ। ਨਾ ਦੇਵੀ ਹੈ ਨਾ ਦੇਵਤਾ। स्त्री हैं न नर हैं। ਨਾ ਨਾਰ ਹੈ, ਨਾ ਨਾਰ। ਜਾਂ ਨਾਰ ਨਹੀਂ ਹੈ ਤਾਂ ਉਹਦੀ ਫੋਟੋ ਉਹਨਾਂ ਨੇ ਮੂਰਤੀ ਕਿਉਂ ਰੱਖ ਲਈ? ਉਹਦੀ ਉਹ ਤਾਂ ਹੈ ਉਹ ਨਹੀਂ। ਉਹ ਕਹਿੰਦੇ ਨਾ ਆਦਮੀ ਦੀ ਮੂਰਤੀ ਰੱਖੀ ਜਾ ਸਕਦੀ ਹੈ ਤੇਰੀ ਜਗ੍ਹਾ, ਨਾ ਔਰਤ ਦੀ ਮੂਰਤੀ ਰੱਖੀ ਜਾ ਸਕਦੀ ਹੈ। ਮਾਤਾ ਵੀ ਤੂੰ ਹੈ, ਪਿਤਾ ਵੀ ਤੂੰ ਹੈ, ਪਰ ਨਾ ਨਾਰ ਹੈ ਨਾ ਨਾਰ। ਨਾਰ ਹੈ। ਜੋਤ ਦੇ ਲੈਵਲ ਤੇ ਮਾਂ ਪਿਓ ਹੈ, ਜਾਤ ਦੇ ਲੈਵਲ ਤੇ ਮਾਂ ਪਿਓ ਨਹੀਂ ਹੈ। ਗਲਤੀ ਕੀ ਹੋਈ ਹੈ? ਅਸੀਂ ਜਾਤ ਦੇ ਸਰੀਰ ਦੇ ਲੈਵਲ ਤੇ ਮਾਂ ਪਿਓ ਨੂੰ ਮੰਨੀ ਬੈਠੇ ਆ, ਜੋਤ ਦੇ ਲੈਵਲ ਵਾਲੇ ਨੂੰ ਜਾਣਦੇ ਹੀ ਨਹੀਂ। ਨਾ ਸਾਡੀ ਬੋਲੀ 'ਚ ਹੈ ਉਹ, ਨਾ ਸਾਨੂੰ ਉਹਦੀ ਲੋੜ ਹੈ। ਬਸ ਇੱਥੇ ਭਾਸ਼ਾ ਦਾ ਫਰਕ ਹੈ। ਇੱਥੇ ਪੰਡਤ ਨੇ ਬਾਟ ਪਾੜ ਲਈ, ਆ ਕੇ ਪੰਡਤ ਪਾੜੀ ਬਾਟ। ਇਹ ਵਿਦਵਾਨਾਂ ਨੇ ਬਾਟ ਪਾੜੀ ਹੈ। ਇੱਥੇ ਵਿਦਵਾਨਾਂ ਨੇ ਬਾਟ ਪਾੜੀ ਸੀ ਨਾ। ਸਾਡੇ ਵੀ ਤਾਂ ਵਿਦਵਾਨ ਨੇ, ਇਹਨਾਂ ਨੂੰ ਵਿਦਵਾਨਾਂ ਦੀ ਬਾਟ ਪਾੜੀ ਹੋਈ ਨੂੰ ਗੁਰਮੁਖ ਠੀਕ ਕਰਦੇ ਹੁੰਦੇ ਨੇ। ਵਿਦਵਾਨ ਕਿਵੇਂ ਠੀਕ ਕਰਨਗੇ? ਉਹ ਵੀ ਇਹਨੇ, ਉਹ ਵੀ ਇਹਨੇ, ਤੇ ਦੋ ਇਹਨੇ ਦੇ। ਜਿਨ੍ਹਾਂ ਨੇ ਬਾਟ ਪਾੜੀ ਉਹ ਵੀ ਇਹਨੇ ਹੀ ਸੀ। ਹਿੰਦੂਆਂ ਦੇ ਵਿਦਵਾਨ ਵੀ ਇਹਨੇ ਹੀ ਸੀ। ਹਿੰਦੂ ਨਾ, ਜਿਹੜਾ ਅੰਨਾ ਹੁੰਦਾ ਹਿੰਦੂ ਹੈ। ਜੇ ਸਾਡੇ ਵਾਲੇ ਵਿਦਵਾਨ ਹੁੰਦੇ ਨੇ ਨਾ, ਇਹ ਮੱਤ ਸੋਚਣਾ ਸੀ ਸਿੱਖਾਂ ਇਹ ਵੀ ਹਿੰਦੂ ਹੈ। ਇਹ ਬਹੁਤ ਹੀ ਗਲਤੀ ਕਰ ਰਹੇ ਨੇ ਆਪਣੇ ਆਪ ਨੂੰ ਸਿੱਖ ਮੰਨ ਕੇ। ਕਿਉਂਕਿ ਆ ਲਿਖਿਆ ਹੋਇਆ ਸਾਫ਼ ਹੈ, ਅੰਧਾ ਰਿਕਸ਼ਾ ਜਾਏ। ਹੋ ਗਿਆ ਨਾ, ਅੰਧਾ ਲਿਖਿਆ ਹੋਇਆ। ਜੋਤ ਬਿਨਾ ਜਗਦੀਸ਼ ਕੀ ਜਗਤੋਂ ਲੰਘੇ ਜਾਏ। ਤੇ ਜੋਤ ਬਿਨਾ ਜਗਦੀਸ਼ ਕੀ ਜਗਤੋਂ ਲੰਘੇ ਜਾਏ ਹੈ ਜਦ। ਤੇ ਤੁਸੀਂ ਕਿਵੇਂ ਲੰਘੇ ਨਾ ਰਹਿ ਨਾ ਪੜ੍ਹ ਕੇ? ਤੁਸੀਂ ਦੇਖਿਆ ਨਹੀਂ ਵੀ ਇੱਥੇ ਕੀ ਲਿਖਿਆ ਹੈ? ਉਹ ਰਾਜਾ ਸਭ ਕੁਝ ਖੰਡਨ ਕੀਤਾ ਹੋਇਆ ਸਮਾਂ ਜੋ ਮੰਨਦੇ ਸੀ।
ਉਹਨਾਂ ਨੂੰ ਸਮਝਾਇਆ ਵੀ ਨਾਲ ਭਾਈ ਨਾ ਆਦਮੀ ਦੀ ਨਾ ਇਹ ਦੋਏ ਗਲਤ ਨੇ ਤੁਹਾਡੀਆਂ। ਗੱਲ ਕੀ ਕਹੀ ਤੀ, ਅਰਥ ਕੀ ਲਾ ਲੈ ਤੁਸੀਂ? ਭੱਜਦੇ ਨੇ ਛੱਡ ਉਹ ਤਾਂ ਜਾਣ ਕੇ ਵੀ ਆਉਂਦੇ ਨੇ RSS ਵਾਲੇ ਇਹਨਾਂ ਨੂੰ, ਇਹ ਜੇ ਭੱਜ ਜਾਣ ਜੇ ਇਹਦਾ ਪ੍ਰਚਾਰ ਕਰਿਆ ਸਾਡਾ ਕੱਖ ਨਹੀਂ ਬਚਣਾ। ਇਹਨਾਂ ਨੂੰ ਬੜਾ ਪਤਾ, ਜੇ ਉਹ ਕਹਿ ਦੇਣਗੇ ਨਾ ਬਈ ਇਹ ਠੀਕ ਹੈ ਤਾਂ ਇਹ ਕਹਿਣਗੇ ਗਲਤ ਹੈ, ਜੇ ਉਹ ਕਹਿ ਦੇਣਗੇ ਗਲਤ ਹੈ ਤਾਂ ਇਹ ਕਹਿਣਗੇ ਠੀਕ ਹੈ। ਉਹਨਾਂ ਨੂੰ ਪਤਾ ਹੈ ਇਹਨਾਂ ਦਾ ਵੀ ਇਹਨਾਂ ਨੂੰ ਪੁੱਠਾ ਕਹੋ, ਖੋਤੇ ਨੂੰ ਖੂਹ ਸਿੱਟਣਾ ਹੋਵੇ ਪੁੱਠਾ ਕਰਕੇ ਨਾ, ਖੂਹ ਵੱਲ ਨੂੰ ਇਹਦੀ ਪਿੱਠ ਕਰੀ ਦੀ ਖੋਤੇ ਦੀ, ਕੰਨ ਫੜ ਕੇ ਖਿੱਚੀ ਦੇ ਬਾਹਰ ਨੂੰ, ਖੋਤੇ ਨੇ ਪਿੱਛੇ ਨੂੰ ਮੁੜਨਾ, ਆਪੇ ਕਰ ਪੈਣਾ, ਉਹਨੂੰ ਗੈਰਨ ਦੀ ਲੋੜ ਨਹੀਂ ਹੈ, ਸਿੱਧਾ ਨਹੀਂ ਦਿਖਦਾ ਹੁੰਦਾ ਖੋਤਾ ਕੁਝ। ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਵੀ ਖੋਤਾ ਖੂਹ ਕਿਵੇਂ ਕਰਦਾ। ਉਹਨਾਂ ਨੇ ਖੋਤੇ ਖੂਹ ਸਿੱਟਦੇ, ਖੋਤਿਆਂ ਨੂੰ ਖੂਹ ਸਿੱਟਣ ਲੱਗਿਆ ਸੀ। ਖੋਤੇ ਢੇਪਣ, ਜਿਹੜੇ ਖੋਤੇ ਨਹੀਂ ਉਹ ਨਹੀਂ ਡਿੱਗਦੇ ਹਨ, ਖੋਤੇ ਤਾਂ ਬਹਿ ਡਿੱਗ ਖੂਹ ਚ, ਉਹਦਾ ਮੁਕਰ ਕੇ ਰਸਮ ਕਰਾਂਤੇ, ਜਿਹੜੇ ਖੋਤੇ ਤੇ ਉਹਦਾ ਖੂਹ ਚ ਡਿੱਪੇ। ਜਿਹੜੇ ਖੋਤੇ ਨਹੀਂ ਸੀਗੇ ਉਹ ਬਚ ਗਏ। ਹਾਂਜੀ, विषम को भरना है कि आपदा को हरना है कि। ਵਿਸ਼ਵ ਕੋ ਭਰਨਾ ਹੈ ਕਿ ਆਪਦਾ ਕੋ ਹਰਨਾ ਹੈ ਕਿ। ਵਿਸ਼ਵ ਨੂੰ ਭਰਨ ਵਾਲਾ, ਵਿਸ਼ਵ ਦੀ ਰਚਨਾ ਸਾਰੀ, ਰਚਨਾ ਕਿਹਨੇ ਰਚੀ ਹੈ? ਤੈਂ ਰਚੀ ਹੈ ਨਾ, ਸਾਰਾ ਵਿਸ਼ਵ ਤੈਂ ਉਹ ਭਰਿਆ। आपदा को हरना है कि। ਆਪਦਾ ਵਿਪਤਾ ਜਿਹੜੀ ਸਾਰਿਆਂ ਦੀ ਹੈ ਉਹਦੇ ਹਰਨ ਵਾਲਾ, ਵਿਪਤਾ ਪੈਦਾ ਨਹੀਂ ਕਰਦਾ ਤੂੰ, ਵਿਪਤਾ ਹਰਨ ਵਾਲਾ ਸਭ। ਵਿਪਤਾ ਤਾਂ ਅਸੀਂ ਆਪ ਪੈਦਾ ਕਰਦੇ ਹਾਂ ਆਪਣੀਆਂ ਗਲਤੀਆਂ ਨਾਲ, ਆਪਣੀ ਸੋਚ ਨਾਲ। सुख को करना है कि तेज को प्रकाश ਆ है। ਦੇਖੋ ਸੁਖ ਪੈਦਾ ਕਰਦੇ ਤੂੰ ਤਾਂ ਸਾਰਿਆਂ ਵਾਸਤੇ। ਸੁਖ ਕੋ ਕਾਰਨ ਹੈ ਕਿ, सुख को करना है कि तेज को प्रकाश है। ਤੇਜ ਕੋ ਪ੍ਰਕਾਸ਼ ਹੈ। ਗਿਆਨਵਾਨ ਕਰਨ ਵਾਲਾ ਸਭ ਨੂੰ, ਬੁੱਧ ਦੇਣ ਵਾਲਾ, ਬੁੱਧ ਬਲ ਦੇਣ ਵਾਲਾ, ਬੁੱਧ ਬਲ ਦੇਣ ਵਾਲਾ ਸਭ ਨੂੰ, ਤੇਜ ਪ੍ਰਕਾਸ਼ ਕਰਨ ਵਾਲਾ, ਤਾਂ ਕਿ ਜਿਹੜੇ ਮੈਂ ਸੁਖ ਦੇਣਾ ਉਹਨੂੰ ਪਛਾਣ ਕੇ ਸੁਖ ਲੈ ਲੈਣ। ਸੁਖ ਲੈਣ ਵਾਸਤੇ ਵੀ ਅਕਲ ਚਾਹੀਦੀ ਹੈ। ਸਿਆਣਿਆਂ ਤੇ ਕਈ ਤਾਂ ਸਿਆਣੇ ਆਪਣੀ ਅਕਲ ਕਰਕੇ ਨਰਾਦਰੀ ਕਰਾ ਲੈਂਦੇ ਨੇ। ਉਹ ਕਹਿੰਦੇ ਵੀ ਇਹਦੇ ਰੋਟੀ ਨਹੀਂ ਖਾਂਦੀ ਸਿਆਣੇ ਤੇ, ਵੀ ਯਾਰ ਹੁਣ ਤੇ ਕੁਝ ਹੁੰਦਾ ਨਹੀਂ, ਹੁਣ ਤੂੰ ਬੋਲੀ ਕਿਉਂ ਜਾਂਦਾ? ਡੁੱਲੂ ਵਿਗਾੜੂ ਬਿਗੜੂ ਇਹਨਾਂ ਦਾ ਬਿਗੜ ਜੂ, ਤੂੰ ਕਾਹਦੇ ਕਲਪਦਾ? ਆਰਾਮ ਨਾਲ ਰੋਟੀ ਖਾਈ ਜਾ। ਉਹ ਹਟਦਾ ਨਹੀਂ ਕੁਝ ਕਹਿਣ ਤੇ, ਉਹਨੂੰ ਬੁਰਾ ਲੱਗਦਾ। ਫਿਰ ਕੋਈ ਨਿਆਣਾ ਬੋਲ ਪੈਂਦਾ, ਫਿਰ ਕਹਿੰਦਾ ਮੇਰੀ ਉਹ ਕਰਦੇ ਨੇ ਸਿਆਣੇ ਦੀ। ਨਹੀਂ ਜੀ ਮੇਰੇ ਪੂਰੇ ਬੋਲ ਪਏ ਰਹਿਣਾ, ਉਲਟਾ ਰੋਜ਼ ਬੋਲੀ ਉਹ ਕਦੇ ਨਾ ਕਦੇ ਦੂਏ ਨੂੰ ਵੀ ਗੁੱਸਾ ਆ ਜਾਂਦਾ। ਹਾਏ ਸਾਰੇ ਆਦਮੀ ਹੋ। ਇਸ ਕਰਕੇ ਸਿਆਣਾ ਜਿਹੜਾ ਹੈ ਨਾ, ਸੁੱਖ ਲੈਣਾ ਵੀ ਹਰੇਕ ਦੇ ਬਸ ਦੀ ਗੱਲ ਨਹੀਂ। ਸੁੱਖ ਤਾਂ ਉਹ ਦੰਦਾ ਸਾਤੇ ਲੈ ਨਹੀਂ ਹੁੰਦੇ, ਕਿਉਂ? ਅਸੀਂ ਆਪਣੀ ਅਕਲ ਨੂੰ ਵੱਡੀ ਮੰਨਿਆ ਹੋਇਆ, ਤਾਂ ਨਹੀਂ ਲੈ ਹੁੰਦੇ। पाइए ना पार पारावार हूं को पार जाको। ਉਹਦੇ ਦੂਆ ਪਾਸਾ ਜਿਹੜਾ ਨਾ ਪਾਰਾਵਾਰ ਹੈ, ਆਰ ਪਾਰ ਦਾ ਪਾਰ ਨਹੀਂ ਪਾ ਸਕਦੇ ਅਸੀਂ। ਕਿੱਥੇ ਤੱਕ ਹੈ ਉਹ, ਕਦੋਂ ਪੈਦਾ ਹੋਇਆ, ਕਿਵੇਂ ਹੋਇਆ, ਉਹਦੇ ਬਾਰੇ ਕੁਝ ਅਸੀਂ ਕਹਿ ਨਹੀਂ ਸਕਦੇ। ਉਹਦੀ ਵਡਿਆਈ ਉਹ ਕਰ ਸਕਦੇ। कीजित विचार सो विचार को निवास है। ਪਾਸੇ ਦੇ ਵਿਚਾਰ ਇਹ ਕੀਤੀ ਜਾ ਸਕਦੀ ਹੈ, ਵਿਚਾਰ ਦੇ ਵਿੱਚੋਂ ਹੀ ਉਹਦੀ ਪ੍ਰਾਪਤੀ ਹੈ। सो विचार को निवास है। ਉਹ ਵਿਚਾਰ ਦੇ ਵਿੱਚ ਉਹਦਾ ਨਿਵਾਸ ਹੁੰਦਾ, ਵਿਚਾਰ ਦੇ ਵਿੱਚ ਉਹਦੀ ਸਮਝ ਆ ਜਾਂਦੀ ਹੈ, ਵਿਚਾਰ ਚੋਂ ਸਮਝ ਆ ਜਾਂਦੀ ਹੈ। ਗੁਣ ਉਹਦੇ ਵਿਚਾਰੀ ਦੇ ਹੁੰਦੇ ਨੇ, ਉਹਦੇ ਗੁਣਾਂ ਦੀ ਵਿਚਾਰ ਕਰੀਦਾ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਉਹਦੇ ਗੁਣਾਂ ਚੋਂ ਉਹਦਾ ਗਿਆਨ ਪ੍ਰਾਪਤ ਹੋ ਜਾਂਦਾ, ਸਮਝ ਆ ਜਾਂਦੀ ਉਹ ਕੀ ਹੈ। हिंगुला हिमालय गावे हबसी हलबी ते आवे। ਹਿਬਲਾ ਦੇਸ਼ ਦੇ ਗਾਉਂਦੇ ਨੇ, ਹਲਬ ਦੇਸ਼ ਦੇ ਹਬਸ਼ੀ ਨੇ, ਪਰ ਅਫਰੀਕਾ ਵਾਲੇ हबसी ਉਹ ਵੀ ਸਾਰੇ ਤੇ ਆਉਂਦੇ ਨੇ। ਤੇਰਾ ਧਿਆਨ ਕਰ। हिंगुला हिमालय गावे हबसी हलबी ते आवे। ਹਲਬ ਦੇਸ਼ ਵੀ ਇੱਕ, ਹਲਬੀ ਜਨਬੀ ਵਗਰ ਵੀ ਤੂੰ ਹੀ ਹੈ। ਇਹ ਦੇਸ਼ਾਂ ਦੇ ਨਾਂ ਨੇ। पूर्वी ना पार पावे आसा ते अनास है। ਪੂਰਬੀ ਨਾ ਪਾਰ ਪਾਵੇ, ਪੂਰਬ ਵਾਲੇ ਨੇ ਪਾਰ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਾਰ ਉਹਨਾਂ ਨੂੰ ਨਹੀਂ ਪਾ ਸਕੇ। ਆਸਾ ਤੇ ਅਨਾਸ, ਭਾਵੇਂ ਆਸਾ ਤਿਆਗੀ ਹੋਈ ਹੈ ਉਹਨਾਂ ਨੇ, ਆਸਾ ਤੇ ਅਨਾਸ ਹੋਏ ਹੋਏ ਨੇ। देवन को देव महादेव हूं के देव हैं।
ਦੇਵਨ ਕੇ ਦੇਵ ਮਹਾਦੇਵ ਹੂ ਕੇ ਦੇਵ ਹੈ। ਦੇਵਾਂ ਦਾ ਦੇਵ ਹੈ ਤੂੰ, ਮਹਾਦੇਵ ਦਾ ਵੀ ਦੇਵ ਹੈ। ਨਿਰੰਜਨ ਅਭੇਵਨਾਥ ਅਦੈਵ ਅਵਿਨਾਸ਼ ਹੈ। ਨਿਰੰਜਨ ਅਭੇਵਨਾਥ ਅਭੇਵ ਨਾਥ ਅਦਵੈ निरंजन ਅਵਿਨਾਸ਼ है, माया रूप नहीं है, माया तो रहता है। अभेव है, तेरा भेद कोई नहीं और सब दा नाथ है तू। सारे तेरे बस विच ने, सारे तेरे कहने चलते ने, सब ते तेरा हुक्म चलता है। आप नाथ है तू सारियां दा, और अनाथ भी आपे है तू। आप नाथ नाथी सब, सारी सृष्टि दे नाथ पाई हुई है तैं, और फिर भी तू निरंजन अभेव है। तू ਮਨੁੱਖੀ ਦੇ ਜਿਹੜੇ ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਫਿਰ ਵੀ ਪਰੇ।